किसान कहते भी असी ट्रेनां तो भी उठ के मतलब कि पटड़ियां तो भी उठ के असी स्टेशनां तो भी उठ के बाहर आ गए तो तुसी चलाओ जी अपनी ट्रेन तो फिर हुण ट्रेन चलाउण च की प्रॉब्लम है? जब तक असी सियासी ਉਹਦੀ मदद कर रहे हैं ਪਿੱਛੋਂ बैक तो उन्होंने मदद कर रहे हैं ਉਹਨਾਂ ਚਿਰ ਮਾਹੌਲ ਸੁਧਰਨ ਵਾਲਾ ਨਹੀਂ ਹੈ। ਸਿਆਸੀ ਪਾਰਟੀਆਂ ਦੇ ਲੋਕੀ ਵਿਸ਼ਵਾਸ ਇਸ ਕਰਕੇ ਨਹੀਂ ਬਣਦੇ ਲੀਡਰਾਂ ਤੇ ਲਿਖਦੇ ਕੁਛ ਹੈ ਕਰਦੇ ਕੁਛ ਹੈ ਕਹਿੰਦੇ ਕੁਛ ਹੈ ਪਰ ਚੋਣ ਮੈਨੀਫੈਸਟੋ ਲਿਖਿਆ ਹੈ ਉਹਦਾ ਕਦੇ ਵਿਰੋਧ ਕਰਦੇ ਆ। ਪਾਰਲੀਮੈਂਟ 'ਚ ਮਨਮੋਹਨ ਸਿੰਘ ਨੇ ਬੋਲਿਆ ਹੋਇਆ ਉਹਦੇ ਉਲਟ ਕਹੀ ਜਾਂਦੇ ਤੇ ਇਹਨੂੰ ਕਾਲਾ ਕਾਨੂੰਨ ਕਹੀ ਜਾਂਦੇ ਆ। 2017 ਵਿੱਚ ਐਸਾ ਹੀ ਬਿੱਲ ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਨੇ ਪਾਸ ਹਾਲੇ ਵੀ ਹੈਗਾ ਉਹ ਬਿੱਲ ਜਿਹ 'ਚ ਇਹੀ ਗੱਲਾਂ ਲਿਖੀਆਂ ਗਈਆਂ। ਜੇ ਇੰਨੀ ਛੋਟ ਹੈ ਕਿਸੇ ਚੀਜ਼ ਦੀ ਉਹ MSP ਜਿਹੜੀ ਹੈ ਉਹਨੂੰ ਗਰੰਟਡ ਕਿਉਂ ਨਹੀਂ ਕਰ ਦਿੱਤਾ ਗਿਆ ਸੀ ਬਿੱਲ ਦੇ ਵਿੱਚ? ਜੇ ਪਹਿਲਾਂ ਨਹੀਂ ਕਾਨੂੰਨ ਦੇ ਵਿੱਚ ਤਾਂ ਹੁਣ ਕਾਨੂੰਨ 'ਚ ਪਾਉਣ ਦੀ ਕਿਆ ਲੋੜ ਹੈ? ਇਹ ਤਾਂ ਬਹਾਨਾ ਹੈ ਇਹਨੂੰ ਕਹਿਣ ਦਾ। ਜਦੋਂ ਬਿੱਲ ਪੇਸ਼ ਹੋਇਆ ਉਦੋਂ ਸਾਰਿਆਂ ਨੇ ਯੂਨੀਵਰਸਿਟੀ ਪਾਸ ਕਰ ਦਿੱਤਾ। ਬਾਹਰ ਆ ਕੇ ਇੱਕ ਦੂਜੇ ਦੇ ਮੂੰਹ 'ਚ ਮਿਠਾਈਆਂ ਪਾਉਂਦੇ ਰਹੇ ਔਰ ਉਹ ਇੱਕ ਦਿਨ ਬਾਅਦ ਆਮ ਆਦਮੀ ਪਾਰਟੀ ਕਹਿਣ ਲੱਗੇ ਨਹੀਂ ਸਾਨੂੰ ਭੁਲੇਖਾ ਲੱਗ ਗਿਆ ਜੀ ਬਿੱਲ ਤਾਂ ਬਹੁਤ ਮਾੜਾ ਹੈ। ਖੁੱਲੀ ਮੰਡੀ ਬਿਹਾਰ ਦੇ ਵਿੱਚ 14 ਸਾਲ ਪਹਿਲਾਂ ਬਣਾਉਣ ਦੇ ਨਾਲ ਫਰਕ ਨਹੀਂ ਪਿਆ ਤੇ ਫਿਰ ਉਹਨੂੰ ਪੂਰੇ ਦੇਸ਼ ਦੇ ਵਿੱਚ ਉਸ ਚੀਜ਼ ਨੂੰ ਆਪਾਂ ਨੂੰ ਕਿਉਂ ਇੰਪਲੀਮੈਂਟ ਕਰਨ ਦੀ ਲੋੜ? ਜੇ ਤੁਹਾਡਾ ਠੀਕ ਲੱਗਦਾ ਤਾਂ ਹੀ ਵੇਚੋਗੇ, ਕੋਈ 4 ਪੈਸੇ ਵੱਧ ਮਿਲਦੇ ਤਾਂ ਹੀ ਉੱਥੇ ਵੇਚੇਗਾ, ਨਹੀਂ ਤਾਂ ਸਰਕਾਰ ਖਿੱਚਣ ਨੂੰ ਬੈਠੀ ਹੈ। ਇੱਕ ਜਿਹੜਾ ਪ੍ਰਭਾਵ ਚਲਾ ਗਿਆ ਕਿ ਆ ਦੁਸਹਿਰੇ ਤੇ ਲੋਕਾਂ ਨੇ ਜਾਂ ਕਿਸਾਨ ਜਥੇਬੰਦੀਆਂ ਨੇ ਜਾਂ ਕੁਝ ਪੋਲੀਟੀਕਲ ਪਾਰਟੀਆਂ ਨੇ ਵੀ ਮੋਦੀ ਸਾਹਿਬ ਦੇ ਪੁਤਲੇ ਨੂੰ ਰਾਵਣ ਦੀ ਜਗ੍ਹਾ ਦੇ ਉੱਪਰ ਅੱਗ ਲਾਈ। ਉਸ ਚੀਜ਼ ਤੋਂ ਕਹਿੰਦੇ ਮੋਦੀ ਸਾਹਿਬ ਬੜੇ ਨਾਰਾਜ਼ ਨੇ ਤੇ ਹੁਣ ਆਉਣ ਵਾਲੇ ਸਮੇਂ 'ਚ ਪੰਜਾਬ ਭੁਗਤੂਗਾ। ਇਹ ਕਿੰਨੀ ਕੁ ਸੱਚ? ਨਹੀਂ ਇਹ ਕੋਈ ਸੱਚ ਨਹੀਂ ਹੈ। ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਪ੍ਰੋਗਰਾਮ ਹੈ ਪ੍ਰਾਈਮ ਪੋਲੀਟਿਕਸ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਰਾਜਨੇਤਾਵਾਂ ਦੇ ਨਾਲ ਤੁਹਾਡੀ ਸਿੱਧੀ ਗੱਲਬਾਤ ਕਰਵਾਈ ਜਾਵੇ ਤਾਂ ਜੋ ਜਿਹੜੇ ਵੀ ਸਵਾਲ ਤੁਹਾਡੇ ਜ਼ਿਹਨ 'ਚ ਨੇ ਉਹਨਾਂ ਦੇ ਐਕੂਰੇਟ ਜਵਾਬ ਜਿਹੜੇ ਨੇ ਉਹ ਆਪਾਂ ਨੂੰ ਮਿਲ ਸਕਣ। ਇਸ ਵਕਤ ਪੰਜਾਬ ਦੇ ਵਿੱਚ ਬਹੁਤ ਵੱਡਾ ਮਸਲਾ ਬਣਿਆ ਹੋਇਆ। ਜਿਹੜੇ ਨਵੇਂ ਖੇਤੀ ਬਿੱਲ ਆਏ ਸੀ ਕੇਂਦਰ ਸਰਕਾਰ ਵਾਲੇ ਪਾਸਿਓਂ, ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਮੱਦਾਂ ਐਸੀਆਂ ਨੇ ਜਿਨ੍ਹਾਂ ਨੂੰ ਮੰਨਣ ਦੇ ਲਈ ਕਿਸਾਨ ਰਾਜ਼ੀ ਨਹੀਂ ਜਾਂ ਉਹਨਾਂ ਦੇ ਸ਼ੰਕੇ ਸ਼ੁਬੇ ਨੇ ਕਿ ਵੀ ਆਉਣ ਵਾਲੇ ਸਮੇਂ 'ਚ ਇਹ ਵਾਲੀਆਂ ਮੱਦਾਂ ਉਹਨਾਂ ਦੇ ਲਈ ਵੱਡੀ ਸਮੱਸਿਆ ਬਣ ਸਕਦੀਆਂ ਨੇ। ਸੋ ਇਹ ਸਾਰੇ ਕੁਛ ਦੇ ਮਸਲੇ ਨੂੰ ਆਪਾਂ ਕਲੀਅਰ ਕਰਨ ਦੇ ਲਈ ਇਹਦੇ 'ਤੇ ਕੇਂਦਰ ਸਰਕਾਰ ਕੀ ਸੋਚਦੀ ਹੈ। ਪਿਛਲੇ ਦਿਨੀ ਤੁਹਾਡੀ ਸਨਮੁਖ ਕੀਤਾ ਸੀਗਾ ਭਾਰਤ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਰਾਂ ਨੂੰ, ਅਤੇ ਅੱਜ ਯੂਨੀਅਨ ਮਿਨਿਸਟਰ ਆਫ ਸਟੇਟ ਕਮਰਸ ਐਂਡ ਇੰਡਸਟਰੀ ਸ਼੍ਰੀ ਸੋਮ ਪ੍ਰਕਾਸ਼ ਜੀ ਆਪਣੇ ਨਾਲ ਨੇ, ਜਿਹੜੇ ਕਿ ਪੰਜਾਬ ਤੋਂ ਮੰਤਰੀ ਨੇ। ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਤੁਹਾਡਾ ਸੋਮ ਪ੍ਰਕਾਸ਼। ਨਮਸਕਾਰ ਜੀ, ਵੈਲਕਮ। ਸੋਮ ਪ੍ਰਕਾਸ਼ ਜੀ, ਪਹਿਲੀ ਗੱਲ ਤਾਂ ਇਹ ਕਿ ਵੀ ਜਿਹੜਾ ਇਸ ਵਕਤ ਡੈਡਲੌਕ ਬਣ ਗਿਆ ਇਹ ਕੇਂਦਰ ਦੇ ਉਹਨਾਂ ਬਿੱਲਾਂ ਤੋਂ ਬਾਅਦ, ਇਹ ਇੰਨਾ ਲੰਮਾ ਸੋਚਿਆ ਨਹੀਂ ਸੀ ਕਿ ਵੀ ਚਲੇ ਜਾਏਗਾ, ਪਰ ਇਹ ਚਲਾ ਗਿਆ। ਤੁਸੀਂ ਇਹਨੂੰ ਇਸ ਵਕਤ ਕਿਵੇਂ ਦੇਖਦੇ ਹੋ ਕਿ ਵੀ ਇਹ ਕਿਹੜੇ ਪਾਸਿਓਂ ਜ਼ਿਆਦਾ ਗਰਾਰੀ ਫਸੀ? ਦੇਖੋ 3 ਬਿੱਲ ਜਿਹੜੇ ਪਹਿਲਾਂ ਆਰਡੀਨੈਂਸ ਇਸ਼ੂ ਹੋਇਆ ਸੀ ਜੀ ਜੀ, ਬਾਅਦ 'ਚ ਪਾਰਲੀਮੈਂਟ ਨੇ ਪਾਸ ਕਰ ਦਿੱਤਾ, ਕਾਨੂੰਨ ਬਣ ਗਏ, ਰਾਸ਼ਟਰਪਤੀ ਦੇ ਸਾਈਨ ਹੋ ਗਏ ਜੀ। ਮੰਤਵ ਇਹਦਾ ਸੀ ਕਿ ਕਿਸਾਨਾਂ ਦੀ ਕੋਈ ਸੇਵਾ ਸਰਕਾਰ ਕਰ ਸਕੇ, ਉਹਨਾਂ ਦੀ ਆਮਦਨ 'ਚ ਵਾਧਾ ਕਰ ਸਕੇ। ਜੀ ਜੀ, ਸਾਡੇ ਚੋਣ ਮੈਨੀਫੈਸਟੋ 'ਚ ਵੀ ਇਹ ਗੱਲ ਲਿਖੀ ਸੀ ਕਿ ਜੇ ਸਾਡੀ ਸਰਕਾਰ ਦੁਆਰਾ ਬਣੀ ਹੈ ਸੈਂਟਰ ਵਿੱਚ ਤਾਂ ਇਹ ਬਿੱਲ ਅਸੀਂ ਲਿਆਵਾਂਗੇ। 2019 ਦੇ ਚੋਣ ਮੈਨੀਫੈਸਟੋ ਸੀ ਜੀ, ਔਰ ਇਹੀ ਕਾਂਗਰਸ ਦਾ ਚੋਣ ਮੈਨੀਫੈਸਟੋ 'ਚ ਵੀ ਇਹ ਗੱਲ ਲਿਖੀ ਸੀ। 2019 ਦੇ 2017 'ਚ ਵੀ ਇਹ ਗੱਲ ਲਿਖੀ ਸੀ ਚੋਣ ਜਦੋਂ ਅਸੈਂਬਲੀ ਦੀਆਂ ਚੋਣਾਂ ਹੋਈਆਂ ਜੀ। ਸਾਨੂੰ ਤਾਂ ਇਹ ਲੱਗਦਾ ਸੀ ਕਿ ਕਿਉਂਕਿ ਕਾਂਗਰਸ ਵੀ ਇਹ ਚਾਹੁੰਦੀ ਹੈ, ਅਸੀਂ ਵੀ ਇਹ ਚਾਹੁੰਦੇ ਹਾਂ, ਔਰ ਇਹ ਇਸ ਕਰਕੇ ਬਿੱਲ ਪਾਸ ਕੀਤਾ ਤਾਂ ਕਿ ਕਿਸਾਨਾਂ ਦੀ ਆਮਦਨ ਦਾ ਵਾਧਾ ਹੋ ਸਕੇ, ਕਿਸਾਨਾਂ ਨੂੰ ਇੱਕ ਆਜ਼ਾਦੀ ਮਿਲ ਸਕੇ। ਹਰ ਵਿਅਕਤੀ ਨੂੰ ਆਜ਼ਾਦ ਹੈ, ਕਿਤੇ ਕੋਈ ਚੀਜ਼ ਪ੍ਰੋਡਿਊਸ ਕਰਦਾ ਹੈ ਜਿੱਥੇ ਮਰਜ਼ੀ ਜਾ ਕੇ ਵੇਚ ਸਕਦਾ ਹੈ ਜੀ। ਕਿਸਾਨ ਲਈ ਇਹ ਪਾਬੰਦੀ ਸੀ ਵੀ ਉਹ ਸਿਰਫ ਮੰਡੀ 'ਚ ਲਿਆ ਕੇ ਵੇਚ ਸਕਦਾ ਹੈ। ਮਤਲਬ ਇਹ ਸੀ ਕਿ ਕਿਸਾਨ ਦੀ ਜੇ ਮੰਡੀ 'ਚ ਨਹੀਂ ਵੇਚਣੀ, ਉਹ ਬਾਹਰ ਵੀ ਵੇਚ ਸਕੇ ਜੇ ਉਹਨੂੰ ਜ਼ਿਆਦਾ ਰੇਟ ਕਿਤੇ ਮਿਲਦਾ, ਜਾਂ ਉੱਥੇ ਮੰਡੀ 'ਚ ਲਿਆ ਕੇ ਤਾਂ ਵੇਚ ਹੀ ਸਕਦਾ ਹੈ। ਐਡੀਸ਼ਨਲ ਇੱਕ ਮੌਕਾ ਉਹਨੂੰ ਹੋਰ ਦਿੱਤਾ, ਆਪਸ਼ਨ ਦਿੱਤੀ ਵੀ ਜੇ ਤੂੰ ਬਾਹਰ ਜਾ ਕੇ ਵੇਚਣੀ ਜਾਂ ਬਾਹਰਲੀ ਸਟੇਟ 'ਚ ਜਾ ਕੇ ਵੇਚਣੀ, ਉੱਥੇ ਜਾ ਕੇ ਵੇਚ ਸਕੇ। ਇਹਦੇ ਨਾਲ ਜਿੱਥੇ ਉਹਨੂੰ ਵੱਧ ਕੀਮਤ ਮਿਲ ਸਕੇ। ਇੱਕ ਤਾਂ ਇਹ ਜੀ। ਦੂਸਰਾ ਸੀ ਕੰਟਰੈਕਟ ਫਾਰਮਿੰਗ ਦਾ ਜੀ। ਕੰਟਰੈਕਟ ਫਾਰਮਿੰਗ ਦੇ ਵਿੱਚ ਕਿਸੇ ਨਾਲ ਕੰਟਰੈਕਟ ਕਰ ਲਏ, ਜਿਵੇਂ ਉਹਨੂੰ ਬੀਜ ਵੀ ਦੇ ਸਕਦਾ, ਇੱਕ ਫਸਲ ਦਾ ਕੰਟਰੈਕਟ ਕਰ ਸਕਦਾ, 2 ਫਸਲਾਂ ਦਾ ਕੰਟਰੈਕਟ ਕਰਦਾ, ਵੱਧ ਤੋਂ ਵੱਧ 5 ਦਾ ਕੰਟਰੈਕਟ ਕਰ ਸਕਦਾ ਜੀ। ਔਰ ਉਹਦੇ ਵਿੱਚ ਉਹਦੇ ਨਾਲ ਕੰਟਰੈਕਟ ਲਿਖਤੀ ਤੌਰ 'ਤੇ ਹੋਏਗਾ
ਕਿਸਾਨ ਦੀ ਮਰਜ਼ੀ ਦੇ ਮੁਤਾਬਕ ਕੰਟਰੈਕਟ ਹੋਣਾ, ਇਟਸ ਆਪਸ਼ਨਲ, ਮਰਜ਼ੀ ਹੈ ਕਰੇ ਮਰਜ਼ੀ ਨਾ ਕਰੇ। ਜੀ ਇਹ ਵੀ ਇੱਕ ਦਿੱਤਾ ਸੀ ਕਿ ਕਿਸਾਨ ਜਿਹੜਾ ਕੋਈ ਇੰਪਲੀਮੈਂਟ ਨਹੀਂ ਲੈ ਸਕਦਾ, ਜਾਂ ਕੋਈ ਚੰਗੇ ਬੀਜ ਨਹੀਂ ਖਰੀਦ ਸਕਦਾ, ਜਾਂ ਉਹ ਖਾਦ ਚੰਗੀ ਨਹੀਂ ਪਾ ਸਕਦਾ, ਉਹ ਟੈਕਨੋਲੋਜੀ ਉਹਦੇ ਕੋਲ ਪ੍ਰੋਪਰ ਨਹੀਂ ਹੁੰਦੀ। ਜੇ ਕਿਸੇ ਨਾਲ ਕੰਟੈਕਟ ਫਾਰਮਿੰਗ ਕਰਕੇ ਉਹਦੀ ਹੈਲਪ ਕਰ ਸਕਦਾ, ਖੇਤੀ ਉਹਨੇ ਆਪ ਕਰਨੀ ਹੈ ਕਿਸਾਨ ਨੇ। ਜੀ ਜੀ, ਆਰਥਿਕ ਮਦਦ ਇੱਕ ਤਰ੍ਹਾਂ ਨਾਲ ਹੀ ਸੰਦਾਂ ਸੁੰਦਾਂ ਨੂੰ ਲੈ ਜਿਵੇਂ ਕਹਿੰਦੇ ਨੇ ਵੀ ਆੜਤੀਆਂ ਤੋਂ ਲੈ ਲੈਂਦੇ ਆ ਜੀ ਜੀ ਹਰ ਵੇਲੇ, ਇਹਦੇ ਵਿੱਚ ਉਹ ਉਹਨੂੰ ਦੇਗਾ, ਔਰ ਕੰਟਰੈਕਟ ਵਿੱਚ ਲਿਖਿਆ ਹੋਣਾ। ਇਹ ਲੀਗਲ ਸ਼ੇਪ ਦੇਣ ਦੀ ਕੋਸ਼ਿਸ਼ ਸੀ ਤਾਂ ਕਿ ਕਿਸਾਨ ਦਾ ਹੱਕ ਕੋਈ ਨਾ ਮਾਰੇ। ਜੀ ਇਸ ਕਰਕੇ ਇਹ ਬਿੱਲ ਲਿਆਂਦਾ ਸੀ। ਤੀਸਰਾ ਬਿੱਲ ਸੀ ਵੀ ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦਾ 1955 ਦਾ ਐਕਟ ਬਣਿਆ ਸੀ, ਜੀ ਉਹ ਉਸ ਵਕਤ ਬਣਿਆ ਸੀ ਜਦ ਦੇਸ਼ ਵਿੱਚ ਅਨਾਜ ਦੀ ਬਹੁਤ ਜ਼ਿਆਦਾ ਸ਼ਾਰਟੇਜ ਸੀ। ਉਦੋਂ ਤਾਂ ਬਾਹਰੋਂ ਅਨਾਜ ਆਉਂਦਾ ਸੀ, PL480 ਜਾਂ ਅਮਰੀਕਾ ਤੋਂ ਕਣਕ ਆਉਂਦੀ ਸੀ, ਔਰ ਲਾਲ ਰੰਗ ਦੀ ਕਣਕ ਹੁੰਦੀ ਸੀ, ਜੀ ਖਾਈ ਨਹੀਂ ਜਾਂਦੀ ਸੀ, ਪਰ ਛੋਟ ਸੀ। ਉਸ ਬਾਅਦ ਬਹੁਤਾ ਕੋਈ ਸਟੋਰ ਨਾ ਕਰ ਸਕੇ, ਜੀ 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 ਇਸ ਕਰਕੇ ਉਹ ਕਾਨੂੰਨ ਬਣਾਇਆ ਗਿਆ ਸੀ। ਹੁਣ ਤਾਂ ਇਹ ਹੈ ਵੀ ਸਟੋਰ ਕਰਨਾ ਕਿਵੇਂ ਆ, ਸਾਡੇ ਕੋਲ ਸਮੱਸਿਆ ਹੈ, ਬਹੁਤ ਸਾਰੀ ਕਣਕ ਬਾਹਰ ਖੇਤਾਂ 'ਚ ਲੱਗੀ ਹੈ, ਪੈਡੀ ਵੀ ਹੈ, 20-25% ਵੇਸਟੇਜ ਹੋ ਜਾਂਦੀ ਹੈ, ਸੜ ਜਾਂਦੀ ਹੈ ਹਰ ਸਾਲ। ਜੀ 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 ਇਸ ਕਰਕੇ ਉਹ ਜਿਹੜੀ ਕੋਈ ਵੀ ਪ੍ਰਾਈਵੇਟ ਬੰਦਾ ਜੇ ਖਰੀਦੇਗਾ ਉਹ ਵੀ ਸਟੋਰ ਕਰ ਸਕੇ, ਇਸ ਕਰਕੇ ਉਹਨੂੰ ਖੋਲ੍ਹਿਆ ਗਿਆ। ਔਰ ਉਹ 'ਚ ਇਹ ਵੀ ਲਿਖਿਆ ਗਿਆ ਜੇ ਕਿਤੇ ਸ਼ਾਰਟੇਜ ਹੋਈ ਤਾਂ ਦੁਬਾਰਾ ਇਹਨੂੰ ਬੁੱਕ ਹੋ ਸਕਦਾ ਹੈ। ਬਿਲਕੁਲ ਸਹੀ। ਮੌਕੇ ਦਾ ਮੋਟੇ ਤੌਰ 'ਤੇ ਇਹ ਕਿਸਾਨਾਂ ਦੇ ਹਿੱਤ ਦੀ ਗੱਲ ਸੀ। ਉਹਨਾਂ ਨੂੰ ਐਡੀਸ਼ਨਲ ਚਾਂਸ ਦਿੱਤਾ, ਆਲਟਰਨੇਟਿਵ ਦਿੱਤਾ ਕਿ ਤੁਸੀਂ ਚਾਹੇ ਮੰਡੀ 'ਚ ਵੇਚੋ ਜਾਂ ਦੂਜੇ ਪਾਸੇ ਵੇਚੋ। ਪਰ ਇਹਦੇ 'ਚ ਜਿਹੜਾ ਸਭ ਤੋਂ ਵੱਡਾ ਇਸ ਵਕਤ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਕਿਸਾਨ ਜਥੇਬੰਦੀਆਂ ਵੱਲੋਂ ਇਹ ਹੈ ਕਿ ਵੀ ਜਦੋਂ ਆਪਾਂ ਬਾਹਰਲੇ ਵਪਾਰੀ ਨੂੰ ਇੱਕ ਖੁੱਲ੍ਹੀ ਛੋਟ ਦੇ ਦਿਆਂਗੇ ਕਿ ਵੀ ਤੂੰ ਮੰਡੀ 'ਚ ਆ ਜਾ ਜਾਂ ਮੰਡੀ ਤੋਂ ਬਾਹਰ ਆ ਜਾ, ਤੇ ਮੰਡੀ 'ਚ ਉਹਨੂੰ ਟੈਕਸ ਦੇਣਾ ਪੈਣਾ, ਬਾਹਰ ਉਹਦਾ ਟੈਕਸ ਬਚ ਜਾਣਾ, ਅਤੇ ਇਸ ਕਰਕੇ ਉਹ ਹੋ ਸਕਦਾ ਵੀ ਥੋੜ੍ਹਾ ਚਿਰ ਤਾਂ ਮੰਡੀ ਤੋਂ ਜ਼ਿਆਦਾ ਪੈਸੇ ਦੇ ਕੇ ਤੇ ਇਹ ਸਾਰੇ ਕੁਛ ਨੂੰ ਖਰੀਦ ਲਵੇ। ਤੇ ਜਦੋਂ ਹੌਲੀ ਹੌਲੀ ਮੰਡੀ 'ਚ ਆਉਣੋਂ ਫਸਲ ਘਟ ਗਈ ਤੇ ਫਿਰ ਉਹ ਮੰਡੀਆਂ ਜਦੋਂ ਖਤਮ ਹੋ ਗਈਆਂ, ਫਿਰ ਉਹ ਆਪਣੀ ਮੋਨੋਪਲੀ ਬਣਾਉਣ ਤੋਂ ਬਾਅਦ ਆਪਣਾ ਲੱਗਾ ਦਾ ਲਾਇਆ ਕਰੂਗਾ, ਤੇ ਫਿਰ ਜਿਹੜੇ ਰੇਟ ਨੇ ਉਹ ਖਤਮ ਹੋ ਜਾਣਗੇ ਤੇ ਸਰਕਾਰ ਬਾਹਰ ਹੋ ਜਾਏਗੀ। ਦੇਖੋ ਇਹ ਸੋਚ ਬਿਲਕੁਲ ਨਿਰਮੂਲ ਹੈ, ਇਹਦਾ ਕੋਈ ਬੇਸ ਨਹੀਂ ਹੈ। ਆਪਾਂ ਅੰਦਾਜ਼ਾ ਲਾ ਲਿਆ ਵੀ 3 ਸਾਲਾਂ ਬਾਅਦ, 4 ਸਾਲਾਂ ਬਾਅਦ, 5 ਸਾਲਾਂ ਬਾਅਦ ਇਹ ਹੋ ਜਾਣਾ, ਤਾਂ ਜੀ ਇਹੀ ਕਹਿ ਰਹੇ ਨਾ। ਜੀ ਜੀ ਲੇਕਿਨ ਕਣਕ ਅਸੀਂ ਪੰਜਾਬ 'ਚ ਪ੍ਰੋਕਿਓਰ ਕਰਦੇ ਹਾਂ, 95% ਹੁੰਦੀ ਹੈ। ਇੱਥੇ ਪੈਡੀ ਵੀ 90-95% ਪ੍ਰੋਕਿਓਰ ਹੁੰਦੀ ਹੈ। ਜੀ ਜੀ ਹਾਂ 160 ਲੱਖ ਟਨ ਪ੍ਰੋਕਿਓਰਮੈਂਟ ਹੋ ਚੁੱਕੀ ਹੈ। ਜੀ ਬਿਲਕੁਲ 100% ਪ੍ਰੋਕਿਓਰਮੈਂਟ ਸਰਕਾਰ ਕਰ ਰਹੀ ਹੈ। ਔਰ ਅਗਲੀ ਫਸਲ ਦਾ ਆਪਾਂ ਰੇਟ ਫਿਕਸ ਕਰਤਾ ਕਣਕ ਦਾ, ਜਿਹੜੀ ਆਉਣ ਵਾਲੀ ਦਾ। ਜੀ ਇਹਦਾ ਮਤਲਬ ਵਾਰ-ਵਾਰ ਸਰਕਾਰ ਨੇ ਕਿਹਾ ਔਨ ਦੀ ਫਲੋਰ ਆਫ ਦੀ ਪਾਰਲੀਮੈਂਟ, ਪ੍ਰਧਾਨ ਮੰਤਰੀ ਨੇ ਵਾਰ-ਵਾਰ ਕਿਹਾ ਕਿ ਇਹ ਜਾਰੀ ਰਹੇਗਾ। ਇਹ ਅਸੀਂ ਸੋਚ ਲੈਣਾ ਵੀ ਉਹ ਤੋਂ ਬਾਅਦ ਬੰਦ ਹੋ ਜਾਏਗਾ। ਜਿਹੜੀ ਕਣਕ ਅਸੀਂ ਖਰੀਦਦੇ ਹਾਂ 1900 ਰੁਪਏ ਦੇ ਹਿਸਾਬ ਨਾਲ, ਜੀ PDS 'ਚ ਆਪਾਂ 2 ਰੁਪਏ ਕਿਲੋ 'ਚ ਵੇਚਦੇ ਉਹਨੂੰ। ਜੀ ਬਤਾਓ ਤਾਂ ਹੈ ਵੀ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। PDS ਲਈ ਤਾਂ ਬਹੁਤ ਵੱਡੀ ਕਣਕ ਦੀ ਜ਼ਰੂਰਤ ਹੈ। ਪੰਜਾਬ 'ਚ 1 ਕਰੋੜ 42 ਲੱਖ ਲੋਕਾਂ ਨੂੰ ਅਸੀਂ ਦਿੰਦੇ ਹਾਂ 2 ਰੁਪਏ ਕਿਲੋ ਦੇ ਹਿਸਾਬ ਨਾਲ। ਜੀ 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 ਪੰਜਾਬ ਸਾਰਿਆਂ ਤੋਂ ਚੰਗਾ ਸੂਬਾ ਹੈ, ਜਿਹੜਾ ਕਹਿੰਦੇ ਬਹੁਤ ਰਿਚ ਹੈ, ਇਹਦੀ ਗੱਲ ਕਰਦੇ ਆ। 1 ਕਰੋੜ 42 ਲੱਖ ਲੋਕਾਂ ਨੂੰ 3 ਕਰੋੜ ਦੀ ਆਬਾਦੀ ਹੈ ਪੰਜਾਬ ਦੀ, ਪੌਣੇ 3 ਕਰੋੜ ਦੀ, ਲਗਭਗ ਅੱਧੇ ਨੂੰ, ਅੱਧ ਤੋਂ ਵੀ ਜ਼ਿਆਦਾ ਹੈ। ਜੀ ਜੀ ਉਹਨਾਂ ਨੂੰ ਅਸੀਂ ਇਹ ਫ੍ਰੀ ਦਿੰਦੇ 2 ਕਰੋੜ। ਕਿਹੜਾ ਬੰਦਾ ਕਣਕ ਦੀ ਇੱਥੇ ਆ ਕੇ ਖਰੀਦ ਕਰੇਗਾ ਪ੍ਰਾਈਵੇਟ? ਇਹਨੂੰ ਵਾਰਾ ਹੀ ਨਹੀਂ ਖਾ ਸਕਦੀ ਹੈ। ਇਸ ਕਰਕੇ ਇਹ ਜਿਹੜਾ ਸਿਸਟਮ ਹੈ ਬਿਲਕੁਲ ਇਲ ਫਾਊਂਡਡ ਹੈ। ਇਹ ਸੋਚ ਵੀਟ ਵੀ ਇਹ ਤੇ ਖਤਮ ਹੋ ਜਾਏਗੀ, ਪਰਚੇਜ ਕਿੱਦਾਂ ਹੋਏਗੀ? ਇਹ ਸਰਕਾਰ ਹੀ ਖਰੀਦ ਸਕਦੀ ਹੈ PDS ਦੀ ਕਣਕ। ਜੀ ਜੀ ਇੱਦਾਂ ਹੀ ਜਿਹੜੇ ਚਾਵਲ ਹੈ ਉਹ ਖਰੀਦ ਸਕਦੀ ਹੈ। ਇਹ ਤਾਂ ਇੱਕ ਮੌਕਾ ਦਿੱਤਾ, ਜੇ ਕੋਈ ਬਾਹਰੋਂ ਆ ਕੇ ਖਰੀਦਦਾ ਹੈ ਉਹਨੂੰ ਇਹ ਛੋੜ ਦਿੱਤੀ ਹੈ, ਤੂੰ ਬਾਹਰੋਂ ਆਪਣੇ ਜਦੋਂ ਵੱਧ ਭਾਅ ਮਿਲਦਾ ਹੈ ਉਹਨੂੰ ਟੈਕਸ ਨਹੀਂ ਦੇਣਾ ਪਏਗਾ। 6-7-8% ਸਭ ਤੋਂ ਜ਼ਿਆਦਾ ਟੈਕਸ ਪੰਜਾਬ ਵਿੱਚ ਹੈ। ਜੀ ਜੀ ਸਾਰੇ ਸਟੇਟ ਤੋਂ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਟੈਕਸ ਹੈ। ਜੇ ਉਸ ਟੈਕਸ ਦਾ ਜਿਹੜਾ ਫਰਕ ਹੈ ਉਹ ਕਿਸਾਨ ਨੂੰ ਮਿਲ ਸਕਦਾ ਹੈ, ਜਾਂ 8% 2% ਉਹ ਆਪ ਰੱਖੇਗਾ, 6% ਕਿਸਾਨ ਨੂੰ ਲਾਭ ਦੇ ਸਕਦਾ ਹੈ। ਮੰਤਵ ਹੈ ਕਿਸਾਨ ਨੂੰ ਲਾਭ ਹੋਵੇ। ਇਹਦੇ 'ਚ ਸੋਮ ਪ੍ਰਕਾਸ਼ ਜੀ ਇੱਕ ਚੀਜ਼ ਜਿਹੜੀ ਕਿ ਕਹੀ ਜਾਂਦੀ, ਜਿਹੜਾ ਕਿ ਇੱਕ ਲੌਜਿਕ ਆਪਣੇ ਵੱਲੋਂ ਦਿੱਤਾ ਜਾਂਦਾ ਕਿਸਾਨਾਂ ਵੱਲੋਂ, ਕਿ ਵੀ ਜੇ ਇੰਨੀ ਛੋਟ ਹੈ ਕਿਸੇ ਚੀਜ਼ ਦੀ, ਤਾਂ MSP ਜਿਹੜੀ ਹੈ ਉਹਨੂੰ ਗਰੰਟਡ ਕਿਉਂ ਨਹੀਂ ਕਰ ਦਿੱਤਾ ਗਿਆ ਸੀ ਬਿੱਲ ਦੇ ਵਿੱਚ? ਉਹਦੇ 'ਚ ਕੀ ਪ੍ਰੋਬਲਮ ਆਈ? ਦੇਖੋ ਇਹ ਬਿੱਲ ਸਪੋਰਟ ਪ੍ਰਾਈਸ ਬਾਰੇ ਬਿੱਲ ਹੀ ਨਹੀਂ ਹੈ। ਇਹ ਤਾਂ ਫੈਸਿਲਿਟੀ ਦਿੱਤੀ ਕਿਸਾਨਾਂ ਨੂੰ। ਸਪੋਰਟ ਪ੍ਰਾਈਸ ਕਦੋਂ ਦੀ ਚੱਲਦੀ ਆ? ਜਦ ਤੋਂ ਗ੍ਰੀਨ ਰੈਵੋਲੂਸ਼ਨ ਆਈ ਹੈ 70s 'ਚ, ਜੀ ਉਹ ਤੋਂ ਸਪੋਰਟ ਪ੍ਰਾਈਸ ਚੱਲ ਰਹੀ ਹੈ। ਜੀ ਜੀ ਹੋਰ ਕਿਸ ਸਰਕਾਰ ਦੇ ਆਰਡਰਾਂ ਨਾਲ ਚੱਲਦੀ ਹੈ, ਜੀ ਕੋਈ ਕਿਸੇ ਕਾਨੂੰਨ ਥੱਲੇ ਤਾਂ ਨਹੀਂ ਹੈ। ਜੀ ਔਰ ਇਹ ਕਾਨੂੰਨ ਪ੍ਰਾਈਸ ਬਾਰੇ ਕੋਈ ਕਾਨੂੰਨ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ ਹੈ। ਇਹ 'ਚ ਬਣਨ ਦਾ ਕੋਈ ਮਤਲਬ ਹੀ ਨਹੀਂ ਬਣਦਾ ਹੈ। ਜਦੋਂ ਸਰਕਾਰ ਦੀ ਲੋੜ ਹੈ ਇਹ ਕਿਸਾਨ ਦੀ ਮਦਦ ਕਰਨੀ ਔਰ ਪ੍ਰੋਕਿਓਰ ਕਰਨਾ। ਜੀ ਸਰਕਾਰ ਦੇ ਹੁਕਮਾਂ ਨਾਲ ਹਰ ਵਾਰੀ ਪ੍ਰੋਕਿਓਰ ਹੁੰਦੀ ਹੈ। ਔਰ ਬਾਰ-ਬਾਰ ਸਰਕਾਰ ਜੇ ਕਹਿੰਦੀ ਔਨ ਦੀ ਫਲੋਰ ਆਫ ਦੀ ਪਾਰਲੀਮੈਂਟ
ਔਰ ਪ੍ਰਧਾਨ ਮੰਤਰੀ ਕਹਿੰਦਾ ਹੈ ਵੀ ਅਸੀਂ ਸਾਡੀ ਪ੍ਰੋਕਿਊਰਮੈਂਟ ਜਾਰੀ ਰਹੇਗੀ, ਇਹਨੂੰ ਕਿਸਾਨ ਦੇ ਉਲਟ ਜਾਣਾ ਕੋਈ ਅਫੋਰਡ ਹੀ ਨਹੀਂ ਕਰ ਸਕਦਾ। ਇਸ ਕਰਕੇ ਜੇ ਪਹਿਲਾਂ ਨਹੀਂ ਕਾਨੂੰਨ ਦੇ ਵਿੱਚ ਤਾਂ ਹੁਣ ਕਾਨੂੰਨ 'ਚ ਪਾਉਣ ਦੀ ਕਿਆ ਲੋੜ ਹੈ? ਇਹ ਤਾਂ ਬਹਾਨਾ ਹੈ ਇਹਨੂੰ ਕਹਿਣ ਦਾ ਕਿ ਕੋਈ ਵੀ ਸਰਕਾਰ ਇਹ ਅਫੋਰਡ ਹੀ ਨਹੀਂ ਕਰ ਸਕਦੀ। ਹੁਣ PDS ਲਈ ਵੀ ਕਣਕ ਲੈਣੀ ਆ ਜੀ, ਉਹ ਔਰ 2 ਰੁਪਏ ਕਿਲੋ ਵੇਚਣੀ ਵੀ ਆ, ਕਿਉਂਕਿ ਕਾਨੂੰਨ ਬਣਿਆ ਹੈ। ਜੀ ਜੀ ਜੀ। ਇਸ ਕਰਕੇ ਇਹ ਇੱਕ ਬਹਾਨੇ ਨਾਲ ਗੱਲ ਕੋ ਕਹਿ ਸਕੇ ਇਹ ਬੰਦ ਹੋ ਜਾਣੀ ਬਾਅਦ ਵਿੱਚ, ਇਹ ਤਾਂ ਲੋੜ ਹੈ ਸਰਕਾਰ ਦੀ। ਪਰ ਇਹਦੇ 'ਚ ਇੱਕ ਛੋਟੀ ਜਿਹੀ ਗੱਲ ਮੈਂ ਹੋਰ ਪੁੱਛਣੀ ਸੀ, ਜਿਹੜੀ ਕਿਸਾਨਾਂ ਵੱਲੋਂ ਇੱਕ ਦੂਸਰੀ ਗੱਲ, ਇੱਕ ਰਸਤਾ ਕਿਸਾਨਾਂ ਨੇ ਵੀ ਕਿਹਾ, ਕੁਝ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਉਹਨਾਂ ਨੇ ਇਹ ਗੱਲ ਪਾਰਲੀਮੈਂਟ 'ਚ ਵੀ ਕਹੀ, ਈਵਨ ਰਾਜ ਸਭਾ ਦੇ ਵਿੱਚ ਵੀ ਇਹ ਸੁਜੈਸ਼ਨ ਦਿੱਤਾ ਗਿਆ ਸੀ ਕਿ ਜਦੋਂ ਆਪਾਂ APMC ਐਕਟ ਦੀ ਗੱਲ ਕਰਦੇ ਹਾਂ ਤੇ APMC ਮੰਡੀਆਂ ਦੇ ਹਿਸਾਬ ਨਾਲ ਇਹ ਸਾਰੇ ਕੁਛ ਨੂੰ ਚੈੱਕ ਕਰਨ ਦੇ ਲਈ 2006 ਦੇ ਵਿੱਚ ਬਿਹਾਰ ਦੇ ਵਿੱਚ ਇਸ ਚੀਜ਼ ਨੂੰ ਖਤਮ ਕਰ ਦਿੱਤਾ ਗਿਆ। ਹੁਣ APMC ਮੰਡੀਆਂ ਉੱਥੇ ਨਹੀਂ ਹੈਗੀਆਂ ਅਤੇ ਉੱਥੇ ਖੁੱਲ੍ਹੀ ਖਰੀਦ ਚੱਲਦੀ ਹੈ। ਜੇ ਖੁੱਲ੍ਹੀ ਮੰਡੀ ਬਿਹਾਰ ਦੇ ਵਿੱਚ 14 ਸਾਲ ਪਹਿਲਾਂ ਬਣਾਉਣ ਦੇ ਨਾਲ ਫਰਕ ਨਹੀਂ ਪਿਆ ਤੇ ਫਿਰ ਉਹਨੂੰ ਪੂਰੇ ਦੇਸ਼ ਦੇ ਵਿੱਚ ਉਸ ਚੀਜ਼ ਨੂੰ ਆਪਾਂ ਨੂੰ ਕਿਉਂ ਇੰਪਲੀਮੈਂਟ ਕਰਨ ਦੀ ਲੋੜ ਪਈ? ਦੇਖੋ, ਅਸੀਂ ਪੰਜਾਬ ਵਿੱਚ ਇਹ ਐਕਟ ਨੂੰ APMC ਐਕਟ ਨੂੰ ਬੰਦ ਕਰਕੇ ਖਤਮ ਨਹੀਂ ਕਰ ਰਹੇ। ਨਹੀਂ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਨੂੰ ਇਸ ਵੀ ਉਹ ਲੌਜਿਕ ਕੀ ਜਾਪਿਆ ਵੀ ਇੱਕ ਸਟੇਟ 'ਚ ਉਹ ਚੀਜ਼ ਨਹੀਂ ਚੱਲੀ ਤੇ ਫਿਰ ਉਹਨੂੰ ਆਪਾਂ ਸਾਰੇ ਮੁਲਕ 'ਚ ਕਿਉਂ ਲਿਆ ਰਹੇ ਹਾਂ ਜੀ? ਦੇਖੋ, ਲੌਜਿਕ ਦੀ ਗੱਲ ਇਹ ਹੈ, ਜਦ ਐਕਟ ਸਾਡਾ ਉਹਦੇ ਵਿੱਚ ਮੰਡੀ ਵਾਲਾ ਐਕਟ ਵਿੱਚ ਰਹੇਗਾ, ਆੜ੍ਹਤੀਆ ਵੀ ਉੱਤੇ ਰਹੇਗਾ ਔਰ ਮੰਡੀ ਵੀ ਉੱਦਾਂ ਉਸੇ ਤਰ੍ਹਾਂ ਚੱਲੇਗੀ। ਔਰ ਬਾਹਰ ਇੱਕ ਆਲਟਰਨੇਟਿਵ ਤੁਹਾਨੂੰ ਦਿੱਤਾ ਹੈ, ਤੁਸੀਂ ਉੱਤੇ ਵੇਚੋ ਜਾਂ ਨਾ ਵੇਚੋ, ਤੁਹਾਡੀ ਮਰਜ਼ੀ ਹੈ। ਜੇ ਤੁਹਾਡਾ ਠੀਕ ਲੱਗਦਾ ਤਾਂ ਹੀ ਵੇਚੋਗੇ, ਕੋਈ 4 ਪੈਸੇ ਵੱਧ ਮਿਲਦੇ ਤਾਂ ਹੀ ਉੱਥੇ ਵੇਚੇਗਾ, ਨਹੀਂ ਤਾਂ ਸਰਕਾਰ ਕਿੱਧਰ ਨੂੰ ਬੈਠੀ ਹੈ, ਸਰਕਾਰ ਨੇ ਤਾਂ ਪ੍ਰੋਕਿਊਰ ਕਰਨੀ ਹੈ। ਇਸ ਕਰਕੇ ਦੇਖੋ, 2019 ਦੀ ਗੱਲ ਕਰਦੇ ਆਪਾਂ ਜੀ, ਇਹ ਕਾਂਗਰਸ ਨੇ ਆਪਣੀ ਮੈਨੀਫੈਸਟੋ 'ਚ ਗੱਲ ਪਾਈ। ਦੇਸ਼ ਦਾ ਅਰਥ ਸ਼ਾਸਤਰੀ ਸਰ ਮਨਮੋਹਨ ਸਿੰਘ ਤਾਂ ਬਹੁਤ ਵੱਡੇ ਅਰਥ ਸ਼ਾਸਤਰੀ ਨੇ, ਦੇਸ਼ ਦੇ ਪ੍ਰਧਾਨ ਮੰਤਰੀ 10 ਸਾਲ ਰਹੇ ਨੇ। ਉਹਨਾਂ ਪਾਰਲੀਮੈਂਟ 'ਚ ਇਸੇ ਬਿੱਲ 'ਤੇ ਬੋਲਦਿਆਂ ਕਿਹਾ ਹੋਇਆ ਵੀ ਇਹ ਕਿਸਾਨਾਂ ਲਈ ਬਹੁਤ ਫਾਇਦੇਮੰਦ ਬਿੱਲ ਹੈ ਜੀ, ਇਹਦੇ ਨਾਲ ਕਿਸਾਨਾਂ ਦੀ ਕਿਸਮਤ ਬਦਲੇਗੀ, ਕਿਸਾਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ, ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਔਰ ਬਿੱਲ ਲਿਆਉਣੇ ਚਾਹੀਦੇ ਨੇ। ਉਹਨਾਂ ਦੇ ਮੈਨੀਫੈਸਟੋ 'ਚ ਵੀ ਲਿਖਿਆ ਹੋਇਆ 2019 ਦੇ ਮੈਨੀਫੈਸਟੋ 'ਚ। ਜੀ ਜੀ ਜੀ। ਔਰ ਪਾਰਲੀਮੈਂਟ 'ਚ ਬੋਲਦਿਆਂ ਪ੍ਰਧਾਨ ਮੰਤਰੀ ਉਸ ਵੇਲੇ ਦੇ ਨੇ ਸਰ ਮਨਮੋਹਨ ਸਿੰਘ ਸਾਹਿਬ ਨੇ ਕਿਹਾ, ਇੱਕ ਕਪਲ ਸਿੱਬਲ ਵੀ ਉੱਤੇ ਬੋਲੇ, ਦੇਖਿਆ ਹੋਣਾ TV ਬੋਲਿਆ ਕਿਹਾ। ਪਰ ਉਦੋਂ ਵੈਸੇ ਇੱਕ ਗੱਲ ਹੋਰ ਦੱਸ ਦਿਆਂ ਸੋਮ ਪ੍ਰਕਾਸ਼ ਜੀ, ਉਦੋਂ ਚਲੋ ਹੁਣ ਤਾਂ ਉਹ ਦੁਨੀਆ ਤੇ ਨਹੀਂ ਰਹੇ, ਪਰ ਉਦੋਂ ਸੁਸ਼ਮਾ ਸਵਰਾਜ ਹੋਰਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਸੀ। ਹੁਣ BJP ਉਸ ਚੀਜ਼ ਨੂੰ ਲੈ ਆਈ ਤੇ ਹੁਣ ਕਾਂਗਰਸੀ ਵਿਰੋਧ ਕਰੀ ਜਾਂਦੇ। ਇਹ ਸਾਡਾ ਮੈਨੀਫੈਸਟੋ ਹੈ ਇਸ ਵਾਰ ਦਾ ਜੀ, ਇਸ ਵਾਰ ਦਾ ਸਾਡੇ ਮੈਨੀਫੈਸਟੋ 'ਚ ਹੈ ਗੱਲ। ਅਸੀਂ ਕੋਈ ਐ ਨਹੀਂ ਆਲ ਆਫ ਸਡਨ ਨਹੀਂ ਲਿਆਏ ਸਾਡਾ। ਜੇ ਅਸੀਂ ਇਹ ਕੋਈ ਮੈਨੀਫੈਸਟੋ 'ਚ ਗੱਲ ਕਹੀ ਹੈ, ਉਹਦੀ ਪੂਰਤੀ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੀ। ਕਾਂਗਰਸ ਦੀ ਚੋਣ ਮੈਨੀਫੈਸਟੋ ਹਰ ਵਾਰ ਲਿਖਦੇ ਰਹੇ ਆ, ਉਹ ਪੂਰਾ ਕਰ ਨਹੀਂ ਸਕੇ ਜੀ। ਜੇ ਲੋਕਾਂ ਨਾਲ ਵੈਸੇ ਇੱਕ ਉਂਝ ਵੀ ਗੱਲ ਸੋਚੀਏ, ਕੋਈ ਵੀ ਪਾਰਟੀ ਮੈਨੀਫੈਸਟੋ ਤਾਂ ਉਹ ਗੱਲ ਲੱਗੂਗੀ ਜਿਹੜੀ ਲੋਕਾਂ ਦੇ ਫਾਇਦੇ 'ਚ ਹੋਏਗੀ। ਬਿਲਕੁਲ ਸਹੀ। ਮੈਨੀਫੈਸਟੋ ਦੇ ਉਲਟ ਗੱਲ ਤਾਂ ਲੋਕਾਂ ਦੀ ਉਲਟ ਤਾਂ ਗੱਲ ਨਹੀਂ ਲਿਖਦੀ ਬਈ ਤੁਹਾਨੂੰ ਸਜ਼ਾ ਦੇਵਾਂਗੇ ਜਾਂ ਤੁਹਾਡਾ ਨੁਕਸਾਨ ਕਰਾਂਗੇ, ਐਸੀ ਗੱਲ ਤਾਂ ਕੋਈ ਕਰ ਨਹੀਂ ਸਕਦਾ। ਜਿਹੜੇ ਦੁਨੀਆ ਦੇ ਅਰਥ ਸ਼ਾਸਤਰੀ ਕਹਿੰਦੇ ਨੇ ਜੀ, ਸਰਦਾਰ ਜੌਹਲ ਸਾਹਿਬ ਵਰਗੇ, ਸਰਦਾਰ ਸਿੰਘ ਜੌਹਲ ਵਰਗੇ ਅਰਥ ਸ਼ਾਸਤਰੀ ਜਿਹੜੇ ਪੰਜਾਬ 'ਤੇ ਵਿਸ਼ਵਾਸ ਕਰਦਾ, ਉਹਨਾਂ ਦੀ ਗੱਲ ਨੂੰ ਮੰਨਦਾ ਹੈ, ਉਹ ਬਾਰ-ਬਾਰ TV 'ਤੇ ਵੀ ਕਹਿ ਰਹੇ ਨੇ ਵੀ ਕਿਸਾਨਾਂ ਦਾ ਭਲਾ ਇਸ ਗੱਲ ਨਾਲ ਹੋਣਾ ਹੈ। ਪਰ ਇਹ ਤੇ ਐਵੇਂ ਭੁਲੇਖਾ 5 ਸਾਲਾਂ ਬਾਅਦ ਆਹੀ ਹੋ ਜਾਣਾ, ਤੇ 5 ਸਾਲ ਆਣ ਕੇ ਦੇਖ ਲਿਓ, ਫਿਰ ਐਜੂਕੇਸ਼ਨ ਕਰ ਲਓ। ਬਿਲਕੁਲ ਸਹੀ। ਮਤਲਬ ਇੱਕ ਤਰ੍ਹਾਂ ਤੁਹਾਡੀ ਮੰਨ ਕੇ ਦੇਖ ਲੈਣ ਕਿਸਾਨ, ਕਹਿਣ ਤੋਂ ਭਾਵ ਇਹ ਹੈ ਜੇ ਕੋਈ ਫਰਕ ਪਏਗਾ ਤਾਂ ਆਪਾਂ ਫਿਰ ਗੱਲ ਕਰ ਲਵਾਂਗੇ। ਫਿਰ ਜੇ ਕਿਸਾਨਾਂ ਦਾ ਕੋਈ ਨੁਕਸਾਨ ਹੋਏਗਾ, ਕੌਣ ਨੁਕਸਾਨ ਇਹਨੂੰ ਚੱਲੇਗਾ? ਅਸੀਂ ਵੀ ਕਿਸਾਨਾਂ ਦੇ ਨਾਲ ਹੋਵਾਂਗੇ, ਫਿਰ ਤਾਂ ਕਹਾਂਗੇ ਵੀ ਬਹੁਤ ਮਾੜੀ ਗੱਲ ਹੈ, ਅਸੀਂ ਤਾਂ ਕਿਸਾਨਾਂ ਦੇ ਨਾਲ ਬੈਠਾਂਗੇ ਐਜੂਕੇਸ਼ਨ ਕਰਨ ਲਈ। ਬਿਲਕੁਲ ਸਹੀ। ਗੱਲ ਤਾਂ ਇਹ ਹੈ ਵੀ ਆਪਾਂ ਸਪੋਜ਼ ਕਰ ਲਿਆ ਵੀ ਸਾਡਾ ਆਹ ਹੋ ਜਾਣਾ, ਇਹ ਹੋ ਜਾਣਾ, ਨੁਕਸਾਨ ਹੋ ਜਾਣਾ, ਇਹ ਇਲ ਫਾਊਂਡਡ ਹੈ। ਅਨਫੋਰਚੂਨੇਟ ਪਾਰਟ ਇਹ ਹੋਇਆ ਹੈ ਵੀ ਇਹਨੂੰ ਕਾਂਗਰਸ ਪਾਰਟੀ ਨੇ ਸਪੋਰਟ ਕਰ ਦਿੱਤੀ, ਜਿਹਦਾ ਚੋਣ ਮੈਨੀਫੈਸਟੋ ਹੈ। ਦੇਖੋ, ਇਹ ਨੈਤਿਕਤਾ ਦਾ ਨਿਗਾਰ ਹੈ। ਇਹ ਸਿਆਸੀ ਪਾਰਟੀਆਂ ਦੇ ਲੋਕੀ ਵਿਸ਼ਵਾਸ ਇਸ ਕਰਕੇ ਨਹੀਂ ਬਣਦੇ ਲੀਡਰਾਂ ਦੇ, ਲਿਖਦੇ ਕੁਛ ਹੈ, ਕਰਦੇ ਕੁਛ ਹੈ, ਕਹਿੰਦੇ ਕੁਛ ਹੈ, ਪਰ ਚੋਣ ਮੈਨੀਫੈਸਟੋ ਲਿਖਿਆ ਹੈ ਉੱਦਾਂ ਕਦੇ ਵਿਰੋਧ ਕਰਦੇ ਆ। ਪਾਰਲੀਮੈਂਟ 'ਚ ਸਰਦਾਰ ਮਨਮੋਹਨ ਸਿੰਘ ਨੇ ਬੋਲਿਆ ਹੋਇਆ, ਉਹਦੇ ਉਲਟ ਕਹੀ ਜਾਂਦੇ, ਤੇ ਇਹਨੂੰ ਕਾਲਾ ਕਾਨੂੰਨ ਕਹੀ ਜਾਂਦੇ ਆ। ਤੁਹਾਡਾ ਚੋਣ ਮੈਨੀਫੈਸਟੋ ਕਾਲਾ ਕਾਨੂੰਨ ਹੈ। ਚਲੋ, ਇਹ ਤੁਹਾਡੇ ਭਾਈਵਾਲ ਵੀ ਸੀਗੇ, ਉਹ ਵਾਹਵਾ ਚਿਰ ਤੁਹਾਡੇ ਨਾਲ ਰਹੇ। ਜਿੱਦਣ ਇਹ ਉੱਥੇ ਬਿੱਲ ਕਾਨੂੰਨ ਬਣਾਉਣ ਦੇ ਲਈ ਪੇਸ਼ ਹੋਇਆ, ਉਸ ਦਿਨ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ। ਫਿਰ ਉਹਨਾਂ ਨੂੰ ਕਿਉਂ ਨਹੀਂ ਸਮਝਾ ਪਾਏ ਤੁਸੀਂ? ਦੇਖੋ, ਉਹਨਾਂ ਦੀ ਸਾਨੂੰ ਅਫਸੋਸ ਹੈ ਵੀ ਉਹ ਸਾਨੂੰ ਛੱਡ ਕੇ ਗਏ ਨੇ, ਬਹੁਤ ਪੁਰਾਣੇ ਸਾਥੀ। ਔਰ ਉਹਨਾਂ ਨੇ ਵਾਰ-ਵਾਰ ਜੀ TV 'ਤੇ ਰਾਹੀਂ ਵੀ ਵੱਖ-ਵੱਖ ਫੋਰਮ ਦੇ ਉੱਤੇ ਇਹ ਕਿਹਾ ਵੀ ਬਹੁਤ ਵਧੀਆ ਬਿੱਲ ਹੈ ਜੀ। ਬਹੁਤ ਵਾਰ ਗਿਆ। ਈਵਨ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਿਹੜੇ ਬਹੁਤ ਵੱਡਾ ਕੱਦ ਉਹਨਾਂ ਦਾ, ਜਿਹੜੇ ਆਪਾਂ ਦੇਵੀ ਲਾਲ ਜੀ ਨਾਲ ਉਹਨਾਂ ਦੀ ਤੁਲਨਾ ਕਰਦੇ ਹਾਂ, ਚੌਧਰੀ ਚਰਨ ਸਿੰਘ ਨਾਲ ਤੁਲਨਾ ਕਰਦੇ, ਕਿਸਾਨਾਂ ਦੇ 2-3 ਮਸੀਹਾ ਪਾਰ ਦੇ ਇੰਡੀਪੈਂਡੈਂਸ ਤੋਂ ਬਾਅਦ ਹੋਏ ਨੇ,
ਉਹਨਾਂ ਨੇ ਵੀ ਟੀਵੀ ਤੇ ਕਿਹਾ ਵੀ ਕਿਸਾਨ ਵੀਰੋ ਮੈਂ ਇਹ ਐਕਟ ਨੂੰ ਪੜ੍ਹਿਆ, ਬੜੇ ਤੁਹਾਡੇ ਫਾਇਦੇ ਵਾਲਾ ਬਿੱਲ ਹੈ ਜੀ। ਜੇ ਉਹ ਤੋਂ ਬਾਅਦ ਕਹਿਣ ਜੀ ਇੱਕਦਮ ਆਲ ਆਫ ਸਡਨ ਦੂਏ ਦਿਨ ਕਹਿਣ ਲੱਗ ਜੀ ਇਹ ਠੀਕ ਨਹੀਂ ਹੈ ਬਿੱਲ ਇਹਦਾ ਉਹਨਾਂ ਦੀ ਕੰਪਲਸ਼ਨ ਹੋ ਸਕਦੀ, ਮਜਬੂਰੀ ਹੋ ਸਕਦੀ ਹੈ। ਕੰਟੈਂਟ ਦੇ ਉਹਨਾਂ ਨੂੰ ਕੋਈ ਖਦਸ਼ਾ ਨਹੀਂ ਹੈ, ਉਹਦੀ ਹੋਰ ਕੋਈ ਮਜਬੂਰੀ ਹੋ ਸਕਦੀ ਹੈ। ਕੰਟੈਂਟ ਨਾਲ ਤਾਂ 100% ਸਹਿਮਤ ਨੇ, ਕਦੇ ਉਹਨਾਂ ਨੇ ਕਿਹਾ ਹੀ ਨਹੀਂ ਵੀ ਗਲਤ ਹੈ। ਹੁਣ ਕਹੀ ਜਾਣ ਜੋ ਮਰਜ਼ੀ ਕਾਲਾ ਕਾਨੂੰਨ ਹੈ ਜੋ ਮਰਜ਼ੀ ਕਹਿ ਲੈਣ, ਲੇਕਿਨ ਉਹਨਾਂ ਮੈਰਿਟ ਤੇ ਕਦੇ ਵੀ ਇਸ ਨੂੰ ਨਿੰਦਿਆ ਨਹੀਂ ਹੈ, ਸਗੋਂ ਆਪ ਇਸ ਗੱਲ ਦੀ ਵਾਰ-ਵਾਰ ਟੀਵੀ ਰਾਹੀਂ ਵੀ ਕਿਹਾ ਵੀ ਬਹੁਤ ਵਧੀਆ, ਬਹੁਤ ਵਧੀਆ। ਸੱਚਮੁੱਚ ਇਹ ਵਧੀਆ ਹੈ। ਕੋਈ ਵੀ ਸਰਕਾਰ ਕਿਸਾਨਾਂ ਦੇ ਉਲਟ ਜਾ ਕੇ ਰਹਿ ਹੀ ਨਹੀਂ ਸਕਦੀ ਔਰ ਕੋਈ ਉਹ ਗੱਲ ਉਲਟ ਸੋਚਣ ਬਾਰੇ ਸੋਚ ਵੀ ਨਹੀਂ ਸਕਦੀ। ਪਰ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵੀ ਇਹ ਬਹੁਤ ਵਧੀਆ ਚੀਜ਼ ਹੈ, ਬੜੀ ਫਾਇਦੇਮੰਦ ਚੀਜ਼ ਹੈ, ਤਾਂ ਫਿਰ ਇਹਦੇ ਉਲਟ ਪਹਿਲਾਂ ਪੰਜਾਬ ਵਾਲਿਆਂ ਨੇ ਇਸ ਕਾਨੂੰਨ ਨੂੰ ਰੱਦ ਕੀਤਾ ਜੀ, ਇਹਦੇ ਵਿੱਚ ਅਮੈਂਡਮੈਂਟ ਸੋਧ ਲਿਆਂਦੀ, ਰਾਜਪਾਲ ਸਾਹਿਬ ਕੋਲੇ ਪਈ ਹੈ, ਗਾਂ ਅਜੇ ਕੁਛ ਬਣਿਆ ਨਹੀਂ। ਫਿਰ ਛੱਤੀਸਗੜ੍ਹ ਲਾਇਆ, ਉਸ ਤੋਂ ਬਾਅਦ ਰਾਜਸਥਾਨ ਵੀ ਲਾਇਆ, ਹੋਰ ਕਈ ਸਟੇਟ ਜਿਹੜੇ ਨੇ ਉਹ ਵੀ ਕਹਿੰਦੇ ਨੇ ਵੀ ਆਪਾਂ ਇਹ 'ਤੇ ਗੱਲ ਕਰਾਂਗੇ। ਅੱਜ ਦੀ ਆਪਾਂ ਗੱਲ ਕਰੀਏ ਤਾਂ ਅੱਜ 5 ਨਵੰਬਰ ਨੂੰ ਆਪਾਂ ਗੱਲ ਕਰ ਰਹੇ ਹਾਂ, ਤਾਂ ਅੱਜ ਪੂਰੇ ਭਾਰਤ ਦੇ ਵਿੱਚ ਚੱਕਾ ਜਾਮ ਦੇ ਲਈ ਕਾਲ ਦਿੱਤੀ ਗਈ ਸੀ। ਬਹੁਤ ਸਾਰੀਆਂ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਇਹ ਚੱਕਾ ਜਾਮ ਹੋਇਆ। ਫਿਰ ਆਲ ਆਫ ਸਡਨ ਇਹ ਸਾਰੀ ਵੇਵ ਪੂਰੇ ਮੁਲਕ 'ਚ ਕਿਉਂ ਫੈਲ ਗਈ? ਜਿੱਦਾਂ ਤੁਸੀਂ ਕੰਟੈਂਟ ਦੀ ਗੱਲ ਕਰਦੇ ਹੋ, ਜੇ ਕੰਟੈਂਟ ਸਹੀ ਹੈ ਤਾਂ ਪੂਰੇ ਮੁਲਕ ਦੇ ਵਿੱਚ ਉਹਦਾ ਇੱਕ ਗਲਤ ਪ੍ਰਭਾਵ ਕਿਵੇਂ ਜਾ ਸਕਦਾ? ਇਹਦੇ 'ਚ ਕਿੱਥੇ ਫੇਲਿਅਰ ਰਿਹਾ? ਇਹ ਗੱਲ ਜਦੋਂ ਆਪਾਂ ਕ੍ਰਿਟੀਸਾਈਜ਼ ਕਰ ਰਹੇ ਹਾਂ, ਸਿਆਸੀ ਹਰ ਗੱਲ ਵਿੱਚ ਵੜ ਜਾਵੇ, ਸਿਆਸਤ ਵੜ ਜਾਵੇ ਜੀ, ਇਹ ਸਿਆਸੀ ਲਾਹਾ ਲੈਣ ਵਾਲੀ ਗੱਲ ਹੈ ਜੀ। ਇਹ ਕੌਣ ਹੁਣ ਕਰੇ? ਪੰਜਾਬ ਸਰਕਾਰ ਕਾਂਗਰਸ ਦੀ ਸਰਕਾਰ ਹੈ, ਛੱਤੀਸਗੜ੍ਹ ਵਾਲੀ ਜਾਂ ਰਾਜਸਥਾਨ ਕਾਂਗਰਸ ਦੀ ਸਰਕਾਰ ਹੈ ਜੀ। ਉਹਨਾਂ ਦੀ ਸੋਨੀਆ ਗਾਂਧੀ ਜੀ ਨੇ ਕਹਿ ਦਿੱਤਾ ਜਿਹੜੇ ਜਿੱਥੇ ਸਾਡੀ ਸਰਕਾਰ ਆ ਉੱਥੇ ਤੁਸੀਂ ਇਹ ਵੇਲੇ ਦੇ ਉਲਟ ਪਾਸ ਕਰੋ, ਠੀਕ ਹੈ ਜੀ। 2017 ਵਿੱਚ ਐਸਾ ਹੀ ਬਿੱਲ ਪੰਜਾਬ ਵਿਧਾਨ ਸਭਾ ਨੇ ਪਾਸ, ਹਾਲੇ ਵੀ ਹੈਗਾ ਉਹ ਬਿੱਲ, ਜਿਹਦੇ 'ਚ ਇਹੀ ਗੱਲਾਂ ਲਿਖੀਆਂ ਹੋਈਆਂ। 95% ਇਹੀ ਬਿੱਲ ਹੈ ਜਿਹੜਾ ਪੰਜਾਬ 'ਚ ਪਾਸ ਹੋਇਆ ਹੋਇਆ, ਹਾਲੇ ਵੀ ਲਾਗੂ ਹੈ ਜੀ। ਉਹ ਬਿੱਲ ਕੀ ਕਹਿੰਦਾ? ਥੋੜ੍ਹਾ ਜਿਹਾ ਜੇ ਤੁਸੀਂ ਅੱਜ ਸਾਡੇ ਕਿਸਾਨਾਂ ਨੂੰ ਆਮ ਸਾਦੀ ਭਾਸ਼ਾ ਸਮਝਾ ਸਕੋ, ਕਿਉਂਕਿ ਤੁਸੀਂ ਪੰਜਾਬ ਤੋਂ ਆਉਂਦੇ ਹੋ, ਪੰਜਾਬ ਤੋਂ, ਅਤੇ ਤੁਸੀਂ ਕੇਂਦਰ ਦੇ ਵਿੱਚ ਮੰਤਰੀ ਵੀ ਹੋ, ਅਤੇ ਮੇਰੇ ਖਿਆਲ ਨਾਲ ਤੁਹਾਡੇ ਤੋਂ ਬੈਟਰ ਕੋਈ ਨਹੀਂ ਹੋ ਸਕਦਾ ਜਿਹੜੇ ਤੁਸੀਂ ਨੂੰ ਉਹੀ ਇਹ ਗੱਲ ਕਰਦਾ। ਕੰਟਰੈਕਟ ਫਾਰਮ ਦੀ ਗੱਲ ਵੀ ਕਰਦਾ ਹੈ। ਕੰਟਰੈਕਟ ਫਾਰਮ ਜਿਹੜੀ ਹੁਣ ਬਹੁਤ ਵਿਰੋਧ ਕਰ ਰਹੇ ਹੈ ਕੰਟਰੈਕਟ ਫਾਰਮ ਦੀ, ਇਹ ਵੀ ਕਰਦੇ। ਮੰਡੀਆਂ ਦਾ ਖੁੱਲ੍ਹੀਆਂ ਹੋਣੀ ਚਾਹੀਦੀਆਂ, ਪ੍ਰਾਈਵੇਟ ਪਰਚੇਜ਼ ਹੋਣੀ ਚਾਹੀਦੀ ਹੈ। ਜੋ ਚੀਜ਼ਾਂ ਇਸ ਐਕਟ ਹੈ ਉਸੇ ਵਿੱਚ ਉਹਨਾਂ ਨੇ ਪਾਈਆਂ ਹੋਈਆਂ। ਹੁਣ ਜਿਹੜਾ ਬਿੱਲ ਲਿਆਂਦਾ ਪੁਰਾਣਾ ਐਕਟ ਤਾਂ ਇਹਨਾਂ ਨੇ 2017 ਦਾ ਬਿੱਲ ਤੱਕ ਅਮੈਂਡ ਨਹੀਂ ਕੀਤਾ, ਉਹਨੂੰ ਵਾਪਸ ਨਹੀਂ ਲਿਆ। ਹੁਣ ਬਿੱਲ 'ਚ ਕੀ ਕਹਿਤਾ? 3 ਸਾਲ ਦੀ ਸਜ਼ਾ ਹੋਏਗੀ ਜਿਹੜਾ MSP ਤੋਂ ਘੱਟ ਪਰਚੇਜ਼ ਕਰੇਗਾ ਜੀ। ਇਟ ਮੀਨਸ ਵੀ ਕੋਈ ਵੀ ਬੰਦਾ ਪੰਜਾਬ 'ਚ ਆ ਕੇ ਪਰਚੇਜ਼ ਨਹੀਂ ਕਰੇਗਾ, ਸਜ਼ਾ ਜ਼ਰੂਰ ਕਰਾਉਣੀ ਹੁੰਦੀ ਆਪਣੇ ਆਪ ਨੂੰ ਜੀ। ਜੇ ਘੱਟ ਐਵੇਂ ਕਿਤੇ ਪੁਲਿਸ ਪਰਚੇ ਰਜਿਸਟਰ ਕਰੂਗੀ, ਉਹ ਬਾਹਰੋਂ ਪਰਚੇਜ਼ ਕਰ ਲਏਗਾ। ਮੀਟ ਦਾ ਘਾਟਾ ਕਿਤੇ, ਪੈੜੀ ਦਾ ਘਾਟਾ ਕਿਤੇ ਜੀ। ਇਹਦਾ ਸਗੋਂ ਕਿਸਾਨਾਂ ਦੇ ਉਲਟ ਗੱਲ ਗਈ ਹੈ। ਕਿਸੇ ਦੀ ਵੀਟ ਥੋੜ੍ਹੀ ਖਰਾਬ ਹੋਵੇ, MSP ਦੇ ਕਤਲੇ ਉਹਨੂੰ ਪਰਚੇਜ਼ ਕਰ ਨਹੀਂ ਸਕਦਾ, ਕੋਈ ਲਏਗਾ ਨਹੀਂ, ਵੱਧ ਕਿਸੇ ਨੇ ਪੈਸਾ ਦੇਣਾ ਨਹੀਂ ਹੈ, ਕਿਸਾਨ ਚੁੱਕ ਕੇ ਲੈ ਜਾਊਗਾ, ਉਹਨੂੰ ਆਪਣੇ ਘਰ ਨੂੰ ਲੈ ਕੇ ਜਾਊਗਾ, ਰੁਲੇਗਾ ਕਿਸਾਨ ਇਹਦੇ ਨਾਲ ਜੀ। ਇਹ ਕਿਸਾਨ ਦੇ ਹਿੱਤ ਵਿੱਚ ਨਹੀਂ ਹੈ। ਪੰਜਾਬ ਸਰਕਾਰ ਨੇ ਕੀਤੀ, ਤੁਸੀਂ ਇਹਦੀ ਗੱਲ ਕਰ ਰਹੇ ਹੋ? ਹਾਂ ਜੀ, ਇਹ ਕਿਸਾਨ ਦੇ ਹਿੱਤ ਵਿੱਚ ਨਹੀਂ ਹੈ, ਕਿਸਾਨ ਤੋਂ ਬਿਲਕੁਲ ਉਲਟਾ ਹੈ, ਉਹਨੂੰ ਖਰਾਬ ਕਰਨ ਵਾਲੀ ਗੱਲ ਹੈ। ਔਰ ਉਸੇ ਦਿਨ ਜੀ ਸਾਰੀਆਂ ਪਾਰਟੀਆਂ ਨੇ ਇਹਨੂੰ ਸਪੋਰਟ ਕੀਤਾ। ਦੇਖੋ ਇਹ ਜਿੱਦਣ ਇੱਕ ਦਿਨ ਦਾ 2 ਦਿਨ ਦਾ ਬਜਟ ਇਹ ਸੈਸ਼ਨ ਹੋਇਆ, 3 ਦਾ ਹੀ ਹੋ ਗਿਆ ਸੀ, 3 ਦਿਨ ਹੋ ਗਿਆ ਜੀ। ਬਿੱਲ ਜਿੱਦਣ ਪੇਸ਼ ਹੋਇਆ ਇੱਕ ਦਿਨ ਪਹਿਲਾਂ ਜੀ ਆਮ ਆਦਮੀ ਪਾਰਟੀ ਰਾਤ ਤੱਕ, ਸੁਬਾਹ ਤੱਕ ਜੀ ਹਾਊਸ ਵਿੱਚ ਬੈਠੀ ਰਹੀ ਜੀ। ਪ੍ਰੋਟੈਸਟ ਵਿੱਚ ਸਾਨੂੰ ਬਿੱਲ ਦੀ ਕਾਪੀ ਨਹੀਂ ਦਿੱਤੀ ਜੀ। ਸ਼੍ਰੋਮਣੀ ਅਕਾਲੀ ਦਲ ਪੰਜਾਬ ਭਵਨ ਦੇ ਸਾਹਮਣੇ ਬੈਠਾ ਰਿਹਾ ਜੀ, ਸਾਨੂੰ ਬਿੱਲ ਦੀ ਕਾਪੀ ਨਹੀਂ ਦਿੱਤੀ। ਕਹਿੰਦੇ ਰਹੇ ਵੀ ਸੈਂਟਰ ਨਾਲ ਰਲੇ ਹੋਏ ਨੇ, ਉਹਨਾਂ ਤੋਂ ਬਿੱਲ ਪਾਸ ਹੋਏਗਾ, ਜੋ ਕਹਿਣਗੇ ਉਹ ਪੇਸ਼ ਕਰਨਗੇ। ਔਰ ਇੱਕ ਦਿਨ ਦਾ ਇਹ ਸੀਨ ਸੀ, ਜਿਸ ਦਿਨ ਬਿੱਲ ਪੇਸ਼ ਹੋਇਆ ਉਸ ਦਿਨ ਸਾਰਿਆਂ ਨੇ ਯੂਨੀਵਰਸਲੀ ਪਾਸ ਕਰ ਦਿੱਤਾ ਜੀ। ਔਰ ਫਿਰ ਗਵਰਨਰ ਸਾਹਿਬ ਕੋਲ ਇਕੱਠੇ ਗਏ ਸਾਰੇ 115 MLA ਜੀ। ਬਾਹਰ ਆ ਕੇ ਇੱਕ ਦੂਜੇ ਦੇ ਮੂੰਹ 'ਚ ਮਿਠਾਈਆਂ ਪਾਉਂਦੇ ਰਹੇ, ਪਾਈਆਂ ਉਹਨਾਂ ਨੇ ਜੀ, ਬੜੀਆਂ ਖੁਸ਼ੀਆਂ ਹੋਈਆਂ। ਅਤੇ ਲੋਕੀ ਵੀ ਪਟਾਕੇ ਵੀ ਆਉਂਦੇ ਰਹੇ, ਕੈਪਟਨ ਸਾਹਿਬ ਦੇ ਪਟਾਕੇ ਵਜਾਤੇ, ਅਸੀਂ ਵਜਾਣੇ ਆ, ਮਿਠਾਈਆਂ ਖਿਲਾਤੀਆਂ। ਔਰ ਉਹ ਇੱਕ ਦਿਨ ਬਾਅਦ ਆਮ ਆਦਮੀ ਪਾਰਟੀ ਕਹਿਣ ਲੱਗੇ ਨਹੀਂ ਨਹੀਂ ਸਾਨੂੰ ਭੁਲੇਖਾ ਲੱਗ ਗਿਆ ਜੀ, ਬਿੱਲ ਤਾਂ ਬਹੁਤ ਮਾੜਾ ਹੈ। ਔਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਿਹਾ ਤਾਂ ਬਿੱਲ ਤਾਂ ਹੈ ਹੀ ਕੁਛ ਨਹੀਂ, ਤਾਂ ਬਹੁਤ ਔਖੇ ਵਾਲਾ ਬਿੱਲ ਹੈ ਜੀ। ਦੇਖੋ 3 ਦਿਨਾਂ 'ਚ 3 ਸਟੈਂਡਸ ਤੇ ਪਾਰਟੀਆਂ ਨੇ ਬਦਲੇ। ਇਹ ਨੈਤਿਕਤਾ ਦਾ ਨਿਗਾਰ ਨਹੀਂ ਹੈ ਬਿਲਕੁਲ। ਇੱਕ ਦਿਨ ਆਪਾਂ ਕੁਛ ਕਹਿੰਦੇ ਹਾਂ ਵੀ ਮੋਦੀ ਸਾਹਿਬ ਨਾਲ ਰਲੇ ਹੋਏ ਨੇ, ਦੂਜੇ ਦਿਨ ਆਪ ਅਸੀਂ ਪਾਸ ਕਰ ਦਿੱਤਾ, ਗਵਰਨਰ ਸਾਹਿਬ ਕੋਲ ਇਕੱਠੇ ਗਏ, ਮਿਠਾਈਆਂ ਵੰਡ ਦਿੱਤੀਆਂ, ਪਟਾਕੇ ਚਲਾ ਲਏ। ਵੀ 30 ਦਿਨ ਕਹਿੰਦੇ ਨਹੀਂ ਇਹ ਬਿਲਕੁਲ ਗਲਤ ਹੈ। ਦਿੱਲੀ ਜਾਣਾ ਸੀ ਇਹਨਾਂ ਦੇ ਰਾਸ਼ਟਰਪਤੀ ਨੂੰ ਮਿਲਣ, ਆਮ ਆਦਮੀ ਪਾਰਟੀ ਨੇ ਕਿਹਾ ਡਰਾਮਾ ਕਰਦਾ ਹੈ, ਅਸੀਂ ਨਹੀਂ ਜਾਣਾ ਹੈ। ਅਕਾਲੀ ਦਲ ਵੀ ਕਿਹਾ ਅਸੀਂ ਨਹੀਂ ਜਾਣਾ ਹੈ।
ਕਿਆ ਕਿੱਥੇ ਆਪਾਂ ਖੜੇ ਆ? ਸਿਆਸਤ ਦਾ ਲੋਕਾਂ ਦਾ ਵਿਸ਼ਵਾਸ ਤਾਂ ਹੀ ਲੋਕੀ ਵਿਸ਼ਵਾਸ ਨਹੀਂ ਕਰਦੇ ਸਿਆਸਤਦਾਨਾਂ ਤੇ। ਸ਼ਿਫਟਿੰਗ ਸਟੈਂਡ, ਪਾਰਟੀਆਂ ਐਜ਼ ਏ ਹੋਲ ਅੱਜ ਕੁਛ ਕਹਿੰਦੀਆਂ, ਦੂਜੇ ਦਿਨ ਕੁਛ ਕਹਿੰਦੀਆਂ, ਫਿਰ ਦੂਜਿਆਂ ਨੂੰ ਸਮਝਾਉਂਦੇ ਨੇ ਵੀ ਇਹਨਾਂ ਨੂੰ ਪਤਾ ਨਹੀਂ ਹੈ, ਇਹ ਗਲਤ ਕਰ ਰਹੇ ਨੇ। ਅੱਛਾ ਚਲੋ ਆਪਾਂ ਬੀਜੇਪੀ ਤੇ ਆ ਜਾਂਦੇ ਹਾਂ। ਹੁਣ ਜਿਹੜੀ ਬੀਜੇਪੀ ਹੈ, ਤੁਹਾਨੂੰ ਨਹੀਂ ਲੱਗਦਾ ਕਿ ਵੀ ਐਜ਼ ਏ ਪਾਰਟੀ, ਜਦੋਂ ਤੁਸੀਂ ਵੀ ਪੰਜਾਬ ਤੋਂ ਲੀਡਰ ਹੋ, ਬਹੁਤ ਸਾਰੇ ਪੰਜਾਬ ਦੇ ਲੀਡਰ ਨੇ, ਈਵਨ ਬਹੁਤ ਸਾਰੇ ਬੀਜੇਪੀ ਦੇ ਪੰਜਾਬ ਦੇ ਲੀਡਰਾਂ ਨੇ ਪਾਰਟੀ ਛੱਡ ਦਿੱਤੀ ਇਸ ਚੀਜ਼ ਦੇ ਉੱਪਰ, ਉਹਨਾਂ ਨੂੰ ਰੋਸ ਇਹ ਲੱਗਦਾ ਹੈ ਕਿ ਵੀ ਜੇ ਸਾਰਾ ਕੁਝ ਸਹੀ ਹੈ, ਕੰਟੈਂਟ ਸਹੀ ਹੈ, ਆਪਾਂ ਆਪਣੇ ਮੈਨੀਫੈਸਟੋ 'ਚ ਉਹ ਗੱਲ ਕਹੀ ਸੀ, ਉਸ ਚੀਜ਼ ਨੂੰ ਆਪਾਂ ਇੰਪਲੀਮੈਂਟ ਕਰ ਰਹੇ ਹਾਂ, 2022 ਲੰਘਦਿਆਂ ਸਾਰ ਆਪਾਂ ਨੂੰ ਇਹਦੇ ਰਿਜ਼ਲਟ ਬਹੁਤ ਵਧੀਆ ਪੋਜ਼ੀਟਿਵ ਨਜ਼ਰ ਆਉਣੇ ਨੇ, ਅਤੇ ਫਿਰ ਇਸ ਗੱਲ ਨੂੰ ਆਪਾਂ ਕਿਸਾਨਾਂ ਦੇ ਵਿੱਚ ਅਤੇ ਬੀਜੇਪੀ ਐਜ਼ ਏ ਪਾਰਟੀ ਵਿੱਚ ਖਾਈ ਨਾ ਕ੍ਰੀਏਟ ਕਰੀਏ, ਆਪਾਂ ਗੱਲ ਕਰੀਏ, ਉਹ ਗੱਲ ਨਹੀਂ ਹੋ ਰਹੀ। ਸਗੋਂ ਉੱਧਰੋਂ ਬਿਆਨ ਇਹ ਆਉਂਦੇ ਆ ਵੀ ਇਹ ਤਾਂ ਵਿਚੋਲੀਏ ਨੇ ਜੀ, ਇਹ ਤਾਂ ਦਲਾਲ ਤੁਰੇ ਫਿਰਦੇ ਆ, ਕਿਸਾਨਾਂ ਨਾਲ ਅਸੀਂ ਗੱਲ ਕਰਨ ਨੂੰ ਤਿਆਰ ਹਾਂ। ਉਹ ਫਿਰ ਕਿੱਥੇ ਗੈਪ ਰਹਿ ਗਿਆ ਜੀ? ਦੇਖੋ, ਕੋਈ ਵੀ ਗੱਲਬਾਤ ਹੋਵੇ, ਕੋਈ ਵੀ ਮਸਲਾ ਹੋਵੇ, ਕੋਈ ਪ੍ਰੋਬਲਮ ਹੋਵੇ, ਕੋਈ ਸਮੱਸਿਆ ਹੋਵੇ, ਗਤੀਰੋਧ ਹੋਵੇ, ਗੱਲਬਾਤ ਰਾਹੀਂ ਉਹ ਹੱਲ ਹੁੰਦਾ ਜੀ। ਦੋ ਦੇਸ਼ਾਂ ਦੀ ਲੜਾਈ ਹੋ ਜੇ, ਯੁੱਧ ਹੋ ਜਾਂਦਾ, ਅਲਟੀਮੇਟਲੀ ਤਾਂ ਟੇਬਲ ਤੇ ਬੈਠ ਕੇ ਗੱਲ ਹੁੰਦੀ ਹੈ। ਬਿਲਕੁਲ ਸਹੀ। ਸਮਝੌਤਾ ਤਾਂ ਉਦੋਂ ਹੋਣਾ, ਕਿਸਾਨਾਂ ਨੂੰ ਵੀ ਆ ਕੇ ਬੈਠਣਾ ਚਾਹੀਦਾ ਹੈ, ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ। ਪਰ ਉਹ ਕਿਸਾਨ ਪਹਿਲੀ ਵਾਰ ਸੱਦਾ ਦਿੱਤਾ ਜੀ, ਉਹ ਉਦੋਂ ਚਲੋ ਗਏ ਨਹੀਂ, ਦੂਜੀ ਵਾਰ ਉਹ ਗਏ ਤਾਂ ਉੱਧਰੋਂ ਕੋਈ ਮਿਲਿਆ ਹੀ ਨਹੀਂ ਜੀ, ਕੋਈ ਮੰਤਰੀ ਸਾਹਿਬ। ਦੇਖੋ, ਕਿਸਾਨਾਂ ਦਾ ਗਏ ਉੱਥੇ, ਬੈਠੇ ਉੱਥੇ, ਘੰਟਾ ਉਹਨਾਂ ਨਾਲ ਗੱਲਬਾਤ ਹੋਈ, 1.5 ਘੰਟਾ ਬੈਠੇ ਰਹੇ, ਗੱਲਬਾਤ ਕੀਤੀ, ਮੈਮੋਰੈਂਡਮ ਇਹਨਾਂ ਨੇ ਦਿੱਤਾ, ਡਿਸਕਸ ਵੀ ਕੀਤਾ ਜੀ। ਸੈਕਟਰੀ ਆਫ ਦੀ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਦਾ ਸੈਕਟਰੀ ਸਭ ਤੋਂ ਵੱਡੀ ਅਥਾਰਟੀ ਹੈ, ਆਫੀਸ਼ੀਅਲ ਸਭ ਤੋਂ ਵੱਡੀ ਅਥਾਰਟੀ ਹੈ। ਕੋਈ ਵੀ ਐਗਰੀਮੈਂਟ ਕਰਦੇ ਹਾਂ ਅਸੀਂ, ਕਿਸੇ ਦੇਸ਼ ਨਾਲ ਕਰਨਾ ਹੋਵੇ, ਕਿਸੇ ਨਾਲ ਕਰਨਾ ਹੋਵੇ, ਪਹਿਲਾਂ ਉਹ ਥੱਲੇ ਲੈਵਲ 'ਤੇ ਉਹ ਡਿਸਕਸ ਹੁੰਦਾ ਜੀ, ਉਹਦੀ ਤਿਆਰੀ ਕੀਤੀ ਜਾਂਦੀ ਹੈ। ਜਦੋਂ ਕਿਸੇ ਮੰਤਰੀ ਨੇ ਆ ਕੇ ਸਾਈਨ ਕਰਨਾ ਹੋਵੇ, ਫਿਰ ਉਹ ਦੋ ਆ ਕੇ ਸਾਈਨ ਕਰਦੇ ਆ ਜੀ। ਆਪਾਂ ਦੇਖਦੇ ਹਾਂ ਜੀ, ਮੰਤਰੀ ਆ ਕੇ ਬੈਠੇ ਆ, ਉਹਨੂੰ ਵੀ ਸਾਈਨ ਕਰ ਦੇਖਦੇ, ਉਹਨੂੰ ਫੜਾਇਆ, ਹੱਥ ਮਿਲਾ ਲਿਆ। ਇੱਕ ਗਰਾਊਂਡ ਤਾਂ ਪਹਿਲਾਂ ਤਿਆਰ ਕਰਨੀ ਪੈਂਦੀ ਹੈ ਜੀ। ਇਹਦਾ ਸੀ ਮੰਤਵ ਇਹ ਸੀ ਵੀ ਪਹਿਲਾਂ ਬੈਠ ਕੇ ਗਰਾਊਂਡ ਤਿਆਰ ਕਰ ਲਓ, ਏਜੰਡਾ ਤਿਆਰ ਕਰ ਲਓ, ਕਿੱਥੇ ਤੱਕ ਤੁਸੀਂ ਗੱਲ ਹੈ, ਤੁਹਾਡਾ ਕੀ ਸਟੈਂਡ ਹੈ, ਸਾਡਾ ਕੀ ਸਟੈਂਡ ਹੈ, ਇੱਕ ਦੂਜੇ ਨਾਲ ਸਮਝਾ ਲਈਏ। ਫਿਰ ਜਦੋਂ ਐਗਰੀਮੈਂਟ ਕਰਨਾ, ਫਿਰ ਮੰਤਰੀ ਵਿੱਚ ਕੋਈ ਮੰਤਰੀਆਂ ਨੂੰ ਆਉਣ ਨੂੰ ਕੀ ਸਮੱਸਿਆ ਹੈ? ਅਸੀਂ ਲੋਕਾਂ ਦੇ ਰਿਪਰੈਜ਼ੈਂਟੇਟਿਵ, ਲੋਕਾਂ ਲਈ ਹਾਂ। ਬਿਲਕੁਲ ਸਹੀ। ਜਦ ਤੱਕ ਕੋਈ ਗਰਾਊਂਡ ਬਣ ਕੇ ਤਿਆਰ ਨਹੀਂ ਹੁੰਦੀ, ਇਹ ਨਹੀਂ ਵੀ ਪਹਿਲਾਂ ਸਾਡਾ ਪ੍ਰਧਾਨ ਮੰਤਰੀ ਆ ਕੇ ਗੱਲ ਕਰੇ, ਸਾਡਾ ਵੱਡਾ ਮੰਤਰੀ ਆ ਕੇ ਗੱਲ ਕਰੇ, ਇਹ ਨਹੀਂ ਹੈ। ਇਹਦਾ ਸਿਸਟਮ ਹੀ ਗੱਲਬਾਤ ਦਾ ਇਹ ਹੁੰਦਾ। ਜਦ ਤੱਕ ਅਸੀਂ ਕੋਈ ਗਰਾਊਂਡ ਤਿਆਰ ਨਹੀਂ ਕਰਦੇ, ਜਦ ਤੱਕ ਏਜੰਡਾ ਤਿਆਰ ਨਹੀਂ ਕਰਦੇ, ਜਦ ਤੱਕ ਐਗਰੀਮੈਂਟ ਹੋਣ ਦੇ ਨੇੜੇ ਨਹੀਂ ਆਉਂਦੇ, ਉਹਨਾਂ ਚਿਰ ਆਪਾਂ ਮੰਤਰੀ ਨਾਲ ਬੈਠ ਕੇ ਗੱਲ ਪਹਿਲੇ ਹਲੇ ਤੋੜ ਕੇ ਆ ਜਾਈਏ, ਫਿਰ ਕੀ ਹੈ? ਉਹਦੇ ਬਾਅਦ ਤਾਂ ਕੁਝ ਨਹੀਂ ਰਹਿੰਦਾ ਜੀ। ਸਿਸਟਮ ਹੈ ਇਸ ਗੱਲਬਾਤ ਦਾ ਜਿਹੜਾ ਇਹੀ ਹੈ। ਜਦ ਵੀ ਅਸੀਂ ਕਿਸੇ ਦੇਸ਼ਾਂ ਨਾਲ ਕਰਦੇ, ਮੈਂ ਟ੍ਰੇਡ ਦਾ ਸੰਬੰਧ ਰੱਖਦਾ, ਐਗਰੀਮੈਂਟ ਕਈ ਬੜੀ ਸਟੇਟਾਂ ਨਾਲ, ਦੇਸ਼ਾਂ ਨਾਲ ਕਰਦੇ ਹਾਂ। ਜਦੋਂ ਅਸੀਂ ਜਾਂਦੇ ਹਾਂ ਜਾਂ ਉਹ ਇੱਥੇ ਆਉਂਦੇ ਨੇ, ਪਹਿਲਾਂ ਤਿਆਰ ਕੀਤਾ ਹੁੰਦਾ, ਸੈਕਟਰੀ ਲੈਵਲ 'ਤੇ ਗੱਲਬਾਤ ਹੋਈ ਹੁੰਦੀ ਹੈ, 5-7 ਵਾਰੀ ਗੱਲ ਕਰਦੇ ਤੇ ਉਹ ਤਿਆਰ ਕਰਕੇ ਹੁੰਦਾ। ਲਾਸਟ ਜਦੋਂ ਆਉਣਾ ਜੀ, ਹੱਥ ਮਿਲਾਇਆ, ਸਾਈਨ ਕੀਤੇ, ਉਹਨੂੰ ਕਾਪੀ ਦੇ ਦਿੱਤੀ, ਉਹ ਤੋਂ ਕਾਪੀ ਪੜ੍ਹ ਲਈ। ਜੀ ਜੀ। ਇੱਕ ਸਿਸਟਮ ਹੈ ਜੀ, ਉਹ ਸਿਸਟਮ ਨੂੰ ਆਪਾਂ ਅਡੋਪਟ ਕਰਨਾ ਚਾਹੀਦਾ ਜੀ। ਵੀ ਸ਼ੁੱਡ ਐਪਰੀਸ਼ੀਏਟ ਦਿਸ ਥਿੰਗ। ਜਦ ਤੱਕ ਬਿਨਾਂ ਤਿਆਰੀ ਤੋਂ ਆਪਾਂ ਨੂੰ ਬੈਠਣਾ ਨੁਕਸਾਨ ਜ਼ਿਆਦਾ ਕਰ ਸਕਦਾ, ਫਾਇਦਾ ਕੁਛ ਨਹੀਂ ਕਰ ਸਕਦਾ ਜੀ। ਅੱਛਾ, ਇਹਦੇ 'ਚ ਇੱਕ ਚੀਜ਼ ਮੈਨੂੰ ਥੋੜ੍ਹੀ ਜਿਹੀ ਸਮਝਾਇਓ ਕਿ ਜਦੋਂ ਇਹ ਸਾਰੇ ਕੁਛ ਨੂੰ ਆਪਾਂ ਕਿਸਾਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਹੁਣ ਕਿਸਾਨ ਉਹ ਇੱਥੇ ਇਸ ਗੱਲ ਦਾ ਗੁੱਸਾ ਕਰਕੇ ਬਹਿ ਗਿਆ ਵੀ ਸਾਨੂੰ ਵਿਚੋਲੀਏ ਕਹਿਤਾ, ਦਲਾਲ ਕਹਿਤਾ। ਫਿਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਅਸੀਂ ਜੇ ਗੱਲ ਕਰਦੇ ਹਾਂ, ਅਤੇ ਸਾਡੇ ਨਾਲ ਗੱਲ ਪੰਜਾਬ ਵਾਲੀ ਜਿਹੜੀ ਬੀਜੇਪੀ ਪਾਰਟੀ ਦੇ ਲੀਡਰ ਨੇ, ਉਹ ਵੀ ਸਾਡੇ ਵਾਲੇ ਪਾਸੇ ਹੋ ਕੇ ਨਹੀਂ ਗੱਲ ਕਰਦੇ, ਉਹ ਕੇਂਦਰ ਵਾਲੇ ਪਾਸੇ ਹੋ ਕੇ ਗੱਲ ਕਰਦੇ ਨੇ। ਉਸ ਉਲਾਂਭੇ ਨੂੰ ਕਿਵੇਂ ਦੇਖਦੇ ਹੋ? ਨਹੀਂ, ਕੋਈ ਅਸੀਂ ਪੰਜਾਬ ਦੇ ਹਾਂ, ਪੰਜਾਬ ਦੇ ਲੋਕਾਂ ਨੇ ਚੁਣਿਆ, ਪੰਜਾਬ ਦੇ ਲੋਕਾਂ ਦੇ ਅਸੀਂ ਨੁਮਾਇੰਦੇ ਹਾਂ, ਅਸੀਂ ਤਾਂ ਇਹਨਾਂ ਦੀ ਗੱਲ ਕਰਾਂਗੇ ਜੀ। ਪੰਜਾਬ ਦੇ ਕਿਸਾਨ ਸਾਡਾ ਆਪਣਾ ਹੀ ਹੈ, ਕਿਸਾਨ ਹੈ। ਨਹੀਂ, ਪਰ ਉਹ ਪਿਛਲੇ ਦਿਨ ਇੱਕ ਤੁਹਾਡੇ ਬਿਆਨ ਤੋਂ ਵੀ ਰੌਲਾ ਪਾ ਕੇ ਬਹਿ ਗਏ ਸੀ, ਤੁਸੀਂ ਕਿਹਾ ਦੇਖੋ, ਹਾਂ, ਬੜਾ ਅੱਛਾ ਤੁਸੀਂ ਮੈਨੂੰ ਪੁੱਛਿਆ ਹੈ ਕਿ ਪਾਵਰ ਹਾਊਸ ਨਹੀਂ ਹੈਗੇ ਕਿਸਾਨ। ਮੈਂ ਇਹ ਕਿਹਾ ਸੀ ਵੀ ਗੱਡੀ ਕਿਹੜੀ ਚੱਲਣੀ ਆ ਜੀ, ਇਹ ਸਰਕਾਰ ਨੇ ਡਿਸਾਈਡ ਕਰਨਾ ਜੀ, ਕਿਸਾਨ ਨਹੀਂ ਡਿਸਾਈਡ ਕਰਨਗੇ ਵੀ ਆਹ ਲਾਈਨ ਚੱਲੇਗੀ, ਆਹ ਨਾ ਚੱਲੇਗੀ। ਇਸ ਕੀ ਅੱਗੀ ਗਲਤੀ ਹੈ? ਇਹਨੂੰ ਟੀਵੀ ਪਤਾ ਨਹੀਂ ਕਿਹੜੇ ਚੈਨਲ ਨੇ ਐਵੇਂ ਜ਼ਿਆਦਾ ਚੱਕ ਦਿੱਤਾ ਫੱਟਾ, ਜਿਵੇਂ ਕਰਦੇ ਨੇ ਨਾ, ਬਿਨਾਂ ਮਤਲਬ ਤੋਂ। ਕੋਈ ਕਾਰਨ ਨਹੀਂ ਸੀ। ਮੈਂ ਦੁਬਾਰਾ ਉਹਨੂੰ ਪੜ੍ਹ ਕੇ ਦੇਖੋ, ਮੈਂ ਕਿਹਾ ਸੀ ਵੀ ਇਹ ਤਾਂ ਸਰਕਾਰ ਨੇ ਡਿਸਾਈਡ ਕਰਨਾ ਵੀ ਕਿਹੜੀ ਗੱਡੀਆਂ ਕਿਹੜੀਆਂ ਚੱਲਣਗੀਆਂ, ਕਿਵੇਂ ਚੱਲਣਗੀਆਂ। ਇਹ ਫੈਕਟ ਹੈ, ਸਰਕਾਰੀ ਰੇਲਵੇ ਮਿਨਿਸਟਰੀ ਦੱਸੇਗੀ। ਇਹ ਥੋੜ੍ਹਾ ਵੀ ਕਿਸਾਨ ਕਹਿਣਗੇ ਆਹ ਲਾਈਨ ਚਲਾ ਦਿਓ, ਆਹ ਅਸੀਂ ਬੰਦ ਨਹੀਂ ਚੱਲਣ ਦੇਣੀ। ਪਰ ਹੁਣ ਜਿਹੜੀ ਗੱਲ ਚੱਲਦੀ, ਮੈਂ ਸਿਰਫ ਇੰਨੀ ਗੱਲ ਕਹੀ ਸੀ। ਉਹ ਟੀਵੀ ਨੇ ਪਤਾ ਨਹੀਂ 2 ਦਿਨ ਪਤਾ ਨਹੀਂ ਕਿਸਾਨਾਂ ਨੂੰ ਝਿੜਕ ਦਿੱਤਾ ਜੀ, ਕਿਸਾਨਾਂ ਨਾਲ ਚੈਲੰਜ ਕਰ ਦਿੱਤਾ ਜੀ, ਬਿਨਾਂ ਮਤਲਬ ਤੋਂ ਗੱਲ ਕੀਤੀ ਹੈ, ਉਹਦਾ ਕੋਈ ਕਾਰਨ ਨਹੀਂ ਸੀ ਕਰ ਦਿੱਤਾ। ਨਹੀਂ, ਮੈਂ ਮਤਲਬ ਸਮਝਿਆ ਤੁਸੀਂ ਇਹ ਕਿਹਾ ਸੀ ਵੀ ਮਤਲਬ ਸਰਕਾਰ ਡਿਸਾਈਡ ਕਰੂਗੀ ਕਿਵੇਂ ਚੱਲਣਾ। ਪਰ ਹੁਣ ਜੇ ਕਿਸਾਨ ਕਹਿੰਦੇ ਵੀ ਅਸੀਂ ਟ੍ਰੇਨਾਂ ਤੋਂ ਵੀ ਉੱਠ ਕੇ, ਮਤਲਬ ਕਿ ਪਟੜੀਆਂ ਤੋਂ ਵੀ ਉੱਠ ਕੇ, ਅਸੀਂ ਸਟੇਸ਼ਨਾਂ ਤੋਂ ਵੀ ਉੱਠ ਕੇ ਬਾਹਰ ਆ ਗਏ, ਅਤੇ ਤੁਸੀਂ ਚਲਾਓ ਜੀ ਆਪਣੀ ਟ੍ਰੇਨ, ਅਤੇ ਫਿਰ ਹੁਣ ਟ੍ਰੇਨ ਚਲਾਉਣ 'ਚ ਕੀ ਪ੍ਰੋਬਲਮ ਹੈ ਜੀ? ਅੱਜ ਵੀ ਜਿੱਦਾਂ ਉਹ MPs ਨਾਲ ਮੁਲਾਕਾਤ ਹੋਈ ਸੀ ਮੇਰੇ ਖਿਆਲ ਪਿਊਸ਼ ਗੋਇਲ ਸਾਹਿਬ ਦੀ, ਅਤੇ ਉਹਨਾਂ ਨੇ ਵੀ ਕਹਿ ਤਾ ਵੀ ਨਹੀਂ, ਅਸੀਂ ਉਨੀ ਦੇਰ ਤੱਕ ਨਹੀਂ ਰੋਕ ਸਕਦੇ,
ਚਲਾ ਸਕਦੇ ਜਿੰਨੀ ਦੇਰ ਤੱਕ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ ਜਾਂ ਜੇ ਕੋਈ ਸਾਈਲੋਜ਼ ਨੇ ਉਹਨਾਂ ਨੂੰ ਜਾਣ ਵਾਲੇ ਰਸਤੇ ਵੀ ਕਲੀਨ ਨਹੀਂ ਹੁੰਦੇ। ਦੇਖੋ 12,000 ਕਰੋੜ ਰੁਪਏ ਦਾ ਪਰ ਅੱਜ ਤੱਕ ਨੁਕਸਾਨ ਹੋਇਆ ਰੇਲਵੇ ਦਾ ਜੀ। ਅਸੀਂ ਕੁਝ ਕੋਈ ਸ਼ੌਕ ਥੋੜ੍ਹਾ ਹੈ। 1200 ਕਰੋੜ ਦੀ ਗੱਲ ਸੀ। 1200 ਕਰੋੜ ਦੀ ਜੀ ਜੀ 33 ਰੈਕ ਅੰਦਰ ਬੰਦ ਕੀਤੇ ਹੋਏ ਨੇ, ਬਾਹਰ ਨਹੀਂ ਨਿਕਲਣ ਦੇ ਰਹੇ ਜੀ। ਉਹ 'ਚ ਬਾਹਰ ਲੋਕਾਂ ਦਾ ਇੰਪੋਰਟ ਦਾ ਸਮਾਨ 200 ਤੋਂ 250 ਰੈਕ ਬਾਹਰ ਖੜਾ ਸਟੇਟ ਤੋਂ ਬਾਹਰ, ਜਿਹੜਾ ਇੱਥੇ ਆਉਣਾ ਜੀ। ਔਰ ਕੰਟੇਨਰ ਬਾਹਰ ਜਾਣੇ ਆ। ਇੰਪੋਰਟ ਬੰਦ ਹੋਈ ਹੈ, ਐਕਸਪੋਰਟ ਬੰਦ ਹੋਈ ਹੈ। ਜਿੱਥੇ ਪ੍ਰਬੰਧ ਕੀਤਾ ਹੋਇਆ ਹੈ ਉੱਥੋਂ ਬਿਜਲੀ ਪੈਦਾ ਹੋਣੀ ਆ ਜੀ। ਬਿਜਲੀ ਤਾਂ ਪੰਜਾਬ ਨੇ ਵਰਤਣੀ ਹੈ ਜੀ। ਉਹ ਕਹਿਣ ਜੀ ਇਹ ਪ੍ਰਾਈਵੇਟ ਬੰਦੇ ਦਾ, ਇਸ ਕਰਕੇ ਇੱਥੇ ਵੀ ਅਸੀਂ ਅੰਦਰ ਕੋਲਾ ਨਹੀਂ ਜਾਣ ਦੇਣਾ। ਇਟ ਮੀਨ ਪੰਜਾਬ ਦਾ ਨੁਕਸਾਨ ਕਰਨਾ ਸੀ। ਜਿਹੜਾ ਸਾਈਲੋ ਹੈ ਉੱਥੇ ਕਣਕ ਇਹਦੀ ਹੈ, ਪੰਜਾਬ ਦੀ ਸਰਕਾਰ ਦੀ ਲੱਗੀ ਹੋਈ ਕਣਕ ਹੈ ਜੀ। ਉਹ ਸਰਕਾਰ ਦੀ ਉਹਦਾ ਗਡਾਊਨ ਸਾਂਭਣ ਦੀ ਰੱਖੀ ਉਹਨਾਂ ਨੇ ਲਈ ਹੈ। ਸਾਈਲੋ ਤਾਂ ਉਹਦਾ ਸਾਂਭਣਦਾ ਹੈ ਵੀ ਪ੍ਰਾਈਵੇਟ ਬੰਦੇ ਦਾ। ਔਰ ਉਹ 'ਚੋਂ ਜੇ ਕਣਕ ਕੱਢਣੀ ਆ ਕਦੇ ਅਸੀਂ ਤੋਂ ਨਿਕਲ ਨਹੀਂ ਦੇਣੀ। ਇਟ ਮੀਨ ਸਟੇਟ ਦੀ ਜਿਹੜੀ ਕਣਕ ਹੈ ਉਹ ਡਿਸਟਰੀਬਿਊਸ਼ਨ ਲਈ ਜਾਣੀ ਹੈ, ਲੋਕਾਂ ਨੂੰ ਵੰਡੀ ਜਾਣੀ ਆ, ਉਹ ਅਸੀਂ ਕੱਢਣ ਨਹੀਂ ਦੇਣੀ। ਸੋ ਮੇਰਾ ਇਹ ਨਹੀਂ ਹੈ, ਸਿਲੈਕਟਿਵ ਨਹੀਂ ਹੋ ਸਕਦੀ ਵੀ ਇੱਕ ਦੀ ਨਿਕਲਣ ਦੇਣੀ ਦੂਜੇ ਦੀ ਆਉਣ ਦੇਣੀ ਹੈ। ਇਹੀ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਸਾਨੂੰ ਮਾਹੌਲ ਕ੍ਰੀਏਟ ਕਰਨਾ ਚਾਹੀਦਾ ਹੈ। ਇਹ ਕਿਸੇ ਦਾ ਕਿ ਪ੍ਰਾਈਵੇਟ ਦਾ ਬੰਦ ਕਰ ਦੇਣਾ, ਦੇਖੋ ਉਹਨਾਂ ਦਾ ਇੱਕ ਨਜ਼ਰੀਆ ਹੋ ਸਕਦਾ ਹੈ, ਗੁੱਸਾ ਹੋ ਸਕਦਾ ਹੈ, ਪਰ ਅਸੀਂ ਇਸ ਤਰ੍ਹਾਂ ਦਾ ਮਾਹੌਲ ਨਾ ਕ੍ਰੀਏਟ ਕਰੀਏ ਵੀ ਪ੍ਰਾਈਵੇਟ ਬੰਦੇ ਇੱਥੋਂ ਭੱਜ ਜਾਣ ਸਾਰੇ। ਜੀ ਜੀ। ਪੰਜਾਬ ਔਰ ਇਹ ਜਿਹੜਾ ਕਹਿਣਾ ਵੀ ਜਿਵੇਂ ਕਹਿੰਦਾ ਉਹ ਕਿਉਂ ਨਹੀਂ ਉੱਥੇ ਕੋਲਾ ਦੇ ਜਾਣਾ ਚਾਹੀਦਾ, ਉਹ ਉੱਥੇ ਬਿਜਲੀ ਪ੍ਰੋਡਿਊਸ ਹੋਣੀ ਹੈ ਔਰ ਲੋਕਾਂ ਨੇ ਵਰਤਣੀ ਹੈ। ਜੇ ਬੰਦ ਪਿਆ ਹੈ ਐਗਰੀਮੈਂਟ ਇਹ ਨੇ, ਜੇ ਬੰਦ ਵੀ ਪਿਆ ਰਿਹਾ ਸਰਕਾਰ ਨੂੰ ਪੈਸੇ ਦੇਣੇ ਪੈਂਦੇ ਉਹਨਾਂ ਨੂੰ, ਮਿਨੀਮਮ ਗਰੰਟੀ ਉਹਨਾਂ ਨੂੰ ਪੈਸੇ। ਜੇ ਬੰਦ ਵੀ ਹੋ ਗਿਆ ਸਰਕਾਰ ਨੂੰ ਪੈਸੇ ਦੇਣੇ, ਲੋਕਾਂ ਦੀ ਟੈਕਸਾਂ ਦਾ ਪੈਸਾ ਹੈ ਸਰਕਾਰਾਂ ਕੋਲੇ ਦਾ। ਜੀ ਜੀ। ਸੋ ਇਹ ਸਾਨੂੰ ਸਮਝਣਾ ਚਾਹੀਦਾ। ਕੋਈ ਲੀਡਰ ਕਹੀ ਜਾਵੇ, ਫਿਰ ਕਿਸਾਨ ਯੂਨੀਅਨ ਕਹਿਣ ਲੱਗੇ ਜਿਹੜੇ ਉਹਨਾਂ ਨੇ ਬੰਦ ਕੀਤਾ ਉਹ ਸਾਡੇ ਮੈਂਬਰ ਹੀ ਨਹੀਂ ਹੈ। ਸਰਕਾਰ ਦੀ ਵੀ ਜ਼ਿੰਮੇਵਾਰੀ, ਪੰਜਾਬ ਸਰਕਾਰ ਦੀ ਰਿਸਪੌਂਸਿਬਿਲਿਟੀ ਨਹੀਂ ਹੈ ਉਹਨਾਂ ਨੂੰ ਹਟਾਵੇ। ਜੀ ਜੀ ਜੀ। ਜਦ ਤੱਕ ਅਸੀਂ ਸਿਆਸੀ ਉਹਦੀ ਮਦਦ ਕਰ ਰਹੇ ਹਾਂ, ਪਿੱਛੋਂ ਬੈਕ ਤੋਂ ਉਹਨਾਂ ਦੀ ਮਦਦ ਕਰ ਰਹੇ ਹਾਂ, ਉਹਨਾਂ ਚਿਰ ਮਾਹੌਲ ਸੁਧਰਨ ਵਾਲਾ ਨਹੀਂ ਹੈ। ਪੰਜਾਬ ਦਾ ਅਸੀਂ ਸਾਰੇ ਨੁਕਸਾਨ ਕਰ ਰਹੇ ਹਾਂ। ਜੀ ਦੇਖੋ ਮੇਰੀ ਬੇਨਤੀ ਹੈ, ਤੁਸੀਂ ਇੰਡਸਟਰੀ ਦੀ ਗੱਲ ਕੀਤੀ ਕਿਉਂਕਿ ਤੁਸੀਂ ਇੰਡਸਟਰੀ ਨਾਲ ਰਿਲੇਟਡ ਤੁਹਾਡੇ ਕੋਲ ਮੰਤਰਾਲਾ ਹੈ, ਪੂਰੇ ਦੇਸ਼ ਦੇ ਵਿੱਚ ਇੰਡਸਟਰੀ ਈਵਨ ਈ-ਕਮਰਸ ਨਾਲ ਰਿਲੇਟਡ ਬਹੁਤ ਸਾਰੀਆਂ ਪਾਲਿਸੀਜ਼ ਨੇ ਤੁਹਾਡੇ ਹੱਥਾਂ ਵਿੱਚ ਦੀ ਨਿਕਲਦੀਆਂ ਨੇ। ਹੁਣ ਪੰਜਾਬ ਦੀ ਬੜੇ ਦੇਰ ਦੀ ਡਿਮਾਂਡ ਮੰਗ ਹੁੰਦੀ ਹੈ ਵੀ ਜਿਹੜਾ ਪੰਜਾਬ ਹੈ ਜੀ ਇੰਡਸਟਰੀ ਤੇ ਇੱਥੇ ਮਿੱਟੀ ਹੋ ਗਈ। ਤੁਸੀਂ ਮੇਰੇ ਖਿਆਲ ਇਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਬਿਆਨ ਇਹ ਦੇ ਚੁੱਕੇ ਹੋ ਕਿ ਵੀ ਜਿੱਦਾਂ ਆਪਾਂ ਮਾਹੌਲ ਬਣਾ ਰਹੇ ਹਾਂ ਪੰਜਾਬ 'ਚ ਜਿਹੜੀ ਮਾੜੀ ਮੋਟੀ ਇੰਡਸਟਰੀ ਹੈ ਇਹ ਵੀ ਚੱਕ ਕੇ ਭੱਜਣਗੇ ਇੱਥੋਂ ਸਾਰਾ ਕੁਝ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ ਕਿਸੇ ਨੇ ਵੀ ਇਨਵੈਸਟਮੈਂਟ ਕਰਨੀ ਹੋਵੇ ਉਹ ਮਾਹੌਲ ਜ਼ਰੂਰ ਦੇਖਦਾ ਹੈ ਵੀ ਮੈਂ ਜਿੱਥੇ ਇੰਡਸਟਰੀ ਲਾਉਣੀ ਹੈ ਉੱਥੇ ਮੈਨੂੰ ਕੀ ਫੈਸਿਲਿਟੀਆਂ ਮਿਲਦੀਆਂ, ਉੱਥੇ ਕੀ ਮਾਹੌਲ ਹੈ। 1900 ਕਾਲਾ ਦੌਰ ਦੇਖਿਆ ਆਪਾਂ ਜੀ ਜੀ ਅੱਤਵਾਦ ਦਾ, 1990 ਤੱਕ ਰਿਹਾ, 91 ਤੱਕ। ਉਹ ਤੋਂ ਬਾਅਦ ਬਹੁਤ ਸਮਾਂ ਲੱਗਿਆ ਲੋਕਾਂ ਨੂੰ ਮਿੰਨਤਾਂ ਕਰ ਕਰਕੇ ਸਮਝਾਉਣ ਲਈ, ਚਾਹੇ ਕਾਂਗਰਸ ਦੀ ਸਰਕਾਰ ਰਹੀ ਜਾਂ ਸ਼੍ਰੋਮਣੀ ਅਕਾਲੀ ਦਲ BJP ਦੀ ਰਹੀ। ਬਾਰ-ਬਾਰ ਬੰਬੇ ਜਾ ਕੇ ਵੱਖ-ਵੱਖ ਜਗ੍ਹਾ ਅਸੀਂ ਇਨਵੈਸਟ ਪੰਜਾਬ ਦਾ ਮੇਲੇ ਲਾਉਂਦੇ ਰਹੇ ਹਾਂ, ਲੋਕਾਂ ਨੂੰ ਕਨਵਿੰਸ ਕਰਦੇ ਰਹੇ ਹਾਂ, ਰਿਕੁਐਸਟ ਕਰਦੇ ਰਹੇ ਹਾਂ ਕਿ ਸਾਡੇ ਆ ਕੇ ਇੱਥੇ ਇਨਵੈਸਟ ਕਰੋ। ਜੀ ਜੇ ਅਸੀਂ ਮਾਹੌਲ ਇਹ ਕ੍ਰੀਏਟ ਕਰਨਾ ਵੀ ਇੱਥੇ ਜਿਹੜਾ ਇਨਵੈਸਟਮੈਂਟ ਕਰਨ ਵਾਲਾ ਅਵਾਨੀ ਹੈ, ਅੰਡਾਨੀ ਹੈ, ਇਹਨੂੰ ਭਜਾ ਦੇਣਾ, ਤਾਂ ਭੱਜਣ ਦਾ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਇਹ ਹੋਣਾ ਹੈ ਵੀ ਇੱਥੇ ਇਨਵੈਸਟਮੈਂਟ ਕਰਨ ਵਾਲਾ ਕੋਈ ਆਏਗਾ ਨਹੀਂ। ਅੱਜ ਚਾਈਨਾ ਤੋਂ ਬਹੁਤ ਵੱਡੀ ਇੰਡਸਟਰੀ ਜਿਹੜੀ ਸ਼ਿਫਟ ਹੋ ਰਹੀ ਹੈ ਜੀ, ਬਹੁਤ ਵੱਡੀ ਕੰਪਨੀਆਂ ਸ਼ਿਫਟ ਹੋ ਰਹੀਆਂ ਔਰ ਸ਼ਿਫਟ ਹੋਣ 'ਚ ਜਿੱਥੇ ਮੇਰੀ ਜਾਣਕਾਰੀ 18-19 ਕੰਪਨੀਆਂ ਇੰਡੀਆ 'ਚ ਵੀ ਆ ਰਹੀਆਂ ਜੀ। ਉਹ ਜਾ ਕਿਤੇ ਰਹੀਆਂ ਨੇ ਜਿੱਥੇ ਉਹਦੀ ਫੈਸਿਲਿਟੀ ਵਧੀਆ ਹੈ, ਸਟੇਟਾਂ ਉਹਨਾਂ ਨੂੰ ਵੈਲਕਮ ਕਰਦੀਆਂ, ਜ਼ਮੀਨ ਦਿਖਾਉਂਦੀਆਂ, ਜਿਹੜੇ ਉਹਦੀ ਜਿਹੜੀਆਂ ਫਾਰਮੈਲਿਟੀਆਂ ਉਹ ਸਿੰਗਲ ਵਿੰਡੋ ਰਾਈਸ ਠੀਕ ਹੁੰਦੀਆਂ, ਉੱਥੇ ਜਾਂਦੀਆਂ। ਜੇ ਸਾਡੀ ਸੜਕਾਂ ਵੀ ਬੰਦ ਨੇ, ਸਾਡੀਆਂ ਟ੍ਰੇਨਾਂ ਵੀ ਬੰਦ ਨੇ, ਇੱਥੇ ਕੌਣ ਆਏਗਾ? ਜੇ ਕਿਸੇ ਨੂੰ ਪਤਾ ਵੀ ਇਸ ਪਾਸੇ ਆਹ ਗੜਬੜ ਰਹੀ ਹੈ ਤਾਂ ਕੋਈ ਸੋਚ ਹੀ ਨਹੀਂ ਸਕਦਾ। ਇਨ ਨਟਸ਼ੈਲ ਅਸੀਂ ਪੰਜਾਬ ਦਾ ਨੁਕਸਾਨ ਕਰ ਰਹੇ। ਦੇਖੋ ਸਭ ਤੋਂ ਵੱਡੀ ਸਟੇਟ ਹੈ ਸਾਡੇ ਲਈ, ਦੇਸ਼ ਸਾਡੇ ਤੋਂ ਉੱਪਰ ਹੈ, ਸਰਕਾਰਾਂ ਤਾਂ ਬਾਅਦ ਦੀਆਂ ਗੱਲਾਂ ਨੇ। ਸਾਨੂੰ ਸਟੇਟ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ, ਸਾਨੂੰ ਦੇਸ਼ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਇਹਦੇ ਨਾਲ ਜਾਣੇ ਅਣਜਾਣੇ, ਪਤਾ ਨਹੀਂ ਮੈਂ ਕੋਈ ਜਾਣ ਕੇ ਕਿਉਂ ਕਰ ਰਿਹਾ, ਪਰ ਇਹਨਾਂ ਦੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਜੀ ਜੀ। ਅਸੀਂ ਮੇਲੇ ਲਾਣੇ ਇਨਵੈਸਟ ਪੰਜਾਬ ਦੇ ਪਿੱਛੇ ਲਾ ਕੇ ਹਟੇ ਪੰਜਾਬ ਸਰਕਾਰ, ਕੋਈ ਵੀ ਉਹਦਾ ਕੋਈ ਲਾਭ ਹੀ ਨਹੀਂ ਹੋ ਸਕਦਾ ਹੈ ਜੇ ਇਹੋ ਜਿਹੇ ਹਾਲਾਤ ਰੱਖਣੇ ਤੁਸੀਂ। ਜੀ ਵੀ ਸੜਕ ਕਿਸਾਨ ਬੈਠੇ ਨੇ, ਟ੍ਰੇਨਾਂ ਦੇ ਬੰਦ ਹੋ ਗਈਆਂ,
ਤੇ ਬਿਜਲੀ ਆਣੀ ਬੰਦ ਹੋ ਗਈ ਕਿਸੇ ਵੇਲੇ ਵੀ। ਹਨੇਰਾ ਕੋ ਬਲੈਕਆਊਟ ਹੋਣ ਵਾਲੀ ਗੱਲ ਹੈ। ਜੀ ਜੀ ਜੀ। ਸੋ ਇਹ ਇੱਕ ਬਹੁਤ ਅੱਛੀ ਸਥਿਤੀ ਨਹੀਂ ਹੈ। ਵੀ ਆਰ ਨਾਟ ਕੰਟਰੀਬਿਊਟਿੰਗ ਫਾਰ ਦੀ ਡਿਵੈਲਪਮੈਂਟ ਆਫ ਦੀ ਸਟੇਟ। ਇਹ ਤਾਂ ਅਸੀਂ ਬਹੁਤ ਵੱਡਾ ਨੁਕਸਾਨ ਜਾਣੇ ਅਣਜਾਣੇ ਕਰ ਰਹੇ ਹਾਂ। ਆਪਣੀ ਜ਼ਿੰਮੇਵਾਰੀਆਂ ਤੋਂ ਪਿੱਛੇ ਹਟ ਕੇ ਹਰ ਗੱਲ ਨੂੰ ਕ੍ਰਿਟੀਸਾਈਜ਼ ਕਰਕੇ ਵੀ 2022 ਚ ਇਲੈਕਸ਼ਨ ਹੋਣੀ ਆ। ਕੀ 2022 ਚ ਇਲੈਕਸ਼ਨ ਕੋਈ ਜਿੱਤ ਜਾਓ ਕੋਈ ਹਾਰ ਜਾਓ। ਪੰਜਾਬ ਤਾਂ ਹਾਰ ਗਿਆ ਪਹਿਲਾਂ ਹੀ। ਪੰਜਾਬ ਤਾਂ ਪਹਿਲਾਂ ਹੀ ਹਾਰ ਗਿਆ ਜੀ। ਅਸੀਂ ਪੰਜਾਬ ਦਾ ਨੁਕਸਾਨ ਕਰ ਲਿਆ। ਇਹ ਤੋਂ ਉੱਪਰ ਉੱਠ ਕੇ ਸਾਨੂੰ ਸੋਚਣਾ ਚਾਹੀਦਾ ਹੈ। ਔਰ ਕਿਸਾਨਾਂ ਨੂੰ ਮੇਰੀ ਤਾਂ ਇਹੀ ਮੈਂ ਕਹੂੰਗਾ ਕਿ ਗੱਲਬਾਤ ਹੀ ਹੱਲ ਹੈ। ਬੈਠ ਕੇ ਵੀ ਸਾਡਾ ਆਹ ਲੈਵਲ ਗੱਲ ਕਰ ਰਹੇ, ਇਹ ਲੈਵਲ ਗੱਲ ਕਰੀਏ। ਪਹਿਲਾਂ ਅਸੀਂ ਨਹੀਂ ਮਿੱਥਣਾ ਹੈ। ਜਿਹੜਾ ਸਿਸਟਮ ਹੈ ਉਹ 'ਚ ਬੈਠ ਕੇ ਮੈਨੂੰ ਕਹਿਣ ਮੈਂ ਜਿੱਥੇ ਮਰਜ਼ੀ ਜਾ ਕੇ ਬੈਠ ਕੇ ਉਹਨਾਂ ਨਾਲ ਬੈਠ ਸਕਦਾ। ਮੈਂ ਗੱਲ ਕਰਕੇ ਕੋਈ ਮਾਹੌਲ ਤਿਆਰ ਕਰ ਲਈਏ। ਮੈਂ ਉੱਪਰ ਜਾ ਕੇ ਦੱਸ ਸਕਦਾ ਵੀ ਇੱਥੇ ਤੱਕ ਕਿਸਾਨਾਂ ਦੀ ਗੱਲਬਾਤ ਹੈ। ਗੱਲਬਾਤ ਨਹੀਂ ਹੱਲ ਹੋਣਾ। ਬਿਲਕੁਲ ਸਹੀ। ਅਸੀਂ ਬਹੁਤ ਪੰਜਾਬ ਬੰਦ ਕਰ ਲਏ, ਇੰਡੀਆ ਬੰਦ ਕਰ ਲਈਏ, ਫਿਰ 4 ਦਿਨ ਲਈ ਬੰਦ ਕਰ ਲਈਏ। ਅਲਟੀਮੇਟਲੀ ਕੀ ਹੋਣਾ? ਨੁਕਸਾਨ ਤਾਂ ਦੇਸ਼ ਦਾ ਹੀ ਹੈ। ਅੱਛਾ ਸੋਮ ਪ੍ਰਕਾਸ਼ ਜੀ, ਇੱਕ ਚੀਜ਼ ਇੱਥੇ ਥੋੜ੍ਹੀ ਜਿਹੀ ਸਮਝਣ ਵਾਲੀ, ਜਿੱਦਾਂ ਹੁਣ ਤੁਸੀਂ ਜ਼ਿਕਰ ਕੀਤਾ ਕਿ ਵੀ ਪੰਜਾਬ ਐਜ਼ ਏ ਸਟੇਟ ਜਦੋਂ ਆਪਾਂ ਦੇਖਦੇ ਹਾਂ ਤਾਂ ਖੇਤੀ ਵਾਲੇ ਪਾਸਿਓਂ ਚਲੋ ਜੇ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕਿਸਾਨਾਂ ਨੂੰ ਲੱਗਦਾ ਕਿ ਇੱਦਾਂ ਸੁਧਰਨਾ ਨਹੀਂ। ਇੰਡਸਟਰੀ ਬਾਰੇ ਤੁਸੀਂ ਦੱਸ ਹੀ ਚੁੱਕੇ ਹੋ ਵੀ ਜੇ ਆਪਾਂ ਇਹੋ ਜਿਹਾ ਮਾਹੌਲ ਬਣਾਵਾਂਗੇ ਤਾਂ ਅਗਲੇ ਚੱਕ ਕੇ ਲਟਾ ਕੇ ਭੱਜਣਗੇ, ਭਾਈ ਅਸੀਂ ਨਹੀਂ ਆਉਂਦੇ ਇੱਥੇ। ਤਾਂ ਫਿਰ ਜਿਹੜਾ ਸਟੇਟ ਹੈ ਉਹਦੀ ਜੇ ਇਹੋ ਜਿਹੀ ਹਾਲਤ ਨੂੰ ਦੇਖਦਿਆਂ ਹੋਇਆਂ ਕੇਂਦਰ ਸਰਕਾਰ ਕੋਈ ਇਹੋ ਜਿਹਾ ਫੈਸਲਾ ਜਾਂ ਇਹੋ ਜਿਹਾ ਕੋਈ ਰੋਡ ਮੈਪ ਪੰਜਾਬ ਦੇ ਲੋਕਾਂ ਨੂੰ, ਮੈਂ ਪੋਲੀਟੀਕਲ ਪਾਰਟੀਆਂ ਦੀ ਗੱਲ ਨਹੀਂ ਕਰਦਾ, ਕਿਉਂਕਿ 2022 ਦੇ ਵਿੱਚ ਪੰਜਾਬੀ ਹੋ ਸਕਦਾ ਵੀ ਤੁਸੀਂ ਕੋਈ ਇਹੋ ਜਿਹਾ ਰੋਡ ਮੈਪ ਲਿਆਓ ਕਿ ਪੰਜਾਬੀ ਕਹਿਣ ਲਾਓ ਜੀ ਬੀਜੇਪੀ ਦੀ ਸਰਕਾਰ ਬਣਾਉਣੀ, ਕਿਉਂਕਿ ਹੁਣ ਤਾਂ ਤੁਸੀਂ ਕਹਿ ਚੁੱਕੇ ਹੋ ਕਿ ਅਸੀਂ 117 ਸੀਟਾਂ ਲੜਨੀਆਂ। ਤਾਂ ਉਹੋ ਜਿਹਾ ਕੁਛ ਰੋਡ ਮੈਪ ਤੁਹਾਨੂੰ ਲੱਗਦਾ ਕਿ ਪਾਰਟੀ ਨੂੰ ਖਾਣ ਦੀ ਲੋੜ ਹੈ ਇਸ ਵੇਲੇ? ਦੇਖੋ, ਸਰਕਾਰ ਕੋਈ ਫੈਸਿਲਿਟੀ ਦੇਵੇ ਜੀ, ਮੇਰਾ ਖਿਆਲ ਅੱਜ ਦਾ ਜਿਹੜਾ ਇੰਡਸਟਰੀਲਿਸਟ ਹੈ ਉਹਨੂੰ ਬਹੁਤਾ ਮੈਟਰ ਨਹੀਂ ਕਰਦਾ। ਉਹਨੂੰ ਕਰਦਾ ਮਾਹੌਲ ਵਧੀਆ, ਉੱਥੇ ਜਿੱਥੇ ਵਧੀਆ ਲੱਗੇਗਾ ਉੱਥੇ ਇਨਵੈਸਟ ਕਰੇਗਾ। ਚਾਈਨਾ 'ਚ ਕਿਉਂ ਉੱਠ ਰਹੇ ਨੇ? ਤੇ ਮਾਹੌਲ ਠੀਕ ਨਹੀਂ ਹੈ, ਤਾਂ ਹੀ ਉੱਥੇ ਪੁੱਟ ਕੇ ਲਿਆ ਰਹੇ ਨੇ। ਤੇ ਜੀ ਜੀ। ਬਾਕੀ ਸਹੂਲਤਾਂ ਦੀ ਗੱਲ ਹੈ, ਉਹਦੇ ਵਿੱਚ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇੱਕ ਇੰਡਸਟਰੀਅਲ ਕੋਰੀਡੋਰ ਬਣ ਰਿਹਾ ਹੈ ਕੈਲਕਟਾ ਟੂ ਲੁਧਿਆਣਾ। ਅੱਛਾ ਜੀ। ਉਹਦੇ ਉੱਤੇ ਸਾਡੀ, ਮੈਂ ਕਿਉਂਕਿ ਇੰਡਸਟਰੀ ਡਿਪਾਰਟਮੈਂਟ ਨਾਲ ਡੀਲ ਕਰਦਾ, ਪੰਜਾਬ ਸਰਕਾਰ ਨੇ ਕਿਹਾ ਜੀ 1000 ਏਕੜ ਜ਼ਮੀਨ ਅਸੀਂ ਰਾਜਪੁਰਾ ਅਸੀਂ ਸਿਲੈਕਟ ਕੀਤਾ ਉਹਦੇ ਉੱਤੇ ਪਲੇਸ ਜੀ। 1000 ਏਕੜ ਜ਼ਮੀਨ ਅਸੀਂ ਤੁਹਾਨੂੰ ਦੇਵਾਂਗੇ ਔਰ ਉਹ ਸਾਡੀ ਸੀ, ਅਸੀਂ ਉਹਨੂੰ ਡਿਵੈਲਪ ਕਰਨਾ। ਅਸੀਂ ਬੜੀ ਕੋਸ਼ਿਸ਼ ਕਰ ਰਹੇ ਹਾਂ, ਸਾਨੂੰ ਦਿਓ 1000 ਏਕੜ ਜ਼ਮੀਨ, ਅਸੀਂ ਸ਼ੁਰੂ ਕਰੀਏ ਕੰਮ ਉੱਤੇ। 1000 ਏਕੜ 'ਚ ਬਹੁਤ ਵੱਡੀ ਇੰਡਸਟਰੀਆਂ ਲੱਗ ਸਕਦੀਆਂ। ਜੀ ਜੀ ਜੀ। ਕੋਈ ਵੱਡਾ ਇੰਡਸਟਰੀਅਲ ਟਾਊਨ ਬਣ ਸਕਦਾ। ਉਹ ਨਹੀਂ, ਹਾਲੇ ਤੱਕ ਸਰਕਾਰ ਦੀ ਪਤਾ ਨਹੀਂ ਪੰਜਾਬ ਸਰਕਾਰ ਦੀ ਕਿਆ ਮਜਬੂਰੀ ਹੈ, ਨਹੀਂ ਕਰ ਸਕੇ ਜੀ। ਔਰ ਜਦ ਤੱਕ ਅਸੀਂ ਕੁਝ ਨਾ ਕੁਝ ਦੇਖੋ, ਇਟ ਇਜ਼ ਅ ਸਟੇਟ ਸਬਜੈਕਟ, ਇੰਡਸਟਰੀ ਇਜ਼ ਅ ਸਟੇਟ ਸਬਜੈਕਟ ਜੀ। ਅਸੀਂ ਸੈਂਟਰ ਨੇ ਇਹਨੂੰ ਫੈਸਿਲੀਟੇਟ ਕਰਨਾ। ਇੱਕ ਸੈਂਟਰ ਦੀ ਜਿਹੜੀ ਫੈਸਿਲਿਟੀ ਲਾਗੇ ਹਿਮਾਚਲ ਨੂੰ ਜਾਂਦੀ ਹੈ ਨਾ ਜੀ, ਉਹ ਇੱਕ ਬਹੁਤ ਵੱਡਾ ਘਾਟਾ ਪੰਜਾਬ ਦੇ ਲਈ, ਕਿਉਂਕਿ ਜਿਹੜੇ ਬੰਦੇ ਨੇ ਮੰਨ ਲਓ ਵੀ ਇੱਥੇ ਅਨੰਦਪੁਰ ਫੈਕਟਰੀ ਲਾਉਣੀ, ਅਗਲਾ ਕਹਿੰਦਾ ਮੈਂ 50 ਕਿਲੋਮੀਟਰ ਪਰੇ ਜਾ ਵੜਦਾ ਬੱਦੀ। ਉਹ ਅਗਲਾ ਕਹਿੰਦਾ ਜੇ ਪਠਾਨਕੋਟ ਲਾਉਣੀ, ਪਠਾਨਕੋਟੋਂ ਚੱਕ ਕੇ ਮੈਂ ਪਰੇ ਹਿਮਾਚਲ ਜਾ ਵੜਦਾ। ਇੱਥੋਂ ਤੱਕ ਕਿ ਜਿਹੜਾ ਉਹ ਫਾਜ਼ਿਲਕਾ ਤੱਕ ਤੋਂ ਵੀ ਚੱਕ ਕੇ ਸਾਜੋ ਸਮਾਨ ਤੇ ਲੋਕ ਲੁਧਿਆਣਿਓਂ ਬਹੁਤ ਸਾਰੀ ਫੈਕਟਰੀ ਸ਼ਿਫਟ ਹੋ ਗਈ, ਅੰਮ੍ਰਿਤਸਰੋਂ ਹੋ ਗਈ, ਬਟਾਲਾ ਖਤਮ ਹੋ ਗਿਆ। ਇਹ ਜਿਹੜੀ ਮੇਰਾ ਖਿਆਲ ਜੇ ਮੈਂ ਗਲਤ ਨਹੀਂ ਤੇ 2003 ਦਾ ਫੈਸਲਾ ਹੋਇਆ ਖੜਾ, ਇਹਦੇ 'ਤੇ ਵੀ ਕਿਉਂਕਿ ਤੁਸੀਂ ਪੰਜਾਬ ਤੋਂ ਆਉਂਦੇ ਹੋ, ਤੁਸੀਂ ਇੰਡਸਟਰੀ ਦੇਖਦੇ ਹੋ, ਅਤੇ ਕਦੀ ਇਹਦੇ 'ਤੇ ਚਰਚਾ ਨਹੀਂ ਹੋਈ ਕਿ ਵੀ ਯਾਰ ਪੰਜਾਬ ਲਾ ਕੇ ਜਮ੍ਹਾਂ ਮਾਰਿਆ ਜਾਊਗਾ ਜੇ ਆਪਾਂ ਇੰਨੀ ਹਿਮਾਚਲ ਨੂੰ ਫੈਸਿਲਿਟੀ ਦੇਈ ਗਏ ਤਾਂ? ਐਜ਼ ਏ ਸਟੇਟ ਮੈਂ ਗੱਲ ਕਰਾਂ, ਜਦੋਂ ਤੁਸੀਂ ਗੱਲ ਕੀਤੀ ਕਿ ਸਟੇਟ ਨੂੰ ਵੀ ਤਾਂ ਚੱਕਣ ਦੇ ਲਈ ਕੁਛ ਨਾ ਕੁਛ ਕਰਨਾ ਪੈਂਦਾ। ਦੇਖੋ, ਇਹ ਗੱਲ ਤੁਹਾਡੀ ਠੀਕ ਹੈ, ਇੰਡਸਟਰੀਅਲ ਪਾਲਿਸੀ ਸਰਕਾਰ ਬਣਾਉਣ ਬਾਰੇ ਸੋਚ ਰਹੀ ਹੈ। ਮੈਂ ਤਾਂ ਬੜੀ ਜ਼ੋਰ ਨਾਲ ਗੱਲ ਕਰਦਾ ਹੁੰਦਾ ਜੀ। ਪੰਜਾਬ ਲਈ ਬਾਰਡਰ ਸਟੇਟ ਹੈ, ਇਹਦੇ ਕੁਝ ਨਾ ਕੁਛ ਸੋਚਣਾ ਚਾਹੀਦਾ। ਮੈਂ ਤਾਂ ਕਹਿੰਦਾ ਪੰਜਾਬ ਦੇ MP ਸਾਰਿਆਂ ਨੂੰ ਰਲ ਕੇ ਇਹ 'ਤੇ ਗੱਲ ਕਰਨੀ ਚਾਹੀਦੀ ਹੈ ਜੀ। ਮੈਂ ਵੀ ਨਾਲ ਉਹਨਾਂ ਦੇ ਰਲ ਕੇ ਵੀ ਕੋਸ਼ਿਸ਼ ਕਰੀਏ। ਪੰਜਾਬ ਦੇ ਚੀਫ ਮਿਨਿਸਟਰ ਨੂੰ ਵੀ ਦੇ ਸ਼ੁੱਡ ਇਸ ਡਾਇਰੈਕਸ਼ਨ 'ਚ ਆਪਾਂ ਇੱਕ ਪੋਜ਼ੀਟਿਵ ਸਟੇਟ ਲਈ ਕੁਛ ਕਰ ਸਕੀਏ ਜੀ। ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਜੇ ਪੰਜਾਬ ਲਈ ਕੋਈ ਚੰਗਾ ਕੋਈ ਪੈਕੇਜ ਮਿਲ ਜਾਏ, ਸਭ ਤੋਂ ਵੱਧ ਖੁਸ਼ ਕੌਣ ਹੋਏਗਾ? ਔਰ ਮੈਂ ਜ਼ਿਆਦਾ ਰਿਸਪੋਂਸੀਬਲ ਕਿਉਂਕਿ ਮੈਂ ਇਸ ਮਹਿਕਮੇ ਦੇ ਵਿੱਚ ਵੀ ਹਾਂ। ਬਿਲਕੁਲ ਸਹੀ, ਤੁਹਾਡੇ ਤੋਂ ਬਹੁਤ ਆਸਾਂ ਨੇ। ਪਰ ਇੱਕ ਜਿਹੜਾ ਪ੍ਰਭਾਵ ਚਲਾ ਗਿਆ ਕਿ ਆ ਦੁਸਹਿਰੇ 'ਤੇ ਲੋਕਾਂ ਨੇ ਜਾਂ ਕਿਸਾਨ ਜਥੇਬੰਦੀਆਂ ਨੇ ਜਾਂ ਈਵਨ ਕੁਝ ਪੋਲੀਟੀਕਲ ਪਾਰਟੀਆਂ ਨੇ ਵੀ ਮੋਦੀ ਸਾਹਿਬ ਦੇ ਪੁਤਲੇ ਨੂੰ ਰਾਵਣ ਦੀ ਜਗ੍ਹਾ ਦੇ ਉੱਪਰ ਅੱਗ ਲਾਈ। ਉਸ ਚੀਜ਼ ਤੋਂ ਕਹਿੰਦੇ ਮੋਦੀ ਸਾਹਿਬ ਬੜੇ ਨਾਰਾਜ਼ ਨੇ ਅਤੇ ਹੁਣ ਆਉਣ ਵਾਲੇ ਸਮੇਂ 'ਚ ਪੰਜਾਬ ਭੁਗਤੂਗਾ। ਇਹ ਕਿੰਨੀ ਕੁ ਸੱਚੀ? ਨਹੀਂ, ਇਹ ਕੋਈ ਸੱਚ ਨਹੀਂ ਹੈ। ਮੋਦੀ ਸਾਹਿਬ ਨੂੰ ਇੱਕ ਪਿੱਛੇ ਇੰਟਰਵਿਊ ਹੋ ਰਹੀ ਸੀ, ਉਹਨੂੰ ਕਿਹਾ ਵੀ ਤੁਹਾਡੀ ਬਹੁਤ ਐਨਰਜੀ ਦਾ ਕੀ ਕਾਰਨ ਹੈ? ਤੁਸੀਂ ਬਹੁਤ ਮਿਹਨਤ ਕਰਦੇ ਹੋ, ਬਹੁਤ ਐਨਰਜੀ ਤੁਹਾਡੇ 'ਚ ਹੈ, ਇਹਦਾ ਕੀ ਰਾਜ ਹੈ? ਉਹਨੇ ਕਿਹਾ ਵੀ ਮੈਨੂੰ ਰਾਜ ਇਹ ਹੈ ਕਿ ਮੈਨੂੰ ਬਹੁਤ ਸਾਰੇ 20 ਸਾਲਾਂ ਤੋਂ ਬੜੀਆਂ ਬੜੀਆਂ ਗਾਲਾਂ ਕੱਢਦੇ ਨੇ, ਉਹ ਤੋਂ ਮੈਨੂੰ ਸਟਰੈਂਥ ਮਿਲਦੀ ਹੈ। ਉਹ ਤੋਂ ਹੀ ਇਜ਼ ਅ ਪੋਜ਼ਿਟਿਵ ਮੈਨ। ਦੇਸ਼ ਦਾ ਭਲਾ ਕਿਵੇਂ ਕਰਨਾ, ਕਿਵੇਂ ਦੇਸ਼ ਨੂੰ ਕਰਨਾ, ਵੱਡੇ ਵੱਡੇ ਫੈਸਲੇ ਜਿਹੜੇ ਕੋਈ ਨਹੀਂ ਲੈ ਸੋਚ ਵੀ ਨਹੀਂ ਸਕਦਾ ਸੀ। 370 ਆਰਟੀਕਲ ਦਾ ਕੋਈ ਸੋਚ ਸਕਦਾ ਸੀ? ਬਿਲਕੁਲ ਸਹੀ, ਸੁਪਨਾ 'ਚ ਵੀ ਨਹੀਂ ਸੋਚਦਾ ਸੀ। ਰੋਕੇ ਅਬਦੁੱਲਾ ਜੀ ਕਹਿੰਦੇ 7 ਜਨਮ ਲੈ ਲਏ ਕੋਈ ਬੰਦਾ ਇਹਨੂੰ ਚੇਂਜ ਨਹੀਂ ਕਰ ਸਕਦਾ।
ਉਹਨੇ ਕਰਕੇ ਨਹੀਂ ਦਿਖਾਇਆ, 70 ਦਿਨਾਂ 'ਚ ਕਰ ਦਿੱਤਾ। ਹੂੰ 3 ਤਲਾਕ ਦਾ ਕੀਤਾ ਨਹੀਂ ਹੈ। ਰਾਮ ਮੰਦਰ ਦਾ ਮਸਲਾ ਕਿੰਨਾ ਵਧੀਆ ਸੀ, ਬਿਨਾਂ ਕਿਸੇ ਆਪੋਜੀਸ਼ਨ ਤੇ ਹੋਏ ਨਹੀਂ। ਇਹਦੇ ਤੇ ਸੋਮ ਪ੍ਰਕਾਸ਼ ਜੀ ਕਿਹਾ ਜਾਂਦਾ ਹੈ ਕਿ ਬੀਜੇਪੀ ਨੂੰ ਇਹ ਵਾਲੀ ਪੋਲਿਟਿਕਸ ਸੂਟ ਕਰਦੀ ਹੈ, ਤਾਂ ਕਰਕੇ ਆਪਾਂ ਇਹੋ ਜਿਹੇ ਕੰਮ ਕਰਦੇ ਹਾਂ, ਇਹਨਾਂ ਨੂੰ ਪ੍ਰਚਾਰਦੇ ਹਾਂ। ਈਵਨ ਬਿਹਾਰ 'ਚ ਵੀ ਇਸ ਚੀਜ਼ ਨੂੰ ਪ੍ਰਚਾਰਿਆ ਗਿਆ ਹੁਣ ਜਿਹੜੀਆਂ ਇਲੈਕਸ਼ਨਾਂ ਚੱਲਦੀਆਂ ਪਈਆਂ। ਦੇਖੋ, ਦੇਸ਼ ਲਈ 370 ਆਰਟੀਕਲ ਕਰਨਾ ਪਾਰਟੀ ਦਾ ਮਸਲਾ ਥੋੜ੍ਹਾ, ਦੇਸ਼ ਦਾ ਮਸਲਾ ਹੈ। ਦੇਸ਼ ਦਾ ਮਸਲਾ ਹੈ। ਜੰਮੂ ਕਸ਼ਮੀਰ ਨੂੰ ਨਹੀਂ, ਚਲੋ ਇਹਨੂੰ ਇਹ ਤੋਂ ਅੱਗੇ ਧਾਰਾ 370 ਤੇ ਆ ਜਾਈਏ ਆਪਾਂ, ਧਾਰਾ 370 ਤੋਂ ਬਾਅਦ 3 ਤਲਾਕ ਤੇ ਆ ਜਾਈਏ, ਉਹ ਤਾਂ ਇੱਕ ਧਰਮ ਨਾਲ ਰਿਲੇਟਡ ਮੁੱਦਾ ਜੀ। ਨਹੀਂ ਤੇ ਪਰ ਉਹ ਇੱਕ ਵਰਗ ਹੈ, ਇਸਤਰੀ ਵਰਗ ਨੂੰ, ਉਹਨੂੰ ਪ੍ਰਤਾੜਿਤ ਕਰਨ ਵਾਲੀ ਗੱਲ ਹੈ ਵੀ ਉਹਨੂੰ ਜਿਹੜਾ ਮਰਜ਼ੀ ਕਹੇ ਤਲਾਕ ਤਲਾਕ ਤਲਾਕ। ਔਰ ਜਿਹੜੇ ਪੜ੍ਹੇ ਲਿਖੇ ਲੋਕੀ ਮੁਸਲਿਮ ਵੀ ਇਹਨੂੰ ਲਾਈਕ ਨਹੀਂ ਕਰਦੇ ਸੀ ਜੀ। ਬਹੁਤ ਸਾਰੀ ਕੰਟਰੀਜ਼ ਨਹੀਂ ਹੈ, ਮੁਸਲਿਮ ਕੰਟਰੀਜ਼ ਨਹੀਂ ਹੈ। ਇਸ ਕਰਕੇ ਇਹਨੂੰ ਪਾਸ ਕਰਨਾ ਜ਼ਰੂਰੀ ਸੀ ਔਰ ਕੀਤਾ ਵੀ ਹੈ। ਇਹ ਲਾਭ ਹਾਨੀਆਂ ਨਹੀਂ ਦੇਖਦੇ ਹੈ। ਮੋਦੀ ਸਾਹਿਬ ਕਹਿੰਦੇ ਮੈਨੂੰ ਇਹ ਸਮੱਸਿਆ ਨਹੀਂ, ਵੋਟਾਂ ਮੈਨੂੰ ਪੈਣਗੀਆਂ ਜਾਂ ਨਹੀਂ ਪੈਣਗੀਆਂ, ਜੇ ਗੱਲ ਠੀਕ ਹੈ ਮੈਂ ਕਰਨੀ ਹੈ। ਮੈਰਿਟ ਕੀ ਹੈ, ਲੋਕਾਂ ਦਾ ਭਲਾ ਕਿੱਥੇ ਹੈ, ਦੇਸ਼ ਦਾ ਭਲਾ ਕਿੱਥੇ ਹੈ, ਦੇਸ਼ ਦਾ ਹਿੱਤ ਕਿੱਥੇ ਹੈ। ਕੋਈ ਚਾਈਨਾ ਦੀ ਹੱਦ ਤੇ ਕਿਤੇ ਪੈਟਰੋਲਿੰਗ ਨਹੀਂ ਕੋਈ ਕਰਨ ਜਾਂਦਾ ਸੀ, ਤੇ ਕੀ ਸਮੱਸਿਆ ਹੈ। ਚਾਈਨਾ ਵਾਲੇ ਜਦੋਂ ਮਰਜ਼ੀ ਆ ਕੇ ਅੱਗੇ ਪੈਟਰੋਲਿੰਗ 20 ਲੱਗੇ ਆ ਜਾਣ ਤਾਂ ਵੀ ਕੋਈ ਫਰਕ ਨਹੀਂ, 20 ਪਿੱਛੇ ਚੱਲ ਜਾਂਦਾ। ਹੁਣ ਇਹ ਸਾਡੀ ਪੈਟਰੋਲਿੰਗ ਉਹਦੇ ਬਰਾਬਰ ਚੱਲਦੀ ਹੈ, ਸਾਹਮਣੇ ਆ ਜਾਂਦੇ, ਟੋਕ ਦਿੰਦੇ, ਨਹੀਂ ਭਈਆ ਤਾਂ ਅਸੀਂ ਅੱਗੇ ਨਹੀਂ ਆ ਸਕਦੇ। ਪਰ ਉਸ ਚੀਜ਼ ਨੂੰ ਵੀ ਵਿਰੋਧੀ ਪਾਰਟੀਆਂ ਕਹਿੰਦੀਆਂ ਵੀ ਇੰਨੇ ਸਾਲਾਂ ਦੀ ਜਿਹੜੀ ਉਹ ਮੇਰੇ 40 ਸਾਲਾਂ ਤੋਂ ਉੱਪਰ ਕਦੀ ਗੋਲੀ ਨਹੀਂ ਸੀ ਚੱਲੀ, ਤੇ ਮੋਦੀ ਸਾਹਿਬ ਨੇ ਉੱਥੇ ਵੀ ਪੜ੍ਹਾਤਾ, ਈਵਨ ਜਵਾਨਾਂ ਦਾ ਨੁਕਸਾਨ ਹੋ ਗਿਆ। ਤੇ ਇਹ ਵੀ ਦੋਸ਼ ਲਾਉਂਦੇ ਨੇ ਵੀ ਇਹ ਤਾਂ ਸਗੋਂ ਉਹਦੇ ਆਏ ਨੇ ਮੋਦੀ ਸਾਹਿਬ ਕਿੱਚਾ ਪੈਂਦਾ। ਉਹ ਤਾਂ ਗੱਲ ਹੀ ਜਿਵੇਂ ਏਜੰਟ ਹੁੰਦੇ ਨੇ ਉਹਨਾਂ ਦੇ, ਉਹ ਗੱਲ ਕਰਦੇ ਨੇ। ਚਾਈਨਾ ਦੀ ਪ੍ਰੋਬਲਮ ਸਮੱਸਿਆ ਇਹੀ ਹੈ ਵੀ ਉਹਨਾਂ ਨੂੰ ਟੋਕ ਦਿੱਤਾ ਵੀ ਤੁਸੀਂ ਅੱਗੇ ਨਹੀਂ ਆ ਸਕਦੇ। ਇਹ ਪਹਿਲਾਂ ਜ਼ਰੂਰਤ ਨਹੀਂ ਕੀਤੀ ਕਿਸੇ ਨੇ, ਉਹ ਹੁਣ ਉਹਨਾਂ ਨੂੰ ਟੋਕ ਦਿੱਤਾ, ਇਸ ਕਰਕੇ ਪ੍ਰੋਬਲਮ ਹੈ। ਆਪਣੀ ਹੱਦਾਂ ਦੀ ਰਾਖੀ ਦੇ ਖੜੇ ਨੇ ਜਵਾਨ। ਇਸ ਕਰਕੇ ਜਦੋਂ ਪਾਕਿਸਤਾਨ ਦੀ ਗੱਲ ਕਰਦੇ ਨੇ, ਪਹਿਲਾਂ ਹੀ ਕਹੀ ਜਾਂਦੇ ਸੀ ਜੋ ਜਿਹੜੇ ਪੁਲਵਾਮਾ ਦਾ ਹਮਲਾ ਐਵੇਂ ਝੂਠੇ ਦੀ ਗੱਲ ਕਹੇ, ਪਾਕਿਸਤਾਨ ਤੇ ਕੋਈ ਨਹੀਂ ਕੀਤਾ। ਪਾਕਿਸਤਾਨ ਦੇ ਲੀਡਰਾਂ ਨੇ ਪਾਰਲੀਮੈਂਟ 'ਚ ਖੁੱਲ੍ਹ ਕੇ ਕਿਹਾ ਬਹੁਤ ਵੱਡੀ ਸਾਡੀ ਪ੍ਰਾਪਤੀ ਹੈ। ਜੀ 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 ਜੀ। ਸੋ ਜਿਹੜੀ ਸਾਡੇ ਜਿਹੜਾ ਅੰਦਰ ਹਮਲਾ ਜਿਹੜਾ ਹੋਇਆ, ਉਹਨੂੰ ਕਿਹਾ ਨਾ ਵੀ ਜਦੋਂ ਬਾਜਵਾ ਸਾਡੇ ਕੋਲ ਆਇਆ, ਕਮੇਟੀ ਦੇ ਸਾਹਮਣੇ ਪੇਸ਼ ਹੋਇਆ, ਕੰਮ ਰਿਹਾ ਸੀ ਜੀ ਜੀ ਵੀ ਜਲਦੀ ਉਹਨੂੰ ਛੱਡ ਦਿਓ ਪਾਇਲਟ ਨੂੰ, ਨਹੀਂ ਤਾਂ ਅਸੀਂ ਮਾਰੇ ਜਾਵਾਂਗੇ, ਸਾਡੇ ਤੇ ਹਮਲਾ ਹੋਣ ਵਾਲਾ। ਇਹ ਤੇ ਕਿਤੇ ਸਾਡੇ ਰਾਹੁਲ ਗਾਂਧੀ ਪੁੱਛਦੇ ਸੀ ਤੇ ਤੁਸੀਂ ਕੀਤਾ ਵੀ ਹੈ ਕਿ ਨਹੀਂ, ਸਾਨੂੰ ਸਬੂਤ ਦਿਖਾਓ। ਬਿਲਕੁਲ ਸਹੀ। ਆਪਾਂ ਆਪਣੇ ਪ੍ਰਧਾਨ ਮੰਤਰੀ ਤੇ ਵਿਸ਼ਵਾਸ ਨਹੀਂ ਕਰਦੇ, ਦੂਜੇ ਨਾਲ ਤੇ ਦੂਜੇ ਦੇ ਪ੍ਰਧਾਨ ਮੰਤਰੀ ਦੀਆਂ ਸਿਫਤਾਂ ਕਰੀ ਜਾਂਦੇ ਆ, ਉਹ ਤਾਂ ਉਹ ਠੀਕ ਹੈ। ਤੇ ਇਹ ਵੀ ਕਿਤੇ ਨਾ ਕਿਤੇ ਤਰਾਸਦੀ ਆ। ਮੌਕੇ ਦੀ ਸਰਕਾਰ ਨੇ ਜਿਹੜੀ ਜ਼ਰੂਰਤ ਨਾਲ ਕੰਮ ਕੀਤੇ ਆ, ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਹੁਣ ਪੰਜਾਬ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਹੁਣ ਜਿਹੜੀ ਵੀ ਪੋਲੀਟੀਕਲ ਪਾਰਟੀ ਉਹਨੇ ਨਵੀਂ ਫਤੂਈ ਸਵਾ ਲਈ ਆ ਤੇ ਗੱਡੀ ਨੂੰ ਸ਼ਿੰਗਾਰ ਕੇ ਨਵੇਂ ਟਾਇਰ ਪਵਾ ਲਏ, ਕਿਉਂਕਿ ਉਹਨੂੰ 2022 ਦੀ ਦਾ ਬੀਜੇਪੀ, ਕਿਉਂਕਿ ਹੁਣੇ ਆਪਣਾ ਇੰਨਾ ਪੁਰਾਣਾ ਗੱਠਜੋੜ ਟੁੱਟਿਆ ਤੇ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਵੀਂ ਸ਼ੁਰੂਆਤ ਹੋਣੀ ਆ, ਤੇ ਪੇਚਾ ਉੱਤੋਂ ਜਿਹੜਾ ਖੇਤੀ ਬਿੱਲਾਂ ਦਾ ਪੈ ਗਿਆ। ਇਹੋ ਜਿਹੀ ਸਥਿਤੀ 'ਚ ਬੀਜੇਪੀ ਦੀ ਪੰਜਾਬ 'ਚ ਸਥਿਤੀ ਕਿਹੋ ਜਿਹੀ ਦੱਸਦੀ? ਦੇਖੋ, ਬੀਜੇਪੀ ਵੱਡੀ ਪਾਰਟੀ ਹੈ ਜੀ, ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ, 10 ਕਰੋੜ ਮੈਂਬਰ ਹੈ ਜੀ। ਇਸ ਕਰਕੇ ਸਾਨੂੰ ਕੋਈ ਸਮੱਸਿਆ ਨਹੀਂ ਹੈ। ਅਸੀਂ ਜਿਹੜੇ ਕਿਸਾਨਾਂ ਦੇ ਬਿੱਲਾਂ ਨੂੰ ਰਾਜਨੀਤੀ ਤੋਂ ਨਾਲ ਨਹੀਂ ਤੋਲਦੇ, ਅਸੀਂ ਸਿਰਫ ਕਿਸਾਨ ਦਾ ਭਲਾ। ਸਾਡੇ ਕਿਹਾ ਵੀ 2022 ਤੱਕ ਦੁੱਗਣੀ ਆਮਦਨ ਕਰਨੀ ਹੈ। ਪਹਿਲੀ ਵਾਰ ਹੈ ਕਿ ਸਵਾਮੀਨਾਥਨ ਰਿਪੋਰਟ ਦੀ ਜੇ ਕਿਸੇ ਨੇ ਗੱਲ ਕੀਤੀ ਹੈ, ਉਹ 'ਚ ਇਹ ਲਿਖਿਆ ਉਹਦੀ ਕਾਸਟ ਕਿੰਨੀ ਪਲੱਸ 50% ਪ੍ਰੋਫਿਟ ਜੀ। ਉਹਦੇ ਹਿਸਾਬ ਨਾਲ ਜਿਹੜੀ ਪ੍ਰੋਕਿਊਰਮੈਂਟ ਜਿਹੜੀ MSP ਡਿਕਲੇਅਰ ਹੁੰਦੀ ਹੈ, ਔਰ ਹਰ ਵਾਰ ਇੱਕ 100 ਰੁਪਇਆ ਕੀਮਤ ਵਧੀ ਹੈ ਕੁਆਂਟਲ ਦੀ, ਇਸ ਕਰਕੇ ਬਦਲੀ ਆ, ਉਹਨੂੰ ਲਾਗੂ ਕੀਤਾ ਹੈ। ਬੇਸ਼ੱਕ ਦੂਜਿਆਂ ਵਿਰੋਧੀ ਧਿਰ ਵਾਲੇ ਕੁਛ ਵੀ ਕਹਿੰਦੇ ਰਹਿਣ, ਲੇਕਿਨ ਇਹ ਸੱਚ ਹੈ, ਸਪਸ਼ਟ ਹੈ ਕਿ ਪਹਿਲੀ ਵਾਰ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕੀਤਾ ਹੈ ਔਰ ਕਿਸਾਨਾਂ ਦਾ ਭਲਾ ਵੀ ਹੋਇਆ। ਔਰ ਕਿਸਾਨਾਂ ਦੇ ਖਾਤਿਆਂ ਵਿੱਚ ਜੇ 90,000 ਕਰੋੜ ਰੁਪਇਆ ਸਰਕਾਰ ਪਾ ਸਕਦੀ ਹੈ, ਕਿਸਾਨਾਂ ਦਾ ਭਲੇ ਦੀ ਗੱਲ ਕਰ ਸਕਦੀ ਹੈ। ਪਰ ਇੱਕ ਗੱਲ ਨਹੀਂ ਸਮਝ ਆਈ ਸੋਮ ਪ੍ਰਕਾਸ਼ ਜੀ, ਦੇਖੋ ਤੁਸੀਂ ਕਹਿੰਦੇ ਹੋ ਕਿ ਆਪਾਂ ਕਿਸਾਨਾਂ ਦਾ ਭਲਾ ਕਰਨਾ, ਬੀਜੇਪੀ ਕਹਿੰਦੀ ਆ, ਕੇਂਦਰ ਵਾਲੇ ਪਾਸਿਓਂ ਮੋਦੀ ਸਾਹਿਬ ਕਹਿੰਦੇ ਆ ਕਿ ਆਪਾਂ ਕਿਸਾਨਾਂ ਦਾ ਭਲਾ ਕਰਨਾ। ਹੁਣ ਜਿਹਨਾਂ ਦਾ ਭਲਾ ਕਰਨਾ ਉਹ ਝੰਗਾੜਾ ਮਾਰੀ ਜਾਂਦੇ ਵੀ ਯਾਰ ਸਾਡਾ ਭਲਾ ਨਾ ਕਰੋ, ਸਾਨੂੰ ਲੋੜ ਨਹੀਂ। ਇਹ ਕਿੱਥੇ ਦੀ ਜਾ ਕੇ ਗਰਾਰੀ? ਦੇਖੋ, ਇਹਦਾ ਬੈਠ ਕੇ ਗੱਲ ਹੋਣੀ ਹੈ ਜੀ। ਫਿਰ ਆਪਾਂ ਕਰਦੇ ਕਿਉਂ ਨਹੀਂ ਜੀ? ਅਸੀਂ ਤਾਂ ਤਿਆਰ ਹਾਂ। ਫਿਰ ਹੁਣ ਤੁਸੀਂ ਅੱਜ ਮੈਂ ਨਾ ਇਹ ਪਲੇਟਫਾਰਮ ਵੀ ਹੈ, ਆਪਾਂ ਨੂੰ ਬਹੁਤ ਦੁਨੀਆ ਸੁਣਦੀ ਹੋਊਗੀ, ਕੁਝ ਨਾ ਕੋਈ ਰੋਡ ਮੈਪ ਦੇ ਕੇ ਜਾਓ ਕਿ ਆ ਜੀ ਆਹ ਤਰੀਕਾ ਹੈ। ਕਿਉਂਕਿ ਉਸ ਦਿਨ ਖੇਤੀ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਜਿਹੜੇ ਕੇਂਦਰੀ ਖੇਤੀ ਮੰਤਰੀ ਸਾਹਿਬ ਨੇ ਨਰਿੰਦਰ ਸਿੰਘ ਤੋਮਰ ਹੋਰੀ। ਅੱਜ ਤੁਸੀਂ ਵੀ ਐਜ਼ ਏ ਮੰਤਰੀ ਕਹਿ ਰਹੇ ਹੋ ਕਿ ਅਸੀਂ ਗੱਲ ਕਰਨ ਨੂੰ ਤਿਆਰ ਹਾਂ। ਬਿਲਕੁਲ। ਫਿਰ ਉਹ ਗੱਲ ਦਾ ਧਾਗਾ ਕਿਹੜੇ ਪਾਸਿਓਂ ਫੜੀਏ, ਕਿੱਧਰੋਂ ਗੱਲ ਤੁਰੇ, ਕਿਵੇਂ? ਦੇਖੋ, ਕਿਸਾਨਾਂ ਨੂੰ ਵੀ ਚਾਹੀਦਾ ਦੇਸ਼ ਦੇ ਪੰਜਾਬ ਦੇ ਵਡੇਰੇ ਹਿੱਤਾਂ ਵਿੱਚ ਜੀ ਸਾਡੀ ਵੀ ਜ਼ਿੰਮੇਵਾਰੀ ਹੈ, ਉਹਨਾਂ ਦੀ ਵੀ ਜ਼ਿੰਮੇਵਾਰੀ ਹੈ। ਦੇਸ਼ ਦੇ ਪ੍ਰਤੀ ਸਾਰੇ ਇਕੁਅਲ ਰਿਸਪੌਂਸੀਬਲ ਹੈ। ਆਪਾਂ ਗੱਲਬਾਤ ਜਲਦੀ ਕਰੀਏ, ਸ਼ੁਰੂ ਕਰੀਏ, ਆਉਣ ਨੂੰ ਤਿਆਰ ਹੈ, ਮੋਸਟ ਵੈਲਕਮ ਜੀ।
ਔਰ ਇਹਦਾ ਕੋਈ ਰੋਡ ਮੈਪ ਤਿਆਰ ਕਰਕੇ, ਖਾਕਾ ਤਿਆਰ ਕਰਕੇ, ਕਿਤੇ ਇੱਕ ਗੱਲ ਮੰਨਣੀ, ਕੀ ਕਰਨਾ, ਕੀ ਚਾਹੁੰਦੇ ਨੇ, ਉਹ ਸਾਨੂੰ ਸਮਝਾ ਦੇਣਗੇ ਜਾਂ ਅਸੀਂ ਉਹਨਾਂ ਨੂੰ ਸਮਝਾਵਾਂਗੇ। ਇਹੀ ਗੱਲ ਹੋਣੀ ਹੈ ਨਾ, ਜੀ ਜੀ ਜੀ। ਇੱਕ ਦੂਜੇ ਡਿਸਕਸ ਕਰਨਾ। ਔਰ ਪਰ ਇਹਦਾ ਸੱਦਾ ਤਾਂ ਸਰਕਾਰ ਵਾਲੇ ਪਾਸੇ ਹੋਣਾ ਨਾ, ਤੁਹਾਡੇ ਵਾਲੇ ਪਾਸੇ ਹੋਣਾ, ਕਿਉਂਕਿ ਕਿਸਾਨ ਤਾਂ ਕਹਿਣਗੇ ਨਹੀਂ ਜੀ ਵੀ ਅਸੀਂ ਫਲਾਣੇ ਪਿੰਡ 'ਚ ਸੱਥ 'ਚ ਬੈਠੇ ਆ ਜੀ, ਮੰਤਰੀ ਸਾਹਿਬ ਇੱਥੇ ਆ ਜਾਓ। ਦੇਖੋ ਸਾਨੂੰ ਸੱਦਣ ਦੇ ਗੱਲ ਨਹੀਂ, ਪਰ ਜਿਵੇਂ ਉਹ ਬਾਹਰ ਨਿਕਲ ਕੇ ਆ ਕੇ ਪਾੜ ਕੇ ਬਿੱਲ ਸੁੱਟਦੇ ਆ, ਇਹ ਤਾਂ ਐਵੇਂ ਟੀਵੀ 'ਤੇ ਆਪਾਂ ਦਿਖਾਲਣ ਵਾਲੀ ਗੱਲ ਹੁੰਦੀ ਆ। ਇਹਦਾ ਰਿਪਰਕਸ਼ਨ ਕਾਫੀ ਲੰਬੇ ਹੋ ਜਾਂਦੇ ਆ ਜੀ। ਜੀ ਜੀ ਜੀ। ਹੁਣ ਉਹਨਾਂ ਨੇ ਆਉਣਾ, ਉਹ ਕਹਿੰਦਾ ਅਸੀਂ ਤਾਂ ਆਉਣਾ ਨਹੀਂ, ਸਾਡੇ ਕੋਲ ਉੱਥੇ ਚੱਲ ਕੇ ਆਉਣਗੇ। ਉਹ ਪਰ ਉਹ ਗੱਲਾਂ ਕਈ ਗੱਲ ਹੁੰਦੀਆਂ ਜੀ। ਮੈਂ ਤਾਂ ਨਿੱਜੀ ਤੌਰ 'ਤੇ ਮੇਰੀ ਪਰਸਨਲ ਰਾਏ ਵੀ ਆ, ਮੈਂ ਜਿਹੜੇ ਮੇਰੇ ਕਿਸਾਨ ਜਾਣਦੇ ਆ ਉਹਨਾਂ ਦਾ ਰਾਏ ਵੀ ਕਹਿੰਦਾ ਵੀ ਆ। ਮੈਂ ਅਪੀਲ ਵੀ ਕਰਦਾ, ਜਿਵੇਂ ਤੁਹਾਡੇ ਰਾਹੀਂ ਵੀ, ਤੁਹਾਡੇ ਚੈਨਲ ਰਾਹੀਂ ਵੀ, ਸਾਰੀ ਦੁਨੀਆ ਬਹੁਤ ਸਭ ਤੋਂ ਜ਼ਿਆਦਾ ਚੈਨਲ ਤੁਹਾਡਾ ਸੁਣਿਆ ਜਾਂਦਾ, ਦੇਖਦੇ ਨੇ ਲੋਕੀ ਚਾਅ ਦੇ ਨਾਲ। ਮੇਰੀ ਅਪੀਲ ਇਹੀ ਹੈ ਵੀ ਆਓ ਰਲ ਕੇ ਗੱਲ ਕਰੀਏ, ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਹਿੱਤਾਂ ਦੀ ਗੱਲ ਕਰੀਏ। ਨੁਕਸਾਨ ਪੰਜਾਬ ਦਾ ਬਹੁਤ ਹੋ ਰਿਹਾ, ਇੰਪੋਰਟ ਐਕਸਪੋਰਟ, ਦੇਸ਼ ਧੰਦੇ ਨਾਲ, ਕਿਸਾਨੀ ਦਾ ਨਹੀਂ, ਜਿਹੜੇ ਕਾਰਖਾਨਿਆਂ ਦਾ ਵੀ ਨੁਕਸਾਨ ਹੈ, ਪੰਜਾਬ ਦਾ ਨੁਕਸਾਨ ਹੈ। ਅਸੀਂ ਜਾਣੇ ਅਣਜਾਣੇ ਬਹੁਤ ਵੱਡਾ ਨੁਕਸਾਨ ਕਰ ਰਹੇ ਹਾਂ। ਔਰ ਜਿਹੜੇ ਆਉਣ ਵਾਲੀ ਜਨਰੇਸ਼ਨਸ ਦਾ ਲਈ ਅਸੀਂ ਕੋਈ ਚੰਗਾ ਕਦਮ ਨਹੀਂ ਪੇਸ਼ ਨਹੀਂ ਕਰ ਰਹੇ। ਲੋਕੀ ਸਾਨੂੰ ਕਰਸ ਕਰਨਗੇ ਕਿ ਤੁਸੀਂ ਪੰਜਾਬ ਦਾ ਐਡਾ ਨੁਕਸਾਨ ਕੀਤਾ। ਇੱਕ ਸੋਮ ਪ੍ਰਕਾਸ਼ ਜੀ, ਮੇਰੇ ਦਿਮਾਗ 'ਚ ਗੱਲ ਆਉਂਦੀ ਸੀ ਕਿ 2024 ਤੱਕ ਦਾ ਸਮਾਂ ਹੈ ਮੋਦੀ ਸਾਹਿਬ ਦੀ ਸਰਕਾਰ ਕੋਲੇ, ਤੁਹਾਡੇ ਕੋਲੇ ਵੀ। ਹੁਣ 2024 ਤੱਕ ਪੰਜਾਬ ਦੇ ਲਈ ਬਹੁਤ ਕੁਝ ਕਰ ਸਕਦੀ ਹੈ ਬੀਜੇਪੀ। ਕਿਉਂ ਨਾ ਕੁਛ ਉਹੋ ਜਿਹੀ ਗੱਲ ਵੀ ਹੋਣੀ, ਜੇ ਟੇਬਲ ਟਾਕ ਕਰਨੀ ਹੈ ਕਿਸਾਨਾਂ ਦੇ ਨਾਲ, ਅਤੇ ਕੁਛ ਇਹੋ ਜਿਹੀ ਗੱਲ ਕਰ ਲਈ ਜਾਵੇ ਕਿ ਤੁਸੀਂ ਇਸ ਸਾਲ ਤੱਕ ਆਹ ਦੇਖ ਲੈਣਾ, ਇਸ ਸਾਲ ਤੱਕ ਆਹ ਦੇਖ ਲੈਣਾ, ਤਾਂ ਜੋ ਜਿਹੜਾ ਉਹਨਾਂ ਦੇ ਡਰ ਖਦਸ਼ੇ ਨੇ ਉਹਨਾਂ ਨੂੰ ਹੁਣ ਤੋਂ ਹੀ ਇੱਕ ਸੁਪਨੇ ਦੇ ਤੌਰ 'ਤੇ ਦਿਖਾਇਆ ਜਾਵੇ ਵੀ ਆਹ ਚੀਜ਼ ਇਸ ਤਰ੍ਹਾਂ, ਜੇ ਨਾ ਹੋਈ ਤਾਂ ਫਿਰ ਅਸੀਂ ਬੈਠੇ ਹਾਂ। ਉਹ ਇੱਕ ਯਕੀਨ ਬਣਾਉਣ ਦੀ ਲੋੜ ਨਹੀਂ। ਬਿਲਕੁਲ ਇਹੀ ਗੱਲ, ਗੱਲਬਾਤ ਨਹੀਂ ਹੋ ਸਕਦਾ। ਉਹਨੂੰ ਕਹਾਂਗੇ ਵੀ ਜੇ ਤੁਹਾਡਾ ਸਪੋਰਟ ਪ੍ਰਾਈਸ ਕਿ ਤੁਹਾਨੂੰ ਲੱਗੇਗਾ 2 ਸਾਲਾਂ ਬਾਅਦ, ਤੁਸੀਂ ਕਹਿੰਦੇ ਮੰਡੀਆਂ ਬੰਦ ਹੋ ਜਾਣੀਆਂ, ਸਰਕਾਰ ਨੇ ਪਿੱਛੇ ਹਟ ਜਾਣਾ, ਫਿਰ ਐਜੀਟੇਸ਼ਨ ਕਰੋਗੇ, ਅਸੀਂ ਵੀ ਨਾਲ ਬੈਠਾਂਗੇ। ਕਿਸਾਨਾਂ ਦੇ ਨਾਲ ਐਜੀਟੇਸ਼ਨ ਹੈ। ਅਸੀਂ ਪੰਜਾਬ ਦੇ ਲੋਕ ਹੈ, ਪੰਜਾਬ ਦਾ ਨੁਕਸਾਨ ਹੋਏਗਾ ਤਾਂ ਅਸੀਂ ਕੀ ਕਰਨਾ ਫਿਰ ਮੰਤਰੀ ਬਣ ਕੇ, ਅਸੀਂ ਵੀ ਐਜੀਟੇਸ਼ਨ ਕਰਾਂਗੇ। ਬਿਲਕੁਲ ਸਹੀ। ਇਹ ਤਾਂ ਹੈ। ਐਵੇਂ ਆਪਾਂ ਸਪੋਜ਼ ਕਰ ਲਿਆ 5 ਸਾਲਾਂ ਬਾਅਦ ਆਹ ਹੋ ਜਾਣਾ ਜੀ, ਫਿਰ ਸਰਕਾਰ ਨੇ ਭੱਜ ਜਾਣਾ ਜੀ, ਲੋਕਾਂ ਦੇ ਪੇਸ਼ ਨਹੀਂ ਹੋਣਾ ਹੈ। ਇਹ ਕਿਹੜਾ ਰਾਜੇ ਦੀ ਸਰਕਾਰ ਹੈ, ਇਹ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ। ਮੁੜ ਕੇ ਫਿਰ ਲੋਕਾਂ ਕੋਲ ਪੇਸ਼ ਹੋਣਾ, ਪਨਿਸ਼ ਕਰਕੇ ਲੋਕੀ ਜ਼ੀਰੋ ਵੀ ਕਰ ਦਿੰਦੇ ਨੇ। ਪਰ ਇਹ ਗੱਲ ਹੈ ਸੋਮ ਪ੍ਰਕਾਸ਼ ਜੀ, ਇਹ ਕਿਹਾ ਤਾਂ ਵੈਸੇ ਇਸ ਵਕਤ ਇਹੀ ਜਾ ਰਿਹਾ ਵੀ ਮੋਦੀ ਸਾਹਿਬ ਜਿੰਨੇ ਵੱਡੇ ਲੀਡਰ ਨੇ ਐਂਡ ਜਿੰਨੀ ਪਕੜ ਹੈ ਪੂਰੇ ਦੇਸ਼ ਦੇ ਵਿੱਚ ਉਹਨਾਂ ਦੀ, ਇੱਕ ਤਰ੍ਹਾਂ ਨਾਲ ਉਹਨਾਂ ਦੀ ਰਾਜੇ ਵਾਲੀ ਸਰਕਾਰ ਇਹ ਕੀ ਪਤਾ 24 ਤੋਂ ਬਾਅਦ ਵੋਟਾਂ ਹੀ ਨਾ ਕਰਾਉਣ, ਅਗਲੇ ਕਹਿਣ ਕੋਈ ਨਹੀਂ ਮੈਂ ਹੀ ਮੈਂ ਆ। ਦੇਖੋ ਇਹ ਸੰਵਿਧਾਨ ਹੈ, ਡਾਕਟਰ ਅੰਬੇਦਕਰ ਸਾਹਿਬ ਦਾ ਲਿਖਿਆ ਸੰਵਿਧਾਨ, ਉਹ 'ਚ ਲਿਖਿਆ ਹੈ ਵੀ 5 ਸਾਲਾਂ ਬਾਅਦ ਵੋਟਾਂ ਪੈਣੀਆਂ। ਇਹ ਇੰਦਰਾ ਗਾਂਧੀ ਸੀ ਜਿਹਨੇ ਇੱਕ ਵਾਰੀ ਪਾਰਲੀਮੈਂਟ ਕਰਕੇ 6 ਸਾਲ ਕਰਤੇ ਸੀ ਜੀ। ਇਹ ਕਾਂਗਰਸ ਵਾਲੇ ਕਰ ਸਕਦੇ, ਸਾਡੇ ਬਾਰੇ ਤਾਂ ਸੋਚਿਆ ਨਹੀਂ ਜਾ ਸਕਦਾ। ਇਹ ਕਾਨਸਟੀਟਿਊਸ਼ਨ ਦੀ ਜਿਹੜੀ ਰਿਸਪੌਂਸਿਬਿਲਿਟੀ ਹੈ, ਸੁਪਰੀਮ ਕੋਰਟ ਬੈਠੀ ਇੰਡੀਪੈਂਡੈਂਟ ਜੁਡੀਸ਼ਰੀ ਦੀ, ਇੱਕਦਮ ਖਿਚਾਈ ਕਰ ਦੇਗੀ। ਜੀ ਜੀ ਜੀ। ਇਹ ਦੇਸ਼ ਡਾਕਟਰ ਅੰਬੇਦਕਰ ਸਾਹਿਬ ਦਾ ਲਿਖਿਆ ਸੰਵਿਧਾਨ ਹੈ, ਇਹਦੇ ਮੁਤਾਬਕ ਤਾਂ ਚੱਲਣਾ ਹੀ ਪੈਣਾ ਹਰ ਇੱਕ ਨੂੰ। ਇਸ ਕਰਕੇ ਨਾ ਸਰਕਾਰ ਦੀ ਸਾਡੀ ਸੋਚ ਹੋ ਸਕਦੀ ਹੈ। ਇਹ ਤਾਂ ਤਾਨਾਸ਼ਾਹੀ ਸੋਚ ਦੀ, ਜਿਹੜੇ ਐਮਰਜੈਂਸੀ ਲਾ ਸਕਦੇ ਨੇ ਦੇਸ਼ ਵਿੱਚ ਆਪਣੀ ਸੱਤਾ ਨੂੰ ਬਚਾਉਣ ਲਈ। ਜਿਹੜਾ ਹਾਈ ਕੋਰਟ ਨੇ ਕਹਿਤਾ, ਜੋ ਉਹਨੇ ਡਿਕਲੇਅਰ ਕਰਤੀ ਸੀ ਉਹਦੀ ਚੋਣ ਗਲਤ ਇੰਦਰਾ ਗਾਂਧੀ ਜੀ ਦੀ, ਉਹ ਤੋਂ ਬਾਅਦ ਆਪਣੀ ਸੱਤਾ ਨੂੰ ਬਚਾਉਣ ਦੀ ਖਾਤਰ ਕਿੰਨਾ ਕੁਛ ਚੇਂਜ ਕਰ ਦਿੱਤਾ। ਜੀ ਜੀ ਜੀ। ਉਹ ਲੋਕੀ ਕਹਿੰਦੇ ਨੇ ਵੀ ਆਹ ਕੁਛ ਹੋ ਸਕਦਾ, ਉਹੀ ਸੋਚਦੇ ਨੇ ਕਿਉਂਕਿ ਉਹਨਾਂ ਨੇ ਆਪ ਕੀਤਾ ਹੋਇਆ ਇਹ ਕੰਮ। ਚਲੋ ਅੱਛਾ, ਤੁਸੀਂ ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਦੀ ਗੱਲ ਕੀਤੀ ਆ। ਪਿਛਲੇ ਸਮੇਂ 'ਚ ਬੀਜੇਪੀ ਵੱਲੋਂ ਉਹਨਾਂ ਦੇ ਬੁੱਤਾਂ ਦੇ ਉੱਪਰ ਹਾਰ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਟਕਰਾਅ ਹੋਇਆ। ਫਿਰ ਉਸ ਤੋਂ ਬਾਅਦ ਕਿਹਾ ਗਿਆ ਕਿ ਦਲਿਤ ਇਨਸਾਫ ਯਾਤਰਾ ਆਪਾਂ ਕੱਢਣੀ ਹੈ, ਉਹਨੂੰ ਵੀ ਰੋਕ ਦਿੱਤਾ ਗਿਆ ਜਲੰਧਰ 'ਚ। ਵਿਰੋਧੀਆਂ ਦਾ, ਈਵਨ ਦਲਿਤ ਭਾਈਚਾਰੇ ਦਾ ਵੀ ਕਹਿਣਾ ਸੀ ਵੀ ਹੁਣ ਤੱਕ ਤਾਂ ਬੀਜੇਪੀ ਨੇ ਕਦੀ ਸਾਡਾ ਸਾਥ ਨਹੀਂ ਦਿੱਤਾ। ਫਿਰ ਉਸ ਤੋਂ ਬਾਅਦ ਜਿਹੜਾ ਜੇ ਤੁਸੀਂ ਸਕਾਲਰਸ਼ਿਪ ਜਿਹੜੀ ਸਕੀਮ ਹੈ ਜਿਹ 'ਚ ਘਪਲਾ ਹੋਇਆ, ਉਹ ਪਿਛਲੀ ਸਰਕਾਰ ਵੇਲੇ ਵੀ ਸੀ, ਉਦੋਂ ਅਕਾਲੀ ਭਾਜਪਾ ਸਰਕਾਰ ਥੋੜ੍ਹੀ ਸੀ ਪੰਜਾਬ ਦੇ ਵਿੱਚ। ਅਤੇ ਫਿਰ ਜੇ ਉਦੋਂ ਕੋਈ ਹੱਲ ਨਹੀਂ ਕੀਤਾ ਅਤੇ ਹੁਣ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਅਤੇ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਨਾਅਰਾ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ, ਉਹਨਾਂ ਇਲਜ਼ਾਮਾਂ ਨੂੰ ਕਿਵੇਂ ਦੇਖੋ ਡਾਕਟਰ ਅੰਬੇਦਕਰ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਇਹ ਕਿਸੇ ਜਾਤ ਨਾਲ ਸੰਬੰਧਿਤ ਨਹੀਂ ਜੀ, ਕਿਸੇ ਧਰਮ ਨਾਲ ਸੰਬੰਧਿਤ ਨਹੀਂ ਹੈ। ਸਾਰੀ ਦੇਸ਼ ਵਿੱਚ, ਸਾਰੀ ਦੁਨੀਆ 'ਚ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਜੀ। ਸਾਰੀ ਦੁਨੀਆ ਉਹਨਾਂ ਦਾ ਸਤਿਕਾਰ ਕਰਦੀ ਹੈ। ਡਾਕਟਰ ਅੰਬੇਦਕਰ ਸਾਹਿਬ ਦੇ ਨਾਲ ਕੋਈ ਵੀ ਸੰਬੰਧਿਤ ਗੱਲ ਕਰੋ, ਜਿੱਥੇ ਉਹਦਾ ਜਨਮ ਸਥਾਨ ਹੈ ਮਹੂ ਵਿੱਚ, ਉੱਥੇ ਸਮਾਰਕ ਬਣਿਆ ਜੀ। ਜਿੱਥੇ ਉਹਨਾਂ ਦੀ ਡੈਥ ਹੋਈ ਉੱਥੇ ਸਮਾਰਕ ਬਣਿਆ। ਜਿੱਥੇ ਉਹਦੀ ਦੀਕਸ਼ਾ ਲਈ ਨਾਗਪੁਰ 'ਚ ਉੱਥੇ ਸਮਾਰਕ ਬਣਿਆ। ਜਿੱਥੇ ਉਹਦੀ ਡੈਥ ਹੋਈ ਦਿੱਲੀ ਵਿੱਚ ਹਸਪਤਾਲ ਰੋਡ 'ਤੇ, ਉੱਥੇ ਸਮਾਰਕ ਬਣਿਆ। ਜਿੱਥੇ ਉਹ ਪੜ੍ਹੇ ਇੰਗਲੈਂਡ ਵਿੱਚ, ਇਹ ਸਾਰੇ ਹੀ ਕਦੋਂ ਬਣੇ ਨੇ? ਬੀਜੇਪੀ ਨੇ ਬਣਾਏ ਨੇ, ਬੀਜੇਪੀ ਦੀ ਸਰਕਾਰਾਂ ਵੇਲੇ ਬਣੇ ਨੇ। 5 ਤੀਰਥ ਆਪਾਂ ਕਹਿੰਦੇ ਹਾਂ, ਆਪਾਂ ਗੱਲਾਂ ਲੋਕੀ ਗੱਪ ਜਿੰਨੀ ਮਰਜ਼ੀ ਛੱਡ ਜਾਣਾ, ਇੱਕ ਵੀ ਚੀਜ਼ ਕਿਸੇ ਨੇ ਨਹੀਂ ਬਣਾਈ ਹੈ। ਡਾਕਟਰ ਅੰਬੇਦਕਰ ਸਾਹਿਬ ਦੀ ਤਸਵੀਰ, ਫੋਟੋ ਜੇ ਪਾਰਲੀਮੈਂਟ 'ਚ ਲੱਗੀ ਹੈ, ਕਾਂਗਰਸ ਵੇਲੇ ਕਿ ਨਹੀਂ ਲਾਈ ਉਹਨਾਂ ਨੇ?
ਇਹ ਜਦੋਂ ਵੀਪੀ ਸਿੰਘ ਦੀ ਸਰਕਾਰ ਸੀ ਉਦੋਂ ਬੀਜੇਪੀ ਵਿੱਚ ਪਾਰਟਨਰ ਸੀ, ਉਸ ਵੇਲੇ ਲੱਗੀ ਹੈ ਜੀ। ਉਹਨਾਂ ਨੂੰ ਭਾਰਤ ਰਤਨ ਦਾ ਖਿਤਾਬ ਕਦੋਂ ਮਿਲਿਆ? ਕਾਂਗਰਸ ਨੇ ਤਾਂ ਨਹੀਂ ਦਿੱਤਾ ਹੈ, ਜਦੋਂ ਵੀਪੀ ਸਿੰਘ ਦੀ ਸਰਕਾਰ ਸੀ ਉਸ ਵਕਤ ਦਿੱਤਾ ਹੈ। ਤੇ ਇਹ ਕਹਿਣਾ ਜੀ ਤੁਸੀਂ ਸਾਡਾ ਕੁਛ ਕੀਤਾ ਨਹੀਂ ਹੈ ਡਾਕਟਰ ਅੰਬੇਦਕਰ ਸਾਹਿਬ ਦੇ ਨਾਲ ਸੰਬੰਧਿਤ ਜੇ ਕੋਈ ਗੱਲ ਕੀਤੀ ਹੈ ਤਾਂ ਹਮੇਸ਼ਾ ਹੀ ਬੀਜੇਪੀ ਦੇ ਵੇਲੇ ਸਮੇਂ 'ਚ ਹੋਈ ਹੈ। ਦਿੱਲੀ ਜਿਹੜਾ ਡਾਕਟਰ ਅੰਬੇਦਕਰ ਭਵਨ ਵੱਡਾ ਬਣਿਆ 200-250 ਕਰੋੜ ਦਾ, ਉਹਨਾਂ ਨੇ ਬਣਾਇਆ। ਹੁਣ ਵੱਡੀ ਜਿਹੜੀ ਜਿੱਥੇ ਆਸਵਾਲੀ ਰੋਡ ਤੇ ਫਿਰ ਦੁਬਾਰਾ ਤੋਂ ਸੁਧਾਰ ਵੜ ਕੇ ਵੱਡੀ ਬਿਲਡਿੰਗ ਬਣ ਰਹੀ ਹੈ। ਤਾਂ ਡਾਕਟਰ ਅੰਬੇਦਕਰ ਸਾਡਾ ਆਦਰਸ਼ ਨੇ ਜਿਹਨੇ ਦੇਸ਼ ਦਾ ਸੰਵਿਧਾਨ ਬਣਾਇਆ। ਬਾਕੀ ਜਿਹੜੀ ਗੱਲਾਂ ਜਿਹੜਿਆਂ ਨੇ ਕਦੇ ਪੰਜਾਬ 'ਚ ਇੱਕ ਸੀਟ ਵੀ ਨਹੀਂ ਜਿੱਤੀ ਹੈ, ਉਹ ਠੇਕੇਦਾਰ ਉਹ ਬਣਦੇ ਨੇ ਵੀ ਐਸਸੀ ਦੇ ਠੇਕੇਦਾਰ ਆ। ਡਾਕਟਰ ਅੰਬੇਦਕਰ ਸਾਡਾ ਹੀ ਹੈ ਇਕੱਲਿਆਂ ਦਾ। ਆਪਾਂ ਉਹਨੂੰ ਧਰਮ ਨਾਲ ਜੋੜ ਕੇ ਉਹਦੀ ਕੱਦ ਨੂੰ ਛੋਟਾ ਕਰਦੇ ਹਾਂ। ਬਿਲਕੁਲ। ਉਹ ਬਹੁਤ ਵੱਡੇ ਵਿਚਾਰਕ ਸੀ, ਬਹੁਤ ਵੱਡੇ ਸਿਆਸਤਦਾਨ ਸੀ, ਬਹੁਤ ਵੱਡੇ ਲੇਖਕ ਸੀ ਜਿਨ੍ਹਾਂ ਨੇ ਸੰਵਿਧਾਨ ਲਿਖਿਆ। ਔਰ ਉਹਨਾਂ ਨੂੰ ਇੱਕ ਜਾਤ ਨਾਲ ਜੋੜ ਕੇ ਦੇਖਣਾ ਤਾਂ ਸਭ ਤੋਂ ਵੱਡਾ ਅਪਮਾਨ ਕਰਨਾ ਉਹਨਾਂ ਦਾ ਮੈਂ ਸਮਝਦਾ। ਇੱਕ ਸੋਮ ਪ੍ਰਕਾਸ਼ ਜੀ ਗੱਲ ਰਹਿ ਨਾ ਜਾਵੇ ਕਿਤੇ, ਉਹ ਇਹ ਹੈ ਕਿ ਵੀ ਆ ਪਿਛਲੇ ਦਿਨੀ ਪੰਜਾਬ ਵੱਲੋਂ ਦਿੱਲੀ ਜਾ ਕੇ ਧਰਨਾ ਵੀ ਦਿੱਤਾ ਗਿਆ। ਉਸ ਤੋਂ ਪਹਿਲਾਂ ਈਡੀ ਦੇ ਸਮਨ ਆਉਂਦੇ ਨੇ ਰਣਿੰਦਰ ਹੋਰਾਂ ਨੂੰ, ਉਸ ਤੋਂ ਬਾਅਦ ਆਮਦਨ ਟੈਕਸ ਵਾਲਿਆਂ ਦੇ ਆ ਜਾਂਦੇ ਨੇ, ਸੀਐਮ ਸਾਹਿਬ ਨੂੰ, ਨਾਲ ਉਹਨਾਂ ਦੀ ਧਰਮ ਪਤਨੀ ਨੂੰ, ਨਾਲ ਉਹਨਾਂ ਦੀਆਂ ਪੋਤੀਆਂ ਨੂੰ ਵੀ ਸ਼ਾਇਦ। ਉਹ ਇਸ ਚੀਜ਼ ਦੇ ਉੱਪਰ ਇਲਜ਼ਾਮ ਲਾਉਂਦੇ ਨੇ ਕਿ ਵੀ ਮੇਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਮੈਂ ਪੰਜਾਬ ਦੇ ਕਿਸਾਨਾਂ ਦਾ ਰਾਖਾ ਹਾਂ। ਇਹਨਾਂ ਇਲਜ਼ਾਮਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਹਿੰਦੇ ਟਾਈਮਿੰਗ ਗਲਤ ਹੈ। ਹੋ ਸਕਦਾ ਵੀ ਇਹ ਕੇਸ ਪੁਰਾਣਾ ਹੋਵੇ ਪਰ ਟਾਈਮਿੰਗ ਗਲਤ ਹੈ। ਦੇਖੋ, ਈਡੀ ਦਾ ਨਾ ਮੈਨੂੰ ਪੁੱਛ ਕੇ ਸਮਨ ਭੇਜਦੇ ਨੇ, ਨਾ ਤੁਹਾਨੂੰ ਪੁੱਛ ਕੇ ਸਮਨ ਭੇਜਣਾ ਉਹਨਾਂ ਨੇ। ਉਹਨਾਂ ਕੋਲ ਕੋਈ ਨਾ ਕੋਈ ਗਲਤੀ ਹੈ ਤਾਂ ਹੀ ਸਮਨ ਭੇਜਦੇ ਨੇ। ਕਿਸਾਨ ਜਿਹੜੇ ਲੀਡਰ ਬੈਠੇ ਨੇ ਸਭ ਤੋਂ ਵੱਡੇ ਤਾਂ ਉਹਨਾਂ ਨੂੰ ਸਮਨ ਪਹਿਲਾਂ ਆਉਣੇ ਚਾਹੀਦੇ ਸੀ ਜੀ ਉਹਨਾਂ ਦਾ ਬਦਲਾ ਲੈਣਾ ਹੋਵੇ। ਇਨਫੈਕਟ ਕਈ ਤਾਂ ਕਿਤੇ ਨਾ ਕਿ ਸਾਰਿਆਂ ਨੇ ਗਲਤੀਆਂ ਕੀਤੀਆਂ ਹੋਈਆਂ, ਇਹਨਾਂ ਦੇ ਕੇਸ ਚੱਲਦੇ ਆ ਔਰ ਉਹਨਾਂ ਨੇ ਸਮਨ ਕਿਸ ਵੇਲੇ ਲਿਖ ਕੇ ਇਹਨੂੰ ਭੇਜਣਾ ਉਹ ਭੇਜਦੇ ਨੇ। ਬੜੀ ਵੱਡੀ ਲਾਈਨ ਲੱਗੀ ਉਹਨਾਂ 'ਤੇ ਲੀਡਰਾਂ ਦੀ। ਦੇਸ਼ ਦੀ ਸਿਆਸਤ ਬਹੁਤ ਗੰਧਲਾਪਨ ਤਾਂ ਬਹੁਤ ਜ਼ਿਆਦਾ ਆਇਆ, ਤੁਹਾਨੂੰ ਮੰਨਦੇ ਹੋ ਜੀ। ਬਹੁਤ ਘੱਟ ਸਿਆਸਤਦਾਨਾਂ ਜਿਸ 'ਤੇ ਠੀਕ ਠਾਕ ਨੇ, ਬਹੁਤੇ ਜਿਹਨੂੰ ਮੌਕਾ ਮਿਲਿਆ ਠੱਗੀ ਮਾਰੀ ਟਿਕਾ ਕੇ ਲੋਕਾਂ ਨੇ ਜੀ। ਸੋ ਇਸ ਕਰਕੇ ਸਮਨ ਆਉਣਾ ਇਹਦਾ ਪ੍ਰਕਿਰਿਆ ਹੈ, ਈਡੀ ਵਾਲੇ ਦੱਸ ਸਕਦੇ। ਇਹਦੇ ਬਾਰੇ ਕੋਈ ਕਹਿਣਾ ਵੀ ਸਿਆਸਤ ਤੋਂ ਪ੍ਰੇਰਿਤ ਹੈ, ਦੇਸ਼ ਭਗਤ, ਇਹ ਵੀ ਕੋਈ ਦੇਸ਼ ਭਗਤੀ ਹੈ ਸਾਨੂੰ ਸਮਨ ਈਡੀ ਦੇ ਆਏ ਕਾਹਦੇ ਲਈ ਹੈ? ਵੀ ਤੁਸੀਂ ਕੋਈ ਗਲਤੀ ਕੀਤੀ ਹੈ ਜਾਂ ਹਵਾਲੇ ਦਾ ਕੀਤਾ ਹੈ ਕੰਮ, ਜਾਂ ਪੈਸਾ ਗਲਤ ਆਇਆ ਗਲਤ, ਇਹੀ ਗੱਜਲ ਇਲਜ਼ਾਮ ਹੈ। ਈਡੀ ਦਾ ਇਕਨੋਮਿਕ ਅਫੈਂਸ ਹੀ ਦੇਖਦੀ ਹੈ ਜੀ। ਤੋ ਇਸ ਕਰਕੇ ਇਹਨੂੰ ਆਪਣੀ ਰਾਸ਼ਟਰ ਭਗਤੀ ਨਾਲ ਜੋੜਨ ਦੀ ਲੋੜ ਨਹੀਂ ਹੈ। ਇਹ ਤਾਂ ਵੀ ਹੈਵ ਟੂ ਫੇਸ। ਜੇ ਕੋਈ ਗਲਤ ਕੰਮ ਕੀਤਾ ਤਾਂ ਉਹਨੂੰ ਫੇਸ ਕਰਨਾ ਪਊਗਾ। ਸੋਮ ਪ੍ਰਕਾਸ਼ ਜੀ, ਮੈਂ ਕੋਈ ਗੱਲ ਪੁੱਛਣੀ ਭੁੱਲ ਗਿਆ ਹੋਵਾਂ, ਤੁਸੀਂ ਕਿਉਂਕਿ ਯੂਨੀਅਨ ਮਿਨਿਸਟਰ ਹੋ, ਤੁਹਾਡੇ ਕੋਲੇ ਕੋਈ ਰੋਡ ਮੈਪ ਵੀ ਹੋਏਗਾ, ਕੋਈ ਪਾਰਟੀ ਦੀ ਕਾਲ ਵੀ ਹੋਏਗੀ। ਅੱਜ ਇਸ ਪਲੇਟਫਾਰਮ ਤੋਂ ਕੋਈ ਗੱਲ ਜਿਹੜੀ ਮੈਂ ਪੁੱਛਣੀ ਭੁੱਲ ਗਿਆ, ਤੁਸੀਂ ਜ਼ਰੂਰ ਕਰੋ ਜੀ। ਨਹੀਂ, ਮੈਂ ਤਾਂ ਸਿਰਫ ਇੱਕੋ ਬੇਨਤੀ ਕਰਾਂਗਾ, ਅਸੀਂ ਪੰਜਾਬ ਦੇ ਨੁਮਾਇੰਦੇ ਹਾਂ, ਪੰਜਾਬ 'ਚੋਂ ਅਸੀਂ ਚੁਣ ਕੇ ਲੋਕਾਂ ਨੇ ਸਾਨੂੰ ਭੇਜਿਆ ਹੈ। ਇਹਦੀ ਤਰੱਕੀ ਲਈ, ਇਹਦੀ ਖੁਸ਼ਹਾਲੀ ਲਈ ਸਾਨੂੰ ਕੰਮ ਕਰਨਾ ਚਾਹੀਦਾ ਹੈ। ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਵੀ ਸਾਰੇ ਕਾਂਗਰਸ ਦੇ ਲੀਡਰਾਂ ਨੂੰ ਵੀ, ਬੀਜੇਪੀ, ਅਕਾਲੀ ਦਲ ਨੂੰ ਸਾਨੂੰ ਕੰਮ ਕਰਨਾ ਚਾਹੀਦਾ ਹੈ। ਅਸੀਂ ਬਿਨਾਂ ਮਤਲਬ ਤੋਂ ਜਿਹੜੀ ਫਜ਼ੂਲ ਦੀ ਜਿਹੜੀ ਰੇਸ ਲਾਈ 2022 ਨੂੰ ਦੇਖ ਕੇ ਵੀ ਮੈਂ ਵੀ ਤੇਰਾ ਸਾਥੀ ਹਾਂ, ਮੈਂ ਵੀ ਤੇਰਾ ਸਾਥੀ ਹਾਂ, ਉਹ ਤੁਹਾਨੂੰ ਵੜਨ ਨਹੀਂ ਦਿੰਦੇ, ਅਸੀਂ ਤਾਂ ਉਹਦੀ ਸਪੋਰਟ ਕਰਦੇ ਹਾਂ। ਸਾਨੂੰ ਇੱਕ ਮਾਹੌਲ ਚੰਗਾ ਕ੍ਰੀਏਟ ਕਰਨਾ ਚਾਹੀਦਾ ਹੈ। ਸਾਰਿਆਂ ਨੂੰ ਕੀ ਕਹਿਣਾ ਚਾਹੀਦਾ, ਆਓ ਰਲ ਕੇ ਗੱਲ ਕਰੀਏ। ਮੁੱਖ ਮੰਤਰੀ ਨੂੰ ਚਾਹੀਦਾ ਸੀ, ਮੈਂ ਤਾਂ ਸਰ ਕਹੂੰਗਾ ਇਹਨਾਂ ਨੂੰ ਜਾ ਕੇ ਰਾਸ਼ਟਰਪਤੀ ਨੂੰ ਮਿਲਣ ਨਾਲੋਂ ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲਣਾ ਚਾਹੀਦਾ ਸੀ ਜੀ। ਉਹਨਾਂ ਨਾਲ ਬੈਠ ਕੇ ਗੱਲ ਕਰਨ, ਆਪਣੇ ਵੱਲੋਂ ਹੋਰ ਸਾਰੇ ਲੀਡਰ ਇਕੱਠੇ ਹੋ ਕੇ ਜਾਣਗੇ, ਉਹਨਾਂ ਨੂੰ ਮਿਲ ਕੇ ਦੱਸਣ ਵੀ ਅਸੀਂ ਬੈਠ ਕੇ ਗੱਲ ਕੀਤੀ ਜਾ ਸਕਦੀ ਹੈ। ਬਿਲਕੁਲ, ਗੱਲ ਹੀ ਹੱਲ ਹੈ ਦੇਸ਼ ਦੀ। ਜੇ ਪੰਜਾਬ ਦਾ ਭਲਾ ਕਰਨਾ, ਜਾ ਕੇ ਉੱਥੇ ਜੰਤਰ ਮੰਤਰ ਤੇ ਤਾਂ ਸਾਰੇ ਲੋਕੀ ਬੈਠਦੇ, ਜਾ ਕੇ ਉੱਥੇ ਬੈਠਣ ਕੇ ਕਿਆ ਡਰਾਮਾ ਹੀ ਹੈ, ਤਮਾਸ਼ਾ ਹੀ ਹੈ। ਭਗਵੰਤ ਮਾਨ ਇੱਥੇ ਬੈਠਾ, ਚੰਡੀਗੜ੍ਹ ਕਹਿੰਦਾ ਉੱਥੇ ਡਰਾਮਾ ਕਰ ਰਹੇ ਨੇ, ਉੱਥੇ ਵਾਲੇ ਇਹਨੂੰ ਡਰਾਮਾ ਕਹੀ ਜਾਂਦੇ ਨੇ। ਸੋ ਇਸ ਕਰਕੇ ਜੇ ਅਸੀਂ ਸੱਚਮੁੱਚ ਪੰਜਾਬ ਦੀ ਸੇਵਾ ਕਰਨੀ ਹੈ ਤਾਂ ਸਾਨੂੰ ਰਲ ਕੇ ਯਤਨ ਕਰਨਾ ਪਏਗਾ। ਪਾਰਟੀ ਲਾਈਨ ਤੋਂ ਉੱਪਰ ਉੱਠਣਾ ਪਏਗਾ। ਸੱਤਾ ਕਿਸੇ ਦੇ ਹੱਥ 'ਚ ਆਏਗੀ, ਕਿਸੇ ਦੇ ਹੱਥ ਜਾਏਗੀ, ਇਹ ਸੈਕੰਡਰੀ ਚੀਜ਼ਾਂ ਹੈ। ਸਟੇਟ ਸਭ ਤੋਂ ਅੱਗੇ ਹੈ, ਦੇਸ਼ ਸਭ ਤੋਂ ਅੱਗੇ। ਚਲੋ ਸੋਮ ਪ੍ਰਕਾਸ਼ ਜੀ, ਤੁਸੀਂ ਆਏ, ਡਿਟੇਲ 'ਚ ਗੱਲਾਂ ਕੀਤੀਆਂ, ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ। ਤੁਹਾਡੇ ਦਰਸ਼ਨ ਹੋਏ ਅਤੇ ਤੁਹਾਡੇ ਸਰੋਤਿਆਂ ਰਾਹੀਂ, ਤੁਹਾਡੇ ਰਾਹੀਂ ਸਾਰੇ ਸਰੋਤਿਆਂ ਨੂੰ ਮਿਲਣ ਦਾ ਮੌਕਾ ਮਿਲਿਆ। ਧੰਨਵਾਦ ਜੀ, ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਅਤੇ ਆਸ ਕਰਦਾ ਮੈਂ ਕਿ ਅੱਜ ਇੱਕ ਹੋਰ ਯੂਨੀਅਨ ਮਿਨਿਸਟਰ ਆਫ ਸਟੇਟ ਸ਼੍ਰੀ ਸੋਮ ਪ੍ਰਕਾਸ਼ ਜੀ ਨੇ ਜੋ ਕੁਛ ਆਪਾਂ ਨੂੰ ਦੱਸਿਆ, ਸਮਝਾਇਆ, ਜਾਂ ਜਿਹੜੀ ਲਾਈਨ ਦੱਸੀ ਹੈ, ਉਹਦੇ ਤੋਂ ਬਹੁਤ ਕੁਛ ਲੱਭਣ ਦੀ ਕੋਸ਼ਿਸ਼ ਆਪਾਂ ਕੀਤੀ ਹੋਏਗੀ। ਆਉਣ ਵਾਲੇ ਸਮੇਂ ਜਿਹੜੇ ਸਵਾਲ ਹੋਰ ਹੋਣਗੇ, ਆਪਾਂ ਫਿਰ ਕਿਸੇ ਰਾਜਨੇਤਾ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਕਲੀਅਰ ਕਰ ਲਵਾਂਗੇ। ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਹਿਣਾ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ